ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਗੁਰਬਾਣੀ ਆਪਾਂ ਨੂੰ ਸੱਚ ਦੀ ਕਹਾਣੀ ਸਮਝਾ ਰਹੀ ਹੈ। ਕਲਯੁਗ ਦੇ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਨੇ ਅਤੇ ਭਗਤ ਸਾਹਿਬਾਨਾਂ ਨੇ ਸਾਨੂੰ ਸਮਝਾਇਆ ਕਿ ਸੱਚ ਦੀ ਸੇਵਾ ਕਿਸ ਤਰੀਕੇ ਹੁੰਦੀ ਹੈ। ਕਲਯੁਗ ਦੇ ਵਿੱਚ ਆ ਕੇ ਪਹਿਲੀ ਵਾਰੀ ਇੰਨਾ ਖੁੱਲ੍ਹਾ ਭੰਡਾਰਾ ਬਖਸ਼ਿਆ ਗਿਆ ਕਿ ਸਾਨੂੰ ਦੱਸਿਆ ਗਿਆ ਕਿ ਸੱਚ ਦੀ ਸੇਵਾ ਬੋਲਣ ਤੋਂ ਇਲਾਵਾ ਸੁਣ ਸੁਣ ਕੇ ਤੇ ਵੇਖ ਵੇਖ ਕੇ ਕੀਤੀ ਜਾਂਦੀ ਹੈ। ਕਿਸ ਤਰੀਕੇ ਅਨਹਦ ਬਾਣੀ ਦੇ ਰਾਹੀਂ ਸੇਵਾ ਕੀਤੀ ਜਾਂਦੀ ਹੈ, ਕਿਸ ਤਰੀਕੇ ਉਹ ਸੱਚ ਜੋਤ ਦੇ ਵਿੱਚ ਧਿਆਨ ਲਗਾ ਕੇ ਸੇਵਾ ਕੀਤੀ ਜਾਂਦੀ ਹੈ ਸੱਚ ਦੀ। ਇਹ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਆ ਕੇ। ਉਹਨਾਂ ਭਗਤਾਂ ਨੇ ਸਮਝਾਇਆ, ਸੰਤਾਂ ਸਾਧੂਆਂ ਬ੍ਰਹਮ ਗਿਆਨੀਆਂ ਨੇ ਸਮਝਾਇਆ, ਔਰ ਜੋ ਸਮਝਾ ਕੇ ਗਏ ਸੀਗੇ ਪੰਜਵੇਂ ਪਾਤਸ਼ਾਹ ਨੇ, ਅਕਾਲ ਪੁਰਖ ਨੇ ਗੁਰੂ ਅਰਜਨ ਦੇਵ ਰਾਹੀਂ ਕਿਰਪਾ ਕੀਤੀ ਕਿ ਉਹ ਸਾਨੂੰ ਸਾਰਾ ਹੀ ਭਾਸ਼ਾ ਦੇ ਵਿੱਚ ਕਲਮਬੱਧ ਕਰਕੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਸਾਡੀ ਹੀ ਭਾਸ਼ਾ ਦੇ ਵਿੱਚ ਲਿਖ ਕੇ ਸਾਨੂੰ ਸਤਿਗੁਰ ਰੂਪ ਦੇ ਵਿੱਚ ਦੇ ਦਿੱਤਾ ਗਿਆ। ਹੁਣ ਮਹਾਰਾਜ ਦੀ ਬਾਣੀ ਦੇ ਵਿੱਚੋਂ ਆਪਾਂ ਉਹ ਹੀਰੇ ਰਤਨ ਮੋਤੀ ਜਵਾਹਰ ਮਾਣਕ ਖੋਜ ਰਹੇ ਹਾਂ। ਤੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਨੂੰ 21ਵੀਂ ਪੌੜੀ ਤੇ ਦੱਸਿਆ ਗਿਆ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਹੁਣ ਮਹਾਰਾਜ ਜੀ ਕਹਿੰਦੇ ਆ, ਜਿੰਨੇ ਮਰਜ਼ੀ ਤੀਰਥ ਕਰ ਲਓ, ਤਪ ਕਰ ਲਓ, ਦਇਆ ਕਰ ਲਓ, ਦਾਨ ਕਰ ਲਓ, ਦਤ ਕਰ ਲਓ, ਤੀਰਥਾਂ ਤੇ ਜਾ ਕੇ ਸਿਮਰਨ ਕਰੀ ਜਾਓ, ਤਪ ਕਰੀ ਜਾਓ। ਜਿਵੇਂ ਆਮ ਲੋਕ ਕਈ ਜਿਹੜੇ ਆ ਉਹ ਬਰਫੀਲੀਆਂ ਪਹਾੜੀਆਂ ਦੇ ਵਿੱਚ ਜਾ ਕੇ ਤਪ ਕਰਦੇ ਆ, ਕਈ ਗਰਮੈਸ਼ ਦੇ ਵਿੱਚ ਬੈਠ ਕੇ ਤਪ ਕਰਦੇ ਆ, ਕਈ ਇੱਕ ਲੱਤ ਤੇ ਖੜ ਕੇ ਤਪ ਕਰਦੇ ਆ। ਦਇਆ ਕਰ ਕਰਕੇ ਦਾਨ ਪੁੰਨ ਕਰੀ ਜਾਣਗੇ। ਤੇ ਮਹਾਰਾਜ ਕਹਿੰਦੇ ਜੇ ਕੋ ਪਾਵੈ ਤਿਲ ਕਾ ਮਾਨ। ਤੇ ਕਹਿੰਦੇ ਇਹ ਸਾਰੀ ਉਮਰ ਹੀ ਕਰਦਿਆਂ ਲੰਘ ਜਾਵੇ ਤੇ ਇੱਕ ਤਿਲ ਦਾ ਹੀ ਮਾਣ ਮਿਲਦਾ ਹੈ। ਜੇ ਕਰਕੇ ਇਹਨਾਂ ਨੂੰ ਇੱਕ ਤਿਲ ਦਾ ਮਾਣ ਮਿਲ ਵੀ ਗਿਆ ਤੇ ਕਹਿੰਦੇ ਕੋਈ ਸੁੱਖ ਨਹੀਂ ਹੈਗਾ ਉਹਦਾ। ਕਿਉਂਕਿ ਆਪਾਂ ਇੱਕ ਕਹਾਣੀ ਤੁਸੀਂ ਸਿੱਖਣੀ ਹੈ, ਇਹ ਪੁਆਇੰਟ ਨੋਟ ਕਰਨਾ ਹੈ ਕਿ ਹੁਣ ਤਾਂ ਆਪਾਂ ਨੂੰ ਸਵਾਸਾਂ ਦਾ ਭੰਡਾਰਾ ਮਿਲਿਆ ਹੋਇਆ ਹੈ। ਇਹ ਨੋਟ ਕਰਨੀ ਹੈ ਚੀਜ਼। ਹੁਣ ਤਾਂ ਆਪਾਂ ਇੱਧਰ ਕਰਮ ਕਰਦੇ ਹਾਂ ਤੇ ਰਾਤ ਨੂੰ ਮਾਲਕ ਸਹਿਜ ਸੁਭਾਏ ਹੀ ਕਾਲ ਦੇ ਰਾਹੀਂ ਆਪਾਂ ਨੂੰ ਕੱਢ ਲੈਂਦਾ ਸਰੀਰ ਦੇ ਵਿੱਚੋਂ। ਹੁਣ ਤਾਂ ਸਹਿਜ ਸੁਭਾਏ ਆਪਾਂ ਨੂੰ ਸੁੰਨ ਵਿੱਚ ਲੈ ਜਾਂਦਾ, ਕਿਉਂਕਿ ਸਵਾਸਾਂ ਦਾ ਭੰਡਾਰਾ ਚੱਲੀ ਜਾਂਦਾ ਹੈ। ਚਾਹੇ ਕਿਸੇ ਨੂੰ ਸੁੰਨ ਵਿੱਚ ਜਾਣਾ ਜਾਂ ਆਪਦੇ ਘਰ ਜਾਣਾ ਆਉਂਦਾ ਹੈ, ਚਾਹੇ ਨਹੀਂ ਆਉਂਦਾ, ਮਾਲਕ ਜਿਨ੍ਹਾਂ ਦੇ ਸਵਾਸ ਦੇਹੀ ਦੇ ਵਿੱਚ ਨੇ ਸਭ ਨੂੰ ਸਹਿਜ ਸੁਭਾਏ ਹੀ ਕਾਲ ਜਿਹੜੀ ਜੁਗਤੀ ਵਰਤਦਾ ਹੈ ਕਿ ਸੂਰਜ ਨੂੰ ਚੰਦਰਮਾ ਦੇ ਘਰ ਲੈ ਆਉਂਦਾ ਹੈ। ਔਰ ਜਿਹੜਾ ਇਹ ਭਵਜਲ ਆ ਉਹਨੂੰ, ਇਹ ਵਿਚਾਰਾਂ ਫੁਰਨਿਆਂ ਨੂੰ, ਕਿਉਂਕਿ ਵਿਚਾਰ ਕਾਲ ਚਲਾਉਂਦਾ, ਉਹਨਾਂ ਨੂੰ ਬੰਦ ਕਰਕੇ ਔਰ ਮਨ ਨੂੰ ਜਿਹੜਾ ਸਹਿਜ ਦੇ ਵਿੱਚ ਕੱਢ ਦਿੰਦਾ। ਹੁਣ ਤਾਂ ਸਹਿਜ ਸੁਭਾਏ ਕੱਢ ਦਿੰਦਾ। ਤੇ ਜੇ ਆਪਾਂ ਲਾ ਲਓ ਭਵਜਲ ਦੇ ਵਿੱਚ ਡਿੱਗ ਜਾਂਦੇ ਹਾਂ, ਕਿਉਂਕਿ ਕਾਲ ਆਪਾਂ ਨੂੰ ਕੱਢਦਾ, ਆਪਾਂ ਨੂੰ ਸੋਝੀ ਨਹੀਂ ਹੁੰਦੀ ਜੋਤ ਦੀ, ਕਲਾ ਦੀ, ਵੀ ਅਸੀਂ ਕਿੱਥੇ ਆਏ ਹਾਂ। ਤੇ ਸਾਡਾ ਮਨ ਫਿਰ ਫੁਰਨਾ ਲੈ ਕੇ, ਜਿਹਨੂੰ ਆਪਾਂ ਕਹਿੰਦੇ ਹਾਂ ਸੁਪਨੇ 'ਚ ਡਿੱਗ ਜਾਂਦਾ, ਭਵਜਲ ਦੇ ਵਿੱਚ ਡਿੱਗ ਜਾਂਦਾ। ਤੇ ਮਾਲਕ ਉਸ ਭਵਜਲ ਦੇ ਵਿੱਚੋਂ ਵੀ ਕੱਢਦਾ। ਭਵਜਲ ਡੂਬਤ ਚਿੰਤ ਕਰੇ। ਚਾਹੇ ਮਨਮੁਖ ਹੈ ਚਾਹੇ ਗੁਰਮੁਖ ਹੈ, ਮਾਲਕ ਕਿਰਪਾ ਕਰਦਾ ਹੈ। ਪਰ ਇਹ ਨੋਟ ਕਰਨੀ ਹੈ, ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ ਓਨਾ ਹੀ ਦੇਰ ਮਾਲਕ ਕਾਲ ਦੇ ਰਾਹੀਂ ਕਢਵਾ ਕੇ ਆਪਾਂ ਨੂੰ ਘਰ ਲਿਆਉਂਦਾ ਹੈ। ਜਦੋਂ ਇਹ ਸਵਾਸ ਮੁੱਕ ਗਏ ਤੇ ਫਿਰ ਕਾਲ ਨੇ ਨਹੀਂ ਕੱਢਣਾ ਆਪਾਂ ਨੂੰ, ਫਿਰ ਆਪਾਂ ਨੂੰ ਜਮਾਂ ਦੇ ਰਾਹੀਂ ਕੱਢ ਕੇ ਲਿਆਏਗਾ, ਜੇ ਸਾਨੂੰ ਨਹੀਂ ਪਤਾ ਹੋਵੇਗਾ ਭੇਤ। ਜਿਨ੍ਹਾਂ ਨੇ ਤਾਂ ਜਿਉਂਦੇ ਜੀ ਮਰਨਾ ਸਿੱਖ ਲਿਆ, ਆਪਦੀ ਇੱਛਾ ਦੇ ਮੁਤਾਬਕ, ਆਪਦੇ ਪ੍ਰੈਕਟੀਕਲ ਦੇ ਮੁਤਾਬਕ ਉਹ ਦੇਹੀ ਨੂੰ ਛੱਡਦੇ ਨੇ ਤੇ ਘਰ ਚਲੇ ਜਾਂਦੇ ਨੇ। ਉਹਨਾਂ ਨੂੰ ਕਾਲ ਨਹੀਂ ਰੋਜ਼ ਦਾ ਰੋਜ਼ ਕੱਢਦਾ। ਜਿਹੜੇ ਗੁਰਮੁਖ ਹੁੰਦੇ ਨੇ ਉਹ ਸਿਮਰਨ ਕਰਕੇ, ਅਭਿਆਸ ਕਰਕੇ, ਨਾਮ 'ਚ ਧਿਆਨ ਲਾਇਆ, ਆਪਦੀ ਦੇਹੀ ਛੱਡ ਜਾਂਦੇ ਨੇ। ਉਹਨੇ ਜਿਉਂਦਿਆਂ ਜੀ ਮਰਨਾ ਸਿੱਖ ਲਿਆ, ਗੁਰਮੰਤਰ ਦੁਆਰਾ ਸਰੀਰ ਛੱਡਣਾ ਸਿੱਖ ਲਿਆ, ਨਾਮ ਦੁਆਰਾ ਸਰੀਰ ਛੱਡਣਾ ਸਿੱਖ ਲਿਆ, ਧਿਆਨ ਦੁਆਰਾ ਸਰੀਰ ਛੱਡਣਾ ਸਿੱਖ ਲਿਆ। ਉਹਨਾਂ ਨੂੰ ਤਾਂ ਕਾਲ ਕੱਢਦਾ ਹੀ ਨਹੀਂ। ਕਾਲ ਤਾਂ ਮਨਮੁਖ ਨੂੰ ਕੱਢਦਾ, ਪਰ
ਉਹ ਫਿਰ ਜਦੋਂ ਅਖੀਰੀ ਸਮੇਂ ਤੇ ਸਵਾਸਾਂ ਦੀ ਗੰਢ ਖੁੱਲੇਗੀ, ਮੁੱਕਣੇ ਨੇ, ਉਦੋਂ ਵੀ ਉਹਨਾਂ ਨੇ ਸਹਿਜ ਸੁਭਾਏ ਧਿਆਨ ਦੁਆਰਾ, ਸਿਮਰਨ ਦੁਆਰਾ ਨਿਕਲ ਜਾਣਾ। ਪਰ ਜਿਹੜੇ ਮਨਮੁਖ ਨੂੰ ਕਾਲ ਕੱਢਦਾ ਹੈ, ਉਨੀ ਦੇਰ ਤੱਕ ਕੱਢ ਰਿਹਾ ਜਿੰਨੀ ਦੇਰ ਤੱਕ ਸਵਾਸ ਨੇ। ਜਦੋਂ ਸਵਾਸ ਖਤਮ ਹੋ ਜਾਣਗੇ, ਤੁਹਾਨੂੰ ਤਾਂ ਦੇਹ ਛੱਡਣੀ ਨਹੀਂ ਆਉਂਦੀ, ਤੁਹਾਨੂੰ ਤਾਂ ਭਵਜਲ ਚੋਂ ਨਿਕਲਣਾ ਨਹੀਂ ਆਉਂਦਾ, ਫਿਰ ਦੇਹ ਛੱਡਣੀ ਨਹੀਂ ਆਉਣੀ, ਉਧਰੋਂ ਸਵਾਸਾਂ ਦੀ ਪੂੰਜੀ ਖਤਮ ਹੋਵੇਗੀ, ਤ੍ਰੈਗੁਣ 'ਚ ਧਿਆਨ ਹੋਵੇਗਾ, ਜਾਂ ਜੇ ਭਵਜਲ ਵਿੱਚ ਵੀ ਡਿੱਗੇ ਹੋਏ ਉੱਥੋਂ ਨਿਕਲਣਾ ਨਹੀਂ ਆਉਣਾ। ਫਿਰ ਅਖੀਰੀ ਸਮੇਂ ਤੇ ਪੰਜਾਂ ਦੇ ਰਾਹੀਂ ਫਿਰ ਕੱਢ ਕੇ ਲਿਆਵੇਗਾ। ਜਿਹੜੇ ਮਾਲਕ ਨੂੰ ਆਪਾਂ ਹੁਣ ਜੋਤ ਪ੍ਰਗਟ ਕਰਕੇ ਉਹਦੀ ਨੇਤਰਾਂ ਦੁਆਰਾ, ਸਰਵਣਾ ਦੁਆਰਾ, ਮੁੱਖ ਦੁਆਰਾ ਸੇਵਾ ਕਰਕੇ ਹਉਮੈ ਨੂੰ ਖਤਮ ਕਰਕੇ ਉਹਦੇ ਵਿੱਚ ਸਮਾਉਣਾ ਹੈ, ਜਦੋਂ ਅਖੀਰੀ ਸਮੇਂ ਤੇ ਹੋਵੇਗਾ ਸਾਡੇ ਸਵਾਸਾਂ ਦਾ ਖੇਲ ਖਤਮ ਤੇ ਅਸੀਂ ਉਹਦੇ ਵਿੱਚ ਸਮਾ ਜਾਵਾਂਗੇ। ਪਰ ਜੇ ਸਾਨੂੰ ਭੇਤ ਨਾ ਹੋਵੇਗਾ, ਜਿਹੜੇ ਮਾਲਕ ਨੂੰ ਆਪਾਂ ਹੁਣ ਮਿਲਣਾ ਹੈ, ਸਾਧੂਆਂ ਦੁਆਰਾ ਮਿਲਣਾ ਹੈ, ਸੰਗਤ ਦੁਆਰਾ ਮਿਲਣਾ ਹੈ, ਫਿਰ ਅਖੀਰੀ ਸਮੇਂ ਤੇ ਪੰਜਾਂ ਦੇ ਰਾਹੀਂ ਆਪਾਂ ਮਾਲਕ ਨੂੰ ਮਿਲਾਂਗੇ। ਪਰ ਉੱਥੇ ਫਿਰ ਉਹ ਪਿਆਰ ਦੁਆਰਾ ਨਹੀਂ ਮਿਲਾਂਗੇ, ਉੱਥੇ ਸਾਨੂੰ ਫੈਸਲਾ ਕਰਵਾਉਣ ਲਈ ਇਹ ਪੰਜ ਧਰਮਰਾਜ ਪੇਸ਼ ਕਰਨਗੇ। ਉੱਥੇ ਤਾਂ ਇੱਕ ਮਾਲਕ ਨੂੰ ਆਪਾਂ ਜੁਡੀਸ਼ਰੀ ਦੇ ਲੈਵਲ ਤੇ ਮਿਲਾਂਗੇ, ਜਜਮੈਂਟ ਲਈ ਮਿਲਾਂਗੇ। ਹੁਣ ਜਿਹੜਾ ਮਿਲਣਾ ਹੈ ਉਹ ਤਾਂ ਮਾਲਕ ਨਾਲ ਸੰਬੰਧ ਕਾਇਮ ਕਰਨਾ ਹੈ, ਮਾਲਕ ਦੇ ਨਾਲ ਪਿਆਰ ਬਣਾਉਣਾ, ਉਹ ਤਾਂ ਮਾਲਕ 'ਚ ਅਭੇਦ ਹੋਣ ਲਈ ਮਿਲਣਾ ਹੈ। ਜੋ ਸਵਾਸਾਂ ਦੀ ਗੰਢ ਖਤਮ ਹੋ ਗਈ, ਫਿਰ ਪਹਿਲੋਂ ਤਾਂ ਕਾਲ ਦੇ ਰਾਹੀਂ ਸਹਿਜ ਸੁਭਾਏ ਕੱਢੀ ਜਾਂਦਾ ਕਿ ਬੱਚਾ ਸਿੱਖ ਜਾਵੇ, ਪਛਾਣ ਜਾਵੇ, ਅੱਜ ਵੀ ਘਰ ਆਉਂਦਾ, ਅੱਜ ਵੀ ਘਰ ਆਉਂਦਾ। ਜੇ ਨਹੀਂ ਸਿੱਖੇ ਤੇ ਅਖੀਰੀ ਸਮੇਂ ਤੇ ਫਿਰ ਉਹਨੇ ਕਾਲ ਨੇ ਪਾਸੇ ਹਟ ਜਾਣਾ ਹੈ, ਸਵਾਸਾਂ ਦੀ ਗੰਢ ਖੁੱਲ ਜਾਣੀ ਹੈ, ਤੇ ਜਿਹੜਾ ਪੰਜ ਹੈ ਉਹਨਾਂ ਨੇ ਫਿਰ ਆਪਾਂ ਨੂੰ ਕੱਢਣਾ। ਸੋ ਤਾਂ ਫਿਰ ਮਹਾਰਾਜ ਜੀ ਕਹਿੰਦੇ ਪਏ ਨੇ, ਜਦੋਂ ਉਹ ਕੱਢਣਗੇ ਤੇ ਫਿਰ ਜਿਹੜੇ ਇਹ ਤੀਰਥ ਤਪ ਦਇਆ ਦਤ ਦਾਨ ਕੀਤੇ ਹੋਏ ਨੇ, ਜਤ ਸਤ ਸੰਜਮ ਪੁੰਨ ਕੀਤੇ ਹੋਏ ਨੇ, ਸਹਿਣਸ਼ੀਲਤਾ, ਇਹ ਤਾਂ ਫਿਰ ਇੱਕ ਇਸ ਤਰੀਕੇ ਹੁੰਦੇ ਨੇ ਕਿ ਜਿਵੇਂ ਹੜ੍ਹ ਆ ਜਾਵੇ, ਡੈਮ ਜਾਂ ਕੋਈ ਨਦੀ ਦਾ ਬੰਨ੍ਹ ਟੁੱਟ ਜਾਵੇ, ਤੇ ਫਿਰ ਚਿੱਕੜ ਦੇ ਨਾਲ ਉਹ ਜਿਹੜਾ ਹੈ ਉਹ ਪਾਣੀ ਨਹੀਂ ਰੁਕਦਾ। ਅਖੀਰੀ ਸਮੇਂ ਤੇ ਫਿਰ ਜਿਹੜਾ ਮਨਮੁਖ ਹੁੰਦਾ ਹੈ ਸਾਡੇ, ਕਿਉਂਕਿ ਅਸੀਂ ਲੇਖੇ ਕਤੈ ਨ ਛੁੱਟੀਏ ਖਿਨ ਖਿਨ ਭੁੱਲਣ ਹਾਰ, ਖਿਨ ਖਿਨ ਦੇ ਭੁੱਲੇ ਹੋਏ ਆ। ਤੇ ਜੇ ਆ ਮਾੜੇ ਮੋਟੇ ਦਾਨ ਦਇਆ ਪੁੰਨ ਕੀਤੇ ਵੀ ਨੇ, ਜਤ ਸਤ ਸੰਜਮ ਕਮਾਇਆ ਵੀ ਇਹ, ਤੇ ਪਰ ਜਿਹੜਾ ਸਾਡਾ ਪਾਪਾਂ ਦਾ ਭੰਡਾਰਾ ਹੈ ਉਹ ਬਹੁਤ ਜ਼ਿਆਦਾ ਹੁੰਦਾ, ਪਾਪ ਦੀਆਂ ਗੰਢਾਂ ਬਹੁਤ ਵੱਡੀਆਂ ਨੇ, ਤੇ ਉਹਦੇ ਅੱਗੇ ਜਿਹੜਾ ਇਹ ਮਾੜਾ ਮੋਟਾ ਇੱਥੇ ਸਤੋਗੁਣ ਤੇ ਕਰਦੇ ਵੀ ਰਹੇ ਆ, ਇੱਕ ਚਿੱਕੜ ਦੇ ਸਮਾਨ ਲੱਗਦਾ। ਤੇ ਫਿਰ ਉਹ ਜਮ ਕਹਿੰਦੇ ਨੇ ਵੀ ਇੰਨੇ ਜਿਹੜੇ ਤੇਰੇ ਪਾਪਾਂ ਦਾ ਹਾੜੇ ਚਿੱਕੜ ਦੇ ਨਾਲ ਇਹ ਬੰਨੇ ਨਹੀਂ ਹੋਣ ਲੱਗਣੇ, ਇਹ ਤਾਂ ਹੁਣ ਨਾਮ ਦਾ ਬੰਨਾ ਚਾਹੀਦਾ ਸੀਗਾ, ਜਿਹਨੂੰ ਮਹਾਰਾਜ ਕਹਿੰਦੇ ਨੇ ਜੀਰੇ ਓਲਾ ਨਾਮ ਕਾ, ਅਵਰ ਜੇ ਕਵਰਨ ਕਰਾਵਣੋ ਤਿਨ ਮੇ ਭਉ ਹੈ ਜਾਮ ਕਾ। ਓਲਾ ਤਾਂ ਇੱਥੇ ਨਾਮ ਨੇ ਕਰਨਾ ਸੀ, ਉਹ ਸ਼ਬਦ ਨੇ ਕਰਨਾ ਸੀ। ਹੁਣ ਇਹ ਜਿਹੜਾ ਅਵਰ ਜੇ ਕਰਨ ਕਰਾਵਣੋ ਇੱਥੇ ਦੁਨਿਆਵੀ ਤੌਰ ਤੇ ਕਰਦਾ ਰਿਹਾ, ਇਹ ਤਾਂ ਭਉ ਹੈ ਜਾਮ ਦਾ ਇਹਦੇ 'ਚ। ਤਾਂ ਕਹਿੰਦੇ ਨੇ ਤੀਰਥ ਤਪਦਾ, ਜੇ ਕੋਈ ਤਿਲ ਦਾ ਮਾਣ ਮਿਲ ਵੀ ਗਿਆ, ਪਰ ਅਖੀਰ ਸਮੇਂ ਤੇ ਪਾਪ ਹੀ ਇੰਨੇ ਹੁੰਦੇ ਨੇ, ਤੂੰ ਇਹਨਾਂ ਦੇ ਰਾਹੀਂ ਨਿਕਲ ਨਹੀਂ ਸਕਦਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ। ਸਭ ਤੋਂ ਕਹਿੰਦੇ ਸਭ ਤੋਂ ਪਹਿਲਾਂ ਸੁਣਨ ਦੀ ਅਵਸਥਾ 'ਚ ਹੋ, ਸੰਗਤ ਦੇ ਵਿੱਚ ਬੈਠ ਕੇ ਮਾਲਕ ਦੀ ਉਸਤਤ ਸੁਣ, ਫਿਰ ਉਹਨੂੰ ਮਨ ਦੇ ਵਿੱਚ ਵਸਾ, ਮੰਨ ਉਹਨੂੰ, ਤੇ ਫਿਰ ਪਿਆਰ ਦੁਆਰਾ ਮਾਲਕ ਦੀ ਉਸਤਤ ਕਰ। ਤੇ ਇਹ ਜਿਹੜਾ ਤੀਰਥ ਜਿਹੜੇ ਤੂੰ ਬਾਹਰ ਨਹਾਉਣ ਜਾਣਾ ਹੈ, ਬਾਹਰ ਦਇਆ ਪੁੰਨ ਕਰਨ ਜਾਣਾ ਹੈ, ਜਿਹਨੂੰ ਮਹਾਰਾਜ ਕਹਿੰਦੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਜਿਹੜੀ ਬਾਹਰ ਦਇਆ ਦੂਸਰਿਆਂ ਦੇ ਉੱਤੇ ਕਰਦਾ ਫਿਰਦਾ ਹੈ, ਪਹਿਲਾਂ ਆਪਦੇ ਮਨ ਦੇ ਉੱਤੇ ਦਇਆ ਕਰ, ਇਹਨੂੰ ਨਾਮ ਦੇ ਨਾਲ ਜੋੜ, ਇਹਨੂੰ ਅੰਮ੍ਰਿਤ ਰਸ ਪਿਆ, ਇਹਨੂੰ ਉਹ ਸੱਚ ਦੇ ਸਨਮੁਖ ਕਰ, ਇਹਨੂੰ ਉਹ ਤੋਸਾ ਦਵਾ, ਇਹਦਾ ਉਹ 36 ਪ੍ਰਕਾਰ ਪੁੱਜ, ਪਹਿਲਾਂ ਆਪਦੇ ਮਨ ਤੇ ਜਾਏ ਦਇਆ ਕਰ। ਜੇ ਤੀਰਥ ਨਹਾਉਣਾ ਜਾਣਾ, ਤਨ ਨੂੰ ਤੀਰਥ ਨਵਾ ਰਿਹਾ, ਇਹ ਤਾਂ ਪੰਜਾਂ ਦੀ ਦੇਹੀ ਹੈ, ਪੰਜਾਂ ਦੀ ਦੇਹੀ ਨੂੰ ਤੀਰਥ ਨਵਾ ਰਿਹਾ, ਆਪਦੇ ਮਨ ਨੂੰ ਨਵਾ, ਜਿਹੜਾ ਮਨ ਇਸ ਤਨ ਦੇ ਵਿੱਚ ਹੈ ਉਹਨੂੰ ਨਵਾ, ਬਗਾਨੇ ਨੂੰ ਨਵਾਈ ਜਾਣਾ। ਤਾਂ ਕਹਿੰਦੇ ਨੇ ਸੁਣਿਆ ਮੰਨਿਆ, ਸੁਣ ਕੇ ਉਹਨੂੰ ਮਨ 'ਚ ਵਸਾ ਕੇ ਪਿਆਰ ਦੁਆਰਾ ਜਦੋਂ ਚੱਲੋਗੇ, ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਹਿੰਦੇ ਜਿੰਨੇ ਵੀ ਗੁਣ ਨੇ, ਚੰਗਿਆਈਆਂ ਨੇ, ਇਹ ਸਾਰੀਆਂ ਹੀ ਮਾਲਕ ਦੀਆਂ ਨੇ, ਸਾਡੀ ਤਾਂ ਚੰਗਿਆਈ ਹੈ ਹੀ ਨਹੀਂ, ਇਹ ਤਾਂ ਉਹਦੀਆਂ ਚੰਗਿਆਈਆਂ ਦੁਆਰਾ ਅਸੀਂ ਪਲਦੇ ਪਏ ਹਾਂ, ਸਾਨੂੰ ਇੰਨਾ ਕੁਛ ਦੇ ਕੇ ਵੀ ਉਹ ਪੁੱਛਦਾ ਨਹੀਂ ਪਿਆ। ਤੇ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਜਦੋਂ ਇਸ ਭਾਵਨਾ ਦੇ ਵਿੱਚ ਆ ਜਾਏਗਾ, ਹੁਣ ਤਾਂ ਅਸੀਂ ਕਹਿੰਦੇ ਸਾਡੇ ਗੁਣ ਨੇ, ਮੇਰੇ ਗੁਣਾਂ ਦੁਆਰਾ ਆਪ ਦੇਖੋ ਜੀ ਆਹ ਕੰਮ ਹੋ ਰਿਹਾ, ਮੇਰੇ ਗੁਣਾਂ ਦੁਆਰਾ ਗ੍ਰਸਤ ਚੱਲ ਰਹੀ ਹੈ, ਮੇਰੇ ਗੁਣਾਂ ਦੁਆਰਾ ਵਪਾਰ ਚੱਲ ਰਿਹਾ। ਤੇ ਉਹ ਕਹਿੰਦੇ ਤੇਰੇ ਗੁਣਾਂ ਦੁਆਰਾ ਨਹੀਂ, ਇਹ ਮਾਲਕ ਦੇ ਗੁਣ ਨੇ ਜਿਹੜੇ ਉਹਨੇ ਤੈਨੂੰ ਦਿੱਤੇ ਨੇ ਮਿਹਰ ਕਰਕੇ। ਤੇ ਜਿੰਨੀ ਦੇਰ ਤੱਕ ਤੂੰ ਇਹ ਮਾਲਕ ਦੇ ਗੁਣ ਨਹੀਂ ਗਾਉਂਦਾ, ਤੇਰੀ ਭਗਤੀ ਸ਼ੁਰੂ ਨਹੀਂ ਹੋਣੀ। ਸਮਝ ਆ ਗਈ ਨਾ? ਗੁਣ ਤਾਂ ਮਾਲਕ ਦੇ ਨੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਇਸ ਚੀਜ਼ ਨੂੰ ਸਮਝ ਕੇ
ਫਿਰ ਉਹਦੇ ਗੁਣ ਗਾ, ਫਿਰ ਭਗਤ ਸ਼ੁਰੂ ਹੋਵੇਗੀ। ਕਿਉਂਕਿ ਜਦੋਂ ਆਪਾਂ ਮਾਲਕ ਦੇ ਗੁਣ ਗਾਉਂਦੇ ਆ, ਸਾਡੇ ਮਨ ਤੋਂ ਉੱਪਰੋਂ ਉਹ ਮੈਲ ਉਤਰਦੀ ਹੈ। ਮੈਲ ਉਤਰਨ ਤੇ ਮਨ ਨਿਰਮਲ ਹੁੰਦਾ ਹੈ, ਫਿਰ ਉਹ ਸ਼ਬਦ ਸਹਿਜ ਧੁਨ ਦੇ ਨਾਲ ਜੁੜਦਾ ਹੈ। ਜਿੰਨੀ ਦੇਰ ਤੱਕ ਆਪਾ ਹੈ, ਜਿੰਨੀ ਦੇਰ ਤੱਕ ਸਾਡੇ ਮਨ ਤੇ ਮੈਲ ਹੈ, ਬੇਸ਼ੱਕ ਅਸੀਂ ਉਹ ਅਨਹਦ ਬਾਣੀ ਤੱਕ ਪਹੁੰਚ ਵੀ ਜਾਈਏ ਤੇ ਸਾਡਾ ਮਨ ਉਹਦੇ ਨਾਲ ਜੁੜੇਗਾ ਨਹੀਂ, ਸਾਡੀ ਟੁੱਟੀ ਨਹੀਂ ਗੰਢੀ ਜਾਵੇਗੀ। ਸਿਰਫ ਸੁਣਨ ਤੱਕ ਰਹਿ ਜਾਾਂਗੇ, ਮਨ 'ਚ ਨਹੀਂ ਵਸੇਗਾ ਸ਼ਬਦ, ਨਾ ਅਸੀਂ ਸ਼ਬਦ ਦੇ ਵਿੱਚ ਵਾਸ ਕਰਾਂਗੇ। ਸੋ ਸ਼ਬਦ ਚੱਲਣ ਤੱਕ ਜਾਂ ਅਵਸਥਾ ਤੱਕ ਨਹੀਂ ਹੁੰਦਾ। ਸ਼ਬਦ ਨੂੰ ਮਨ ਦੇ ਵਿੱਚ ਵਸਾਉਣਾ ਹੈ, ਸੱਚ ਨੂੰ ਧਿਆਉਣਾ ਹੈ, ਉਹਦੇ ਵਿੱਚ ਸੁਣ ਕੇ ਸੇਵਾ ਕਰਕੇ। ਇਹ ਤਾਂ ਇੱਕ ਸੇਵਾ ਹੈ ਸ਼ਬਦ ਨੂੰ ਸੁਣਨਾ, ਇਹ ਤਾਂ ਇੱਕ ਸੇਵਾ ਹੈ ਸੱਚ ਨੂੰ ਦੇਖਣਾ। ਪਰ ਜੇ ਸੇਵਾ ਕਰਦੇ ਹੋਏ ਹਉਮੈ ਕਮਾਈ ਗਈ ਤਾਂ ਮਹਾਰਾਜ ਜੀ ਕਹਿੰਦੇ ਨੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟਕੀ, ਨਿਹਫਲ ਭਈ ਸਭ ਸੇਵਾ। ਚਾਹੇ ਜੋ ਮਰਜ਼ੀ ਸੇਵਾ ਕੀਤੀ ਹੈ, ਚਾਹੇ ਸਭ ਸੇਵਾ ਦੇ ਵਿੱਚ, ਚਾਹੇ ਜੈਸਾ ਸੰਜਮ ਕਮਾਇਆ, ਚਾਹੇ ਨੇਤਰਾਂ ਦੁਆਰਾ ਕੀਤੀ, ਚਾਹੇ ਸੁਣ ਕੇ ਕੀਤੀ, ਜੇ ਕਾਮ ਕਰੋ ਲੋਭ ਮੋਹ ਹੰਕਾਰ ਹੀ ਨਹੀਂ ਖਤਮ ਹੋਇਆ ਤੇ ਤੇਰੀ ਸਾਰੀ ਨਿੰਦਾ ਕਰ ਕਰਕੇ ਜਿਹੜੀ ਤੂੰ ਗਵਾ ਕੇ ਸਾਰੀ ਸੇਵਾ ਤੇਰੀ ਬਿਰਥੀ ਹੈ। ਮਨ ਤਾਂ ਸਾਫ਼ ਨਹੀਂ ਹੋਇਆ। ਸੇਵਾ ਕਰਕੇ ਮਨ ਸਾਫ਼ ਕਰਨਾ ਸੀ, ਜਿਹਨੂੰ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਹੀਂ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਨਹੀਂ ਕਾਮੀ ਤਾਂ ਹੋਇਆ ਨਹੀਂ, ਤਾਂ ਮਹਾਰਾਜ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਮਾਲਕ ਦੇ ਜਦੋਂ ਹੁਣ ਆਪਾਂ ਦੇਖੋ ਮਾਲਕ ਦੇ ਗੁਣ ਕਰਦੇ ਹਾਂ, ਮਾਲਕ ਦੇ ਗੁਣ ਕਰਕੇ ਜਦੋਂ ਆਪਾਂ ਆਪਦੇ ਕੰਨਾਂ ਦੁਆਰਾ ਸੁਣਦੇ ਹਾਂ, ਸੰਗਤ ਨੂੰ ਸੁਣਾਉਂਦੇ ਹਾਂ, ਫਿਰ ਇਹਨਾਂ ਨੂੰ ਆਪਾਂ ਮਨ 'ਚ ਵਸਾਉਂਦੇ ਹਾਂ, ਫਿਰ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੇ ਮਨ ਦੀ ਹਉਮੈ ਟੁੱਟਦੀ ਹੈ। ਇਸ ਕਰਕੇ ਕਥਾ ਵਿਚਾਰ ਕਰਨੀ ਤੇ ਸੁਣਨੀ ਬਹੁਤ ਜ਼ਰੂਰੀ ਹੈ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਜਿੰਨੀ ਵੀ ਮਾਇਆ ਹੈ, ਜਿੰਨੀਆਂ ਵੀ ਪਸਾਰਾ ਹੈ, ਜਿੰਨਾ ਵੀ ਨਾਮ ਦਾ ਹੈ, ਇਹ ਸਾਰਾ ਹੀ ਕਹਿੰਦੇ ਤੁਹਾਡਾ ਹੈ। ਤੂੰ ਹਮੇਸ਼ਾ ਚਾਓ ਦੇ ਵਿੱਚ ਹੈ, ਨਵਾਂ ਨਕੋਰ ਹੈ। ਬਾਕੀ ਹਰ ਇੱਕ ਚੀਜ਼ ਜਨਮ ਮਰਨ ਦੇ ਵਿੱਚ ਹੈ, ਬਾਕੀ ਹਰ ਇੱਕ ਚੀਜ਼ ਮੈਲੀ ਹੈ। ਤੂੰ ਸਾਰਾ ਚੀਜ਼ ਨੂੰ ਬਣਾ ਕੇ ਵੀ ਚਾਓ ਦੇ ਵਿੱਚ ਹੈ, ਸੋਹਣਾ ਹੈ, ਪਰ ਇਹ ਸਾਰੇ ਮੈਲੇ ਨੇ। ਕਹਿੰਦੇ ਅਸਚਰਜ ਹੈ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਹਿੰਦੇ ਉਹ ਵੇਲਾ ਕਿਹੜਾ ਸੀ, ਉਹ ਵਕਤ ਕਿਹੜਾ ਸੀ, ਉਹ ਥਿਤੀ ਤਰੀਕ ਕਿਹੜੀ ਸੀ, ਉਹ ਦਿਨ ਕਿਹੜਾ ਸੀ। ਕਵਣ ਸੁਰੂਤੀ ਮਹਾ ਕਵਣ ਜਿਤ ਹੋ ਆਕਾਰ। ਉਹ ਰੁੱਤ ਕਿਹੜੀ ਸੀ, ਉਹ ਮਾਹ ਕਿਹੜਾ ਸੀ ਜਦੋਂ ਇਹ ਸਾਰਾ ਆਕਾਰ ਹੋਇਆ। ਵੇਲ ਨਾ ਪਾਈਆ ਪੰਡਤੀ ਜੈ ਹੋਵੇ ਲੇਖ ਪੁਰਾਣ। ਕਹਿੰਦੇ ਪੰਡਤ ਇੱਕ ਮਨਮੁਖ ਨੂੰ ਇੱਥੇ ਲਹਿਜਾ ਕੀਤਾ ਗਿਆ, ਜਾਂ ਕਿਸੇ ਸਪੈਸ਼ਲ ਤਬਕੇ ਲਈ ਨਹੀਂ ਕਿਹਾ। ਜਿਹੜਾ ਹੰਕਾਰੀ ਮਨਮੁਖ ਗਿਆਨਵਾਨ ਹੁੰਦਾ ਉਹਨੂੰ ਪੰਡਤ ਕਹਿੰਦੇ ਆਪਾਂ। ਕਹਿੰਦੇ ਚਾਹੇ ਜਿੰਨੇ ਮਰਜ਼ੀ ਪੁਰਾਣ ਸੋਧ ਲਓ, ਵੇਲਾ ਨਹੀਂ ਕੋਈ ਲੱਭ ਸਕਦਾ। ਥਿਤ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ। ਨਾ ਕਾਜੀ ਇਹਦਾ ਭੇਦ ਬੁੱਝ ਸਕਦੇ ਆ, ਨਾ ਥਿੱਤੀ ਕੋਈ ਬੁੱਝ ਸਕਦਾ, ਨਾ ਵਾਰ ਬੁੱਝ ਸਕਦਾ, ਨਾ ਰੁੱਤ ਨਾ ਮਾਂ। ਜਾ ਕਰਤਾ ਸੀਠੀ ਕੋ ਸਾਜੇ ਆਪੇ ਜਾਣੇ ਸੋਈ। ਕਿਉਂਕਿ ਜਦੋਂ ਉਹਨੇ ਸਾਜੀ ਸੀ, ਕਹਿੰਦੇ ਉਦੋਂ ਕੋਈ ਦੂਜਾ ਹੈ ਹੀ ਨਹੀਂ ਸੀ, ਉਦੋਂ ਹੈਗਾ ਹੀ ਉਹ ਆਪ ਕੱਲਾ ਸੀ। ਤੇ ਫਿਰ ਦੂਜੇ ਨੂੰ ਕੀ ਪਤਾ ਵੀ ਉਹਨੇ ਕੀ ਕੀਤਾ। ਜਦੋਂ ਥਾਟ ਕੀ ਆ ਬਹਿ ਕਰਤੇ ਆਪੇ, ਤਦੋਂ ਸੋਚਣਾ, ਤਦੋਂ ਪੁੱਛਣਾ ਸੇਵਕ ਥੀ ਆ। ਕਹਿੰਦੇ ਜਦੋਂ ਥਾਟ ਇਹ ਸਾਰਾ ਪਸਾਰਾ ਬਣਾਇਆ ਸੀ, ਉਦੋਂ ਉਹਨੇ ਕਿਸੇ ਤੋਂ ਪੁੱਛਿਆ ਥੋੜੀ ਨਾ ਸੀ, ਉਦੋਂ ਤਾਂ ਹੈਗਾ ਹੀ ਉਹ ਇੱਕ ਸੀ, ਅਨੇਕਤਾ ਦੇ ਵਿੱਚ ਆਇਆ ਹੀ ਨਹੀਂ ਸੀਗਾ। ਤੇ ਫਿਰ ਸਾਨੂੰ ਕੀ ਪਤਾ, ਨਾ ਪੰਡਤਾਂ ਨੂੰ ਪਤਾ, ਨਾ ਕਾਜ਼ੀਆਂ ਨੂੰ ਪਤਾ, ਨਾ ਸਿੱਖਾਂ ਨੂੰ ਪਤਾ, ਨਾ ਗਿਆਨੀਆਂ ਨੂੰ ਪਤਾ, ਨਾ ਧਿਆਨੀਆਂ ਨੂੰ ਪਤਾ, ਨਾ ਜੋਗੀਆਂ ਨੂੰ ਪਤਾ, ਨਾ ਬ੍ਰਹਮ ਗਿਆਨੀਆਂ ਨੂੰ ਪਤਾ। ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ, ਇਹ ਤਾਂ ਪਤਾ ਹੀ ਉਹਨੂੰ ਆਪ ਹੈ। ਜਾ ਕਰਤਾ ਸਿਰਠੀ ਕੋ ਸਾਜੇ, ਜਦੋਂ ਸਾਜਿਆ ਹੀ ਉਹਨੇ ਆਪ ਸੀ, ਉਹਨੂੰ ਹੀ ਪਤਾ ਹੈ ਕਿ ਆਕਾਰ ਇਹ ਕਦੋਂ ਹੋਇਆ। ਫਿਰ ਕਹਿੰਦੇ ਕਿਉਂ ਕਰ ਆਖਾਂ ਕਿਉਂ ਸਲਾਹੀ, ਕਿਉਂ ਵਰਨੀ ਕਿਵੇਂ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ। ਹੁਣ ਕਹਿੰਦੇ ਕਿਸ ਤਰੀਕੇ ਆਪ ਜੀ ਦੀ ਉਸਤਤ ਕੀਤੀ ਜਾਵੇ। ਤੇਰੀ ਉਸਤਤ ਤਾਂ ਹਰ ਇੱਕ ਦੁਨੀਆ ਦਾ ਜੀਵ ਕਰੀ ਜਾ ਰਿਹਾ ਹੈ। ਕੋਈ ਮਾਇਆ ਕਰਕੇ ਤੈਨੂੰ ਸੋਹਣਾ ਕਹੀ ਜਾ ਰਿਹਾ ਹੈ, ਕੋਈ ਮਾਇਆ ਦੇ ਰੂਪ ਵਿੱਚ ਤੈਨੂੰ ਸਲਾਹ ਰਿਹਾ ਹੈ, ਕੋਈ ਸਿੱਧੇ ਰੂਪ ਵਿੱਚ ਤੈਨੂੰ ਸਲਾਹ ਰਿਹਾ। ਸਿਫਤ ਤਾਂ ਤੇਰੀ ਹੋ ਹੀ ਨਹੀਂ ਸਕਦੀ। ਕਹਿਣ ਦਾ ਮਤਲਬ ਸਿਫਤ ਦਾ ਕੋਈ ਇੱਕ ਐਂਡ ਨਹੀਂ ਹੈਗਾ, ਮਾਲਕ ਦਾ ਕੋਈ ਇੱਕ ਐਂਡ ਨਹੀਂ ਹੈਗਾ। ਜਿੱਥੋਂ ਸ਼ੁਰੂ ਕਰ ਲਓ ਉੱਥੋਂ ਹੀ ਸ਼ੁਰੂ ਹੋ ਜਾਂਦਾ, ਜਿੱਥੇ ਖਤਮ ਕਰ ਲਓ ਉੱਥੇ ਖਤਮ ਹੋ ਜਾਂਦਾ ਹੈ। ਪਰ ਇੱਕ ਪ੍ਰੋਪਰ ਇੱਕ ਬੰਨਾ ਤ੍ਰੈਗੁਣ ਦਾ ਖਤਮ ਹੁੰਦੇ ਨੇ, ਤ੍ਰੈਗੁਣ ਦੀ ਹੱਦਬੰਦੀ ਹੈਗੀ ਏ, ਪਰ ਮਾਲਕ ਦੀ ਚੌਥੇ ਪਦ ਦੀ ਹੱਦਬੰਦੀ ਨਹੀਂ ਹੈਗੀ। ਤ੍ਰੈਗੁਣ ਤਾਂ ਇੱਕ ਜਗ੍ਹਾ ਤੇ ਜਾ ਕੇ ਸਮਾ ਜਾਂਦੇ ਨੇ, ਪਰ ਮਾਲਕ ਨਹੀਂ ਸਮਾਉਂਦਾ ਕਿਤੇ ਵੀ। ਮਾਲਕ ਆਪ ਦੇ ਵਿੱਚ ਆਪ ਸਮਾਇਆ ਹੋਇਆ, ਉਹ ਅਨਾਹਦ ਹੈ। ਫਿਰ ਕਹਿੰਦੇ ਕੀ ਤੇਰੀ ਸਿਫਤ ਕੀਤੀ ਜਾਵੇ। ਫਿਰ ਮਹਾਰਾਜ ਕਹਿੰਦੇ ਨੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕਹਿੰਦੇ ਕਹਿ ਕੇ ਤਾਂ ਤੇਰੀ ਸੋਭਾ ਹੀ ਨਹੀਂ ਹੋ ਸਕਦੀ।
ਫਿਰ ਕਹਿੰਦੇ ਸਿਰਫ ਗੁਰਮੁਖਾਂ ਨੂੰ ਕਹਿੰਦੇ ਨੇ ਸਿਰਫ ਦੇਖੀ ਜਾਓ, ਦੇਖਾ ਹੀ ਪ੍ਰਵਾਨ, ਦੇਖ ਦੇਖ ਕੇ ਹੀ ਪ੍ਰਵਾਨ ਕੀ ਲਓ। ਆ ਸੱਚ ਜਿਹੜੀ ਜੋਤ ਪ੍ਰਗਟ ਹੋ ਜਾਂਦੀ ਨਾ ਗੁਰਮੁਖਾਂ ਦੇ ਬਾਹਰ ਅੰਦਰ, ਇਹਨੂੰ ਕਹਿੰਦੇ ਦੇਖੀ ਜਾਓ। ਹੁਣ ਜਿਨ੍ਹਾਂ ਨੂੰ ਜੋਤ ਨਹੀਂ ਦਿਖਦੀ ਉਹ ਨਾਮ ਸੁਣਨ, ਸ਼ਬਦ ਸੁਣਨ, ਜਿਹਨੂੰ ਸ਼ਬਦ ਨਹੀਂ ਸੁਣਦਾ ਉਹ ਗੁਰਮੰਤਰ ਕਰਨ। ਸਾਰੇ ਮਿਲ ਕੇ ਜਦੋਂ ਆਪਾਂ ਸੇਵਾ ਕਰਾਂਗੇ, ਬੋਲ ਕੇ, ਸੁਣ ਕੇ, ਵੇਖ ਕੇ, ਫਿਰ ਮਨ 'ਚ ਟਿਕਾਓ ਆਏਗਾ, ਕਿਉਂਕਿ ਸੇਵਾ ਕਰਕੇ ਆਪਾਂ ਮਨ ਦੀ ਹਉਮੈ ਉਤਾਰਨੀ ਆ, ਹਉਮੈ ਨਹੀਂ ਲੈਣੀ। ਇਹ ਨਹੀਂ ਕਹਿਣਾ ਮੇਰੀ ਇੰਨੀ ਅਵਸਥਾ ਹੈ, ਮੇਰਾ ਆਹ ਚੀਜ਼ ਹੈ। ਇਹ ਆਪਾਂ ਪਹਿਲਾਂ ਵੀ ਇੱਕ ਦਿਨ ਅੱਧੇ ਘੰਟੇ ਦੀ ਉਹ ਕਲਿੱਪ ਪਾਈ ਸੀ, ਉਹਦੇ ਵਿੱਚ ਸਮਝਾਇਆ ਸੀਗਾ ਕਿ ਜਿਹੜੀ ਹੈ ਅਵਸਥਾ ਕਿਰਪਾ ਮਾਲਕ ਕਰ ਦਿੰਦਾ। ਅਕਾਲ ਪੁਰਖ ਕਿਰਪਾ ਕਰਕੇ ਉੱਥੋਂ ਤੱਕ ਲੈ ਜਾਂਦੇ ਨੇ, ਸਾਧੂਆਂ ਦੀ ਸੰਗਤ ਵਿੱਚ ਜਾ ਕੇ ਸ਼ਬਦ ਵੀ ਚੱਲ ਜਾਂਦੇ ਨੇ, ਜੁਗਤੀਆਂ ਦੁਆਰਾ ਖੇਲ ਨਿਕਲ ਜਾਂਦਾ ਹੈ। ਪਰ ਗੱਲ ਹੈ ਹਉਮੈ ਨੂੰ ਖਤਮ ਕਰਨ ਦੀ। ਜੇ ਹਉਮੈ ਹੀ ਨਹੀਂ ਖਤਮ ਹੋਈ ਤੇ ਫਿਰ ਕੋਈ ਮਰਜ਼ੀ ਸੇਵਾ ਕੀਤੀ ਹੈ, ਕੋਈ ਮਰਜ਼ੀ ਕਿਰਪਾ ਹੈ, ਉਹ ਤੇ ਇੱਕ ਤ੍ਰੈਗੁਣ ਬਣ ਕੇ ਰਹਿ ਜਾਂਦੀ ਹੈ। ਅਸੀਂ ਇਹ ਸ਼ਬਦਾਂ ਦੁਆਰਾ, ਇਹ ਰਸ ਦੁਆਰਾ ਮਨ ਨੂੰ ਭੇਂ ਕੇ, ਇਹਨੂੰ ਭਿੱਜ ਕੇ ਮਨ ਨੇ ਨਿਰਮਲ ਹੋ ਕੇ ਅਕਾਲ ਪੁਰਖ ਤੱਕ ਪਹੁੰਚਣਾ ਹੈ, ਪ੍ਰਵਾਨ ਹੋਣਾ। ਤੇ ਮਹਾਰਾਜ ਕਹਿੰਦੇ ਆ ਅਜੇ ਸੋ ਨਾਉ ਸਮੁੰਦਰ ਮੇ ਕਿਆ ਜਾਣੋ ਕਿਆ ਹੋਏ। ਜਿੰਨੀ ਦੇਰ ਤੱਕ ਸਵਾਸ ਨਹੀਂ ਖਤਮ ਹੁੰਦੇ, ਚਾਹੇ ਤੇਰੀ ਜੋ ਮਰਜ਼ੀ ਅਵਸਥਾ ਹੈ, ਇਹ ਅਜੇ ਨਾਵ ਸਮੁੰਦਰ 'ਚ ਹੀ ਹੈ। ਇਹ ਸਰੀਰ ਨੂੰ ਸਮੁੰਦਰ ਕਹਿ ਦਿੱਤਾ ਹੈ। ਜਦੋਂ ਅਖੀਰ ਸਮੇਂ ਤੇ ਗੰਢ ਖੁੱਲਣੀ ਹੈ, ਖੇਲ ਤਾਂ ਉਦੋਂ ਜਿੱਤਿਆ ਜਾਣਾ ਪੂਰਾ। ਇਹ ਤਾਂ ਰੋਜ਼ ਆਪਾਂ ਜਿੱਤ ਕੇ ਘਰ ਚਲੇ ਜਾਂਦੇ ਹਾਂ, ਸਵੇਰੇ ਆਉਣ ਤੇ ਫਿਰ ਪਰਚਾ ਪੈਂਦਾ, ਫਿਰ ਕਾਲ ਖੇਲ ਸ਼ੁਰੂ ਕਰਦਾ। ਸੋ ਇਹ ਤਾਂ ਜਿੰਨੀ ਦੇਰ ਤੱਕ ਸਵਾਸ ਨਹੀਂ ਖਤਮ ਹੁੰਦੇ, ਉਨੀ ਦੇਰ ਤੱਕ ਤਾਂ ਆਪਾਂ ਪੂਰੇ ਹੋ ਹੀ ਨਹੀਂ ਸਕਦੇ। ਉਹ ਪੂਰਾ ਉਹ ਹੁੰਦਾ ਜਿਹੜਾ ਮਰ ਕੇ ਵਿੱਚ ਸਮਾ ਗਿਆ। ਇੱਕ ਤਾਂ ਮਨ ਕਰਕੇ ਮਰ ਗਿਆ, ਫਿਰ ਤਨ ਕਰਕੇ ਵੀ ਜਦੋਂ ਸਵਾਸਾਂ ਦੀ ਗੰਢ ਖਤਮ ਹੋਈ ਵਿੱਚ ਸਮਾ ਗਿਆ, ਉਹ ਪੂਰਾ ਹੋ ਜਾਂਦਾ ਹੈ। ਤਾਂ ਕਹਿੰਦੇ ਨੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਵੱਡਾ ਹੀ ਉਹ ਸਾਹਿਬ ਹੈ, ਉਹਦਾ ਨਾਮ ਵੀ ਸਭ ਤੋਂ ਵੱਡਾ ਹੈ, ਤੇ ਕੀਤਾ ਉਹਦਾ ਹੁੰਦਾ ਹੈ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਾ ਸੋ ਹੈ। ਜੇ ਕਹਿੰਦੇ ਜੇ ਕੋਈ ਆਪਾ ਜਣਾਊਗਾ ਕਿ ਮੈਂ ਇਹ ਕਰ ਰਿਹਾ, ਜਾਂ ਮੇਰੇ ਕਰਕੇ ਕੋਈ ਧਰਮ ਚੱਲਦਾ ਹੈ, ਜਾਂ ਮੇਰੇ ਕਰਕੇ ਕੋਈ ਪ੍ਰਚਾਰ ਚੱਲਦਾ ਹੈ, ਜਾਂ ਮੇਰੇ ਕਰਕੇ ਕੋਈ ਸਤੋਗੁਣ ਤ੍ਰੈਗੁਣ ਦੇ ਵਿੱਚ ਕਰਮ ਚੱਲਦਾ ਪਿਆ, ਜਾਂ ਮੇਰੇ ਕਰਕੇ ਕੋਈ ਸਿੱਖ ਲੈ ਰਹੇ ਨੇ, ਜਾਂ ਮੈਂ ਤਾਰ ਰਿਹਾ, ਜਾਂ ਮੇਰੇ ਕਰਕੇ ਕੋਈ ਪੈਸੇ ਧੇਲੇ ਦਾ ਕੰਮ ਚੱਲਦਾ ਹੈ, ਤੇ ਕਹਿੰਦੇ ਫਿਰ ਅੱਗੇ ਗਿਆ ਨਾ ਸੋ ਹੈ। ਫਿਰ ਦਰਗਾਹ ਤੇ ਪ੍ਰਵਾਨਗੀ ਨਹੀਂ ਹੈਗੀ। ਜਦੋਂ ਆਪਾ ਜਣਾਉਣ ਲੱਗ ਗਿਆ ਤੋਂ ਬਈ ਮੇਰੇ ਕਰਕੇ ਆ ਹੈ, ਫਿਰ ਪ੍ਰਵਾਨਗੀ ਨਹੀਂ ਹੈਗੀ ਦਰਗਾਹ ਦੇ ਵਿੱਚ। ਤੂੰ ਤਾਂ ਹੈ ਹੀ ਨਹੀਂ ਕੁਝ ਵੀ, ਤੇ ਫਿਰ ਤੂੰ ਕੀ ਆ ਉਹ ਲੱਭ। ਫਿਰ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼। ਇਹ ਬ੍ਰਹਿਮੰਡ ਦੀ ਆ ਗਿਆ ਵੀ ਬਹੁਤ ਜ਼ਿਆਦਾ ਪਤਾਲ ਨੇ, ਪਤਾਲਾਂ ਚੋਂ ਪਤਾਲ ਨੇ, ਆਕਾਸ਼ਾਂ ਚੋਂ ਆਕਾਸ਼ ਨੇ। ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਿਤਾਬਾਂ ਅਸਲੋ ਇੱਕ ਤਾਤ। ਕਹਿੰਦੇ ਇਹ ਪਸਾਰੇ ਨੂੰ ਕੀ ਦੇਖ ਰਹੇ ਹੋ, ਇਹ ਤਾਂ ਬਹੁਤ ਜ਼ਿਆਦਾ ਨੇ। ਵੇਦਾਂ ਦੇ ਵਿੱਚ ਜੇ ਗਿਆਨ ਹੀ ਲੱਭੀ ਜਾਓਗੇ ਤੇ ਗਿਆਨ ਤਾਂ ਜਿੰਨਾ ਮਰਜ਼ੀ ਕਰ ਲਓ, ਅਸਲੂ ਇੱਕ ਧਾਤ। ਸਹਿਸ 18 ਕਹਿਣ ਕਿਤਾਬਾਂ ਅਸਲੂ ਇੱਕ ਧਾਤ। ਉਹ ਇੱਕ ਨੂੰ ਲੱਭੋ ਜਿਹਦੇ ਵਿੱਚੋਂ ਇਹ ਧਾਤ ਪ੍ਰਗਟ ਹੋਈ ਹੈ, ਜਿਹਦੇ ਵਿੱਚੋਂ ਪਤਾਲ ਆਕਾਸ਼ ਬ੍ਰਹਿਮੰਡੇ ਪ੍ਰਗਟ ਹੋਏ ਨੇ, ਉਹ ਇੱਕ ਨੂੰ ਲੱਭੋ। ਲੇਖਾ ਹੋਏ ਤਾਂ ਲਿਖੀਆ ਲੇਖੇ ਹੋਏ ਬਣਾ। ਹੁਣ ਮਾਲਕ ਲੇਖੇ ਵਿੱਚ ਨਹੀਂ ਆਉਂਦਾ। ਜੇ ਲੇਖਾ ਹੋਵੇ ਜਾਂ ਉਹਦੀ ਕੋਈ ਕਲਮ ਬਣਾਈ ਹੋਵੇ ਵੀ ਜਿਹਦੇ ਬਾਰੇ ਉਹਦੇ ਬਾਰੇ ਲਿਖ ਕੇ ਸਾਨੂੰ ਪ੍ਰਾਪਤੀ ਹੋ ਜਾਵੇ, ਤੇ ਕਹਿੰਦੇ ਲੇਖਾ ਤਾਂ ਖਤਮ ਹੋਣਾ। ਉਹ ਮਾਲਕ ਲੇਖੇ ਜੋਖੇ ਤੋਂ ਬਾਹਰ ਹੈ। ਤੇ ਫਿਰ ਮਹਾਰਾਜ ਕੀ ਕਹਿੰਦੇ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਇਹ ਉਹ ਵੱਡੇ ਦੀ ਸਿਫਤ ਕਰੋ, ਉਸ ਵੱਡੇ ਦੀ ਪਹਿਚਾਣ ਕਰੋ। ਜਦੋਂ ਤੁਸੀਂ ਉਹਦੇ ਵਿੱਚ ਧਿਆਨ ਲਾਓਗੇ, ਫਿਰ ਉੱਥੇ ਤੁਹਾਡਾ ਗਿਆਨ ਖਤਮ ਹੋ ਜਾਂਦਾ। ਜਦੋਂ ਸੱਚ ਵਿੱਚ ਧਿਆਨ ਲਾਉਣਾ ਹੁੰਦਾ ਹੈ, ਗਿਆਨ ਨੂੰ ਛੱਡ ਕੇ ਧਿਆਨ ਲੱਗਦਾ। ਜੇ ਆਪਾਂ ਜੋਤ ਵਿੱਚ ਧਿਆਨ ਵੀ ਲਾਈ ਜਾਵਾਂਗੇ, ਉਧਰੋਂ ਗਿਆਨ ਕਰਾਂਗੇ, ਤੇ ਫਿਰ ਜੋਤ ਦੀ ਸੇਵਾ ਨਹੀਂ ਹੁੰਦੀ, ਧਿਆਨ ਨਹੀਂ ਲੱਗਦਾ। ਆਪਾ ਛੱਡ ਕੇ, ਗਿਆਨ ਛੱਡ ਕੇ ਸੱਚ ਵਿੱਚ ਧਿਆਨ ਲੱਗਦਾ। ਆਪਾ ਛੱਡ ਕੇ ਹੀ ਸ਼ਬਦ ਵਿੱਚ ਧਿਆਨ ਲੱਗਦਾ। ਆਪਾ ਛੱਡ ਕੇ ਹੀ ਗੁਰਮੰਤਰ ਦੇ ਵਿੱਚ ਧਿਆਨ ਲੱਗਦਾ। ਮਾਲਕ ਨੇ ਧਿਆਨ ਦੁਆਰਾ ਮਿਲਣਾ ਹੈ। ਹਰ ਇੱਕ ਚੀਜ਼ ਦੀ ਧਿਆਨ ਦੁਆਰਾ ਹੀ ਸੇਵਾ ਹੁੰਦੀ ਹੈ। ਤ੍ਰੈਗੁਣ ਦੀ ਵੀ ਧਿਆਨ ਦੁਆਰਾ ਹੈ, ਤ੍ਰੈਗੁਣ ਕਰਮ ਦੇ ਵਿੱਚ ਪਲਟ ਦਿਓ। ਤੇ ਮਾਲਕ ਦੀ ਸੇਵਾ ਵੀ ਧਿਆਨ ਦੁਆਰਾ ਹੈ। ਗੁਰਮੰਤਰ 'ਚ ਵੀ ਧਿਆਨ ਲੱਗੇਗਾ, ਸ਼ਬਦ 'ਚ ਵੀ ਧਿਆਨ ਲੱਗੇਗਾ, ਜੋਤ 'ਚ ਵੀ ਧਿਆਨ ਲੱਗੇਗਾ, ਗੁਰਬਾਣੀ 'ਚ ਵੀ ਧਿਆਨ ਲੱਗੇਗਾ, ਸੰਗਤ ਵਿੱਚ ਵੀ। ਤੇ ਧਿਆਨ ਦੁਆਰਾ ਹੀ ਖੇਲ ਹੈ, ਤੇ ਮਾਲਕ ਦੀ ਸੇਵਾ ਧਿਆਨ ਦੁਆਰਾ ਹੈ। ਕਹਿੰਦੇ ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ, ਨਦੀਆ ਤੇ ਵਾਹ ਪਵੈ ਸਮੁੰਦ ਨਾ ਜਾਣੀਏ। ਕਹਿੰਦੇ ਜਿੰਨੀਆਂ ਮਰਜ਼ੀ ਆਪਾਂ ਸੁਰਤੀਆਂ ਇਕੱਠੇ ਹੋ ਕੇ ਉਹਨੂੰ ਸਲਾਹੀ ਜਾਈਏ, ਫਿਰ ਵੀ ਉਹਦੀ ਸਿਫਤ ਥੋੜ੍ਹੀ ਹੈ। 1 ਲੱਖ ਬੰਦਾ ਇਕੱਠਾ ਹੋ ਕੇ ਸਲਾਹਣਾ ਕਰ ਲਵੇ, 2 ਲੱਖ ਇਕੱਠਾ ਹੋ ਕੇ ਸਲਾਹਣਾ ਕਰ ਲਵੇ। ਕਹਿੰਦੇ ਆਪਾਂ ਤਾਂ ਇੱਕ ਛੋਟੀਆਂ ਛੋਟੀਆਂ ਨਦੀਆਂ, ਤੇ ਕਹਿੰਦੇ ਜਿਵੇਂ ਅਨੇਕਾਂ ਨਦੀਆਂ ਇੱਕ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੀਆਂ ਨੇ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰੀਕੇ ਅਨੇਕਾਂ ਹੀ, ਅਸੰਖ ਹੀ ਉਹਦੇ ਗੁਰਮੁਖ ਨੇ ਜਿਹੜੇ ਉਹਦੀ ਸਿਫਤ ਕਰ ਕਰਕੇ ਉਹਦੇ ਵਿੱਚ ਸਮਾ ਜਾਂਦੇ ਨੇ, ਫਿਰ ਵੀ ਉਹਦਾ ਅੰਤ ਨਹੀਂ ਪਾ ਸਕਦੇ। ਉਹ ਬੇਅੰਤ ਦਾ ਕੋਈ ਭੇਤ ਨਹੀਂ ਆਉਂਦਾ। ਕਿੰਨਾ ਕੁ ਵੱਡਾ ਹੈ, ਕੀ ਹੈ ਇਹ।
ਸਿਰ ਪਹਿਚਾਣ ਕਰ ਲੈਂਦੇ ਨੇ ਗੁਰਮੁਖ, ਪਰ ਕੀ ਹੈ ਉਹ ਅਸਚਰਜ ਹੈ। ਬਸ ਸਲਾਹੀ ਸਲਾਹ ਇਤੀ ਸੁਰਤ ਨਾ ਪਾਈ ਹੈ। ਜਿੰਨੀ ਮਰਜ਼ੀ ਸਲਾਹਣਾ ਕਰ ਲੋ, ਉਹਦੀ ਵਡਿਆਈ ਕੋਈ ਕਰ ਹੀ ਨਹੀਂ ਸਕਦਾ। ਜਿੰਨੀ ਕਰੋ ਉਨੀ ਥੋੜੀ ਹੈ, ਜਿੰਨੀ ਕਰੋ ਉਨੀ ਤੋਂ, ਜਿੰਨਾ ਨਾਮ ਜਪੋ ਉਨਾ ਹੀ ਥੋੜਾ ਹੈ। ਜਪੀ ਚੱਲੋ। ਨਦੀਆਂ ਤੇ ਵਾ ਪਵੈ ਸਮੁੰਦਰ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕਹਿੰਦੇ ਸਮੁੰਦਰ, ਉਹ ਜਿਹੜਾ ਇਹ ਸਮੁੰਦ ਹੈ ਉਹ ਆਪ ਹੈ, ਮਾਲਕ ਹੈ, ਉਹ ਸੁਲਤਾਨ, ਉਹ ਅਕਾਲ ਪੁਰਖ ਹੈ, ਜਿੰਦੇ ਵਿੱਚ ਗਿਰਹਾ ਸੇਤੀ ਮਾਲ ਧਨ, ਹਰ ਇੱਕ ਚੀਜ਼ ਦਾ ਉਹਦੇ ਵਿੱਚ ਧਨ ਹੈ। ਜਿਹਨੂੰ ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਭਰੇ ਭੰਡਾਰ, ਘਰ ਸਭ ਕਿਛ ਤਿਸਕੇ ਹੈ ਬਲਰਾਮ ਜੀਓ। ਠੀਕ ਹੈ ਨਾ। ਜਿਹਨੂੰ ਮਹਾਰਾਜ ਕਹਿੰਦੇ ਨੇ ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਮਾਲਕ ਦੇ ਘਰ ਕੀ ਨਹੀਂ ਹੈਗਾ? ਨਾਮ ਧਨ ਹੈ, ਅੰਮ੍ਰਿਤ ਰਸ ਦਾ ਧਨ ਹੈ, ਤ੍ਰੈ ਗੁਣ ਵੀ ਉਹਦੇ ਚੋਂ ਨਿਕਲਦੇ ਨੇ, 9 ਨਦੀਆਂ 18 ਸਿੱਧੀਆਂ। ਤਾਂ ਕਹਿੰਦੇ ਨੇ ਉਹ ਸਮੁੰਦ ਉਹ ਆਪ ਹੀ ਹੈ, ਸਾਡੇ ਧਨ ਨਹੀਂ ਹੈਗੇ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਇੱਕ ਜਿਹੜੀ ਕੀੜੀ ਹੈ ਨਾ, ਮਨ ਨੂੰ ਇੱਥੇ ਕੀੜੀ ਕਹਿ ਦਿੱਤਾ ਗਿਆ। ਕੀੜੀ ਦੇ ਵਿੱਚ ਵੀ ਇੱਕ ਮਨ ਹੀ ਹੁੰਦਾ ਨਾ। ਜੇ ਇੱਕ ਮਨ ਉਹਦੇ ਵਿੱਚ ਧਿਆਨ ਲਾ ਲਵੇ ਤੇ ਉਹਦੀ ਮਹਿਮਾ ਗਣੀ ਨਹੀਂ ਜਾ ਸਕਦੀ। ਕਿਣਕਾ ਇੱਕ ਜੇ ਸਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਹਿੰਦੇ ਜੇ ਇੱਕ ਸੱਚ ਦੇ ਵਿੱਚ ਜੇ ਆਪਾਂ ਧਿਆਨ ਲਾ ਲੈਂਦਾ, ਇੱਕ ਕੀੜੀ ਹੋਇਆ ਮਨ ਵੀ ਧਿਆਨ ਲਾ ਲੈਂਦਾ, ਤੇ ਉਹਨੂੰ ਕੋਈ ਤੋਲ ਨਹੀਂ ਸਕਦਾ, ਕਿਉਂਕਿ ਉਹਦਾ ਫੁਰਨਾ ਬੰਦ ਹੋ ਗਿਆ। ਜਦੋਂ ਆਪਾਂ ਸੱਚ 'ਚ ਧਿਆਨ ਲਾ ਦਿੰਦੇ ਹਾਂ, ਸੱਚ ਸਾਡੇ ਪਹਿਰੇ ਤੇ ਆ ਜਾਂਦਾ ਹੈ। ਪਰ ਧਿਆਨ ਉਹਦੇ ਵਿੱਚ ਕਿਸੇ ਵੀ ਅਵਸਥਾ 'ਚ ਲਾਉਣਾ ਹੈ, ਚਾਹੇ ਸ਼ਬਦ ਚਾਹੇ ਸੱਚ 'ਚ, ਗਿਆਨ ਨੂੰ ਛੱਡ ਕੇ ਲਾਉਣਾ ਹੈ। ਕੋਈ ਵੀ ਫੁਰਨਾ ਨਹੀਂ ਲਾਉਣਾ। ਜਿਵੇਂ ਛੋਟਾ ਬੱਚਾ ਹੈ, ਉਹਨੂੰ ਦੇਖਿਆ ਕਰੋ ਕਿਵੇਂ ਉਹ ਇੱਕ ਟਕਟਕੀ ਦੁਆਰਾ ਦੇਖੀ ਜਾਂਦਾ। ਜਿਵੇਂ ਚੰਦਰਮਾ ਨੂੰ ਚਕੋਰ ਦੇਖਦੀ ਹੈ ਨਾ, ਉਹ ਅੱਖ ਵੀ ਨਹੀਂ ਝਪਕਦੀ, ਜਿੱਧਰ ਜਿੱਧਰ ਚੰਦਰਮਾ ਘੁੰਮੀ ਜਾਂਦਾ ਉਧਰ ਉਧਰ ਉਹ ਚਕੋਰ ਦੇਖੀ ਜਾਂਦੀ ਹੈ। ਬਿਲਕੁਲ ਉਹਨੂੰ ਆਪਦਾ ਖਾਣਾ ਪੀਣਾ ਵੀ ਭੁੱਲ ਜਾਂਦਾ, ਇੰਨਾ ਪਿਆਰ ਹੁੰਦਾ ਚੰਦਰਮਾ ਤੇ ਚਕੋਰ ਦਾ। ਤਾਂ ਕਹਿੰਦੇ ਨੇ ਇੱਕ ਗੁਰਮੁਖ ਦੀ ਇੰਨੀ ਅਵਸਥਾ ਬਣ ਜਾਂਦੀ ਹੈ, ਜੇ ਤਿਸ ਮਨੋ ਨਾ ਵਿਸਰੈ, ਜੇ ਮਨੋ ਉਹ ਮਾਲਕ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹ ਗੁਰਮੁਖ ਜਿਹੜਾ ਹੈ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ। ਸਾਰਾ ਹੀ ਬ੍ਰਹਿਮੰਡ, ਜਿਹਨੂੰ ਕਹਿੰਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਸਾਰੀ ਹੀ ਸ਼ਕਤੀ ਉਸ ਗੁਰਮੁਖ ਨੂੰ ਬਖਸ਼ ਦਿੰਦਾ। ਪਰ ਹਾਂ, ਜਿੰਨੀ ਦੇਰ ਤੱਕ ਉਹ ਹੁਕਮ 'ਚ ਹੈ। ਜਿਉਂ ਹੀ ਮਾਲਕ ਦੇ ਵਿੱਚੋਂ ਧਿਆਨ ਕੱਢ ਕੇ ਤ੍ਰੈ ਗੁਣਾ 'ਚ ਲੱਗ ਦਿੱਤਾ, ਫਿਰ ਉਹ ਆਕੀ ਹੋ ਜਾਏਗਾ, ਨਖਾਲਸ ਹੋ ਜਾਏਗਾ। ਇਹ ਉਨੀ ਦੇਰ ਤੱਕ ਖੇਲ ਚੱਲਦਾ ਇੱਕ ਗੁਰਮੁਖ ਦਾ, ਵੀ ਜਿੰਨੀ ਦੇਰ ਤੱਕ ਧਿਆਨ ਤੁਹਾਡਾ ਸੱਚ 'ਚ ਹੈ। ਸੋ ਤਾਂ ਖੇਲ ਹੈ ਵੀ ਇਹ ਤਾਂ ਇੱਕ ਇੱਕ ਸਵਾਸ ਕਰਨਾ। ਹੁਣ ਆਪਾਂ ਕਹਿ ਦਈਏ ਕਿ ਮੈਂ ਸਾਲ ਭਗਤੀ ਕਰ ਲਈ ਹੈ, ਪਰ ਮਾਲਕ ਕਹਿੰਦੇ ਪਏ ਨੇ ਜੇ ਸਾਲ ਵੀ ਕਰ ਲਈਏ ਫਿਰ ਕੀ ਹੈ, ਉਹਦਾ ਕਿਹੜਾ ਤੂੰ ਅੰਤ ਪਾਇਆ ਜਾ ਸਕਦਾ। ਇੱਕ ਹੁਣ ਹੋਰ ਪੁਆਇੰਟ ਨੋਟ ਕਰਨਾ ਹੈ, ਮਾਲਕ ਨੇ ਸਾਨੂੰ ਭਗਤੀ ਬਖਸ਼ ਕੇ ਸਾਡੇ ਤੇ ਤਰਸ ਕੀਤਾ ਹੈ। ਇਹ ਨਾ ਸੋਚੋ ਅਸੀਂ ਅਹਿਸਾਨ ਕਰ ਲਿਆ, ਅਸੀਂ ਅਹਿਸਾਨ ਕਰਦੇ ਪਏ ਹਾਂ ਮਾਲਕ ਤੇ। ਮਾਲਕ ਦੀ ਭਗਤੀ ਕੀਤੀ ਨਹੀਂ ਜਾ ਸਕਦੀ। ਕੀ ਭਗਤੀ ਕਰੋਗੇ? ਉਹਦਾ ਅੰਤ ਹੀ ਨਹੀਂ ਹੈਗਾ। ਇਹ ਤਾਂ ਉਹਨੇ ਸਾਡੇ ਤੇ ਤਰਸ ਕਰਕੇ ਸਾਧੂਆਂ ਰਾਹੀਂ ਸਾਨੂੰ ਇੱਕ ਚੀਜ਼, ਇੱਕ ਖੇਲ ਦੱਸ ਦਿੱਤਾ ਹੈ ਵੀ ਤੁਸੀਂ ਮੈਲੇ ਬਹੁਤ ਹੋ, ਉਵੇਂ ਨਿਕਲ ਨਹੀਂ ਸਕਦੇ, ਬਸ ਤੁਸੀਂ ਮੇਰੇ ਵਿੱਚ ਧਿਆਨ ਲਾਈ ਰੱਖੋ। ਇਹ ਕੋਈ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣਗੇ, ਫਿਰ ਤੁਸੀਂ ਮੇਰੇ ਵਿੱਚ ਸਿੱਧੇ ਡਾਇਰੈਕਟ ਆ ਸਕਦੇ ਹੋ। ਤੇ ਜੇ ਅਸੀਂ ਸਾਲ 2 ਸਾਲ ਧਿਆਨ ਲਾ ਕੇ ਜਦੋਂ ਧਿਆਨ ਲਾਵਾਂਗੇ, ਉਹ ਇੱਕ ਹੈ ਪਾਰਸ, ਉਹ ਤਾਂ ਹੈ ਇੱਕ ਚੰਦਨ। ਜਦੋਂ ਉਹਦੇ ਵਿੱਚ ਖੁਸ਼ਬੂ 'ਚ ਧਿਆਨ ਲਾਵਾਂਗੇ, ਓਬਵੀਅਸ ਆ, ਸਹਿਜ ਹੈ ਕਿ ਸਾਡੇ 'ਚ ਵੀ ਖੁਸ਼ਬੂ ਆਏਗੀ। ਜਦੋਂ ਸਾਲ 2 ਸਾਲ ਧਿਆਨ ਲਾ ਕੇ ਸਾਡੇ 'ਚ ਥੋੜ੍ਹੀ ਜਿਹੀ ਖੁਸ਼ਬੂ ਆਉਣ ਲੱਗੀ, ਅਸੀਂ ਹੰਕਾਰੀ ਹੋ ਗਏ ਵੀ ਲੈ ਮੇਰੇ ਵਰਗਾ ਬੰਦਾ ਹੀ ਨਹੀਂ ਕੋਈ। ਤੇ ਉਹ ਕਹਿੰਦਾ ਚਾਹੇ ਖੁਸ਼ਬੂ ਜਿੰਨੀ ਮਰਜ਼ੀ ਆਈ ਜਾਵੇ, ਇਹ ਨਾ ਦੇਖ ਜਿਹੜੀ ਗੱਲ ਮੈਂ ਪਹਿਲੋਂ ਸਮਝਾਈ ਸੀ, ਧਿਆਨ ਮੇਰੇ 'ਚ ਰੱਖੀ। ਇਹ ਨਾ ਸੋਚ ਅੱਜ ਮੈਂ ਗਿਆਨੀ ਹੋ ਗਿਆ, ਅੱਜ ਮੈਨੂੰ ਧਿਆਨ ਲਾਉਣ ਦੀ ਲੋੜ ਨਹੀਂ, ਅੱਜ ਮੇਰੇ ਪਿੱਛੇ 500-700 ਬੰਦਾ, 1000 ਬੰਦਾ, 2000 ਬੰਦਾ, ਹੁਣ ਮੇਰੇ ਧਿਆਨ ਨਹੀਂ। ਕਹਿੰਦਾ ਵਡਿਆਈ ਵੀ ਵਿੱਚ ਹੀ ਆਊਗੀ, ਰਿੱਧੀਆਂ ਸਿੱਧੀਆਂ ਵੀ ਆਉਣਗੀਆਂ, ਸਾਰੀਆਂ ਖੁਸ਼ਬੂਆਂ ਵੀ ਤੇਰੇ ਤੋਂ ਆਉਣਗੀਆਂ, ਗਿਆਨੀ ਧਿਆਨੀ ਵੀ ਬਣੇਗਾ, ਪਰ ਧਿਆਨ ਨਾ ਮੇਰੇ 'ਚੋਂ ਹਟਾ ਦੀ। ਜਿਹੜੀ ਉਹ ਪਹਿਲੋਂ ਮੈਂ ਗੱਲ ਕਹੀ ਸੀ, ਕਹਿੰਦਾ ਉਹ ਸਮਝ ਕੇ ਰੱਖੀ। ਸਾਧਾਂ ਨੇ ਸਾਨੂੰ ਇੱਕ ਹੀ ਸਮਝਾਇਆ ਕਿ ਧਿਆਨ ਨਾ ਬਦਲੀ ਕਰ ਲਿਆ ਜੇ, ਚਾਹੇ ਇੱਥੇ ਜੋ ਮਰਜ਼ੀ ਹੋ ਜਾਏ, ਚਾਹੇ ਇੱਥੇ ਵਡਿਆਈ ਦੇ ਦੇਵੇ, ਜੇ ਰਾਜ ਦੇ ਤਾਂ ਕਵਣ ਮਡਾਈ, ਜੇ ਭੀਖ ਮੰਗਾਵੇ ਤੇ ਕਿਆ ਘਟ ਜਾਈ। ਇਹ ਚੱਕਰ 'ਚ ਨਾ ਆ ਜਾਇਆ ਜੀ। ਇਹ ਨੋਟ ਕਰ ਲਿਆ ਜੇ ਪੁਆਇੰਟ। ਚਾਹੇ ਸ਼ਬਦ ਸਹਿਜ ਧੁਨ ਦੀ ਕਮਾਈ ਅੰਤ ਨਹੀਂ ਹੈਗਾ, ਜਿੰਨੀ ਮਰਜ਼ੀ ਕਰ ਲਓ। ਤੁਸੀਂ ਸ਼ਬਦ ਨੂੰ 100 ਸਾਲ ਸੁਣ ਲਓ ਲਗਾਤਾਰ, ਜੇ ਤੁਹਾਡੀ ਉਮਰ 100 ਸਾਲ ਆ ਨਾ, ਬਚਪਨ ਤੋਂ ਸ਼ਬਦ 100 ਸਾਲ ਸੁਣ ਲਓ, ਤਾਂ ਵੀ ਸ਼ਬਦ ਦੀ ਕਮਾਈ ਪੂਰੀ ਨਹੀਂ ਹੁੰਦੀ। ਉਹ ਤਾਂ ਸਮਾਉਂਦੇ ਜਾਓਗੇ ਉਹਦੇ 'ਚ। ਚਾਹੇ 10 ਜਾਮੇ ਲੈ ਲਓ, ਚਾਹੇ ਤੁਹਾਡੀ 40 ਯੁੱਗ ਉਮਰ ਹੋ ਜਾਏ, ਤੁਸੀਂ ਸ਼ਬਦ ਨੂੰ ਹੀ ਸੁਣੀ ਜਾਓ। ਉਨੀ ਦੇਰ ਤੱਕ ਹੀ ਅਵਸਥਾ ਹੈ ਜਿੰਨੀ ਦੇਰ ਤੱਕ ਸ਼ਬਦ ਦੇ ਵਿੱਚ ਬੈਠੇ ਹੋ। ਜੇ ਸ਼ਬਦ 'ਚੋਂ ਧਿਆਨ ਕੱਢ ਕੇ ਫਿਰ ਦੁਬਿਧਾ ਕਰਨੀ ਸ਼ੁਰੂ ਕਰ ਦਿੱਤੀ ਤੇ ਜੂਨ ਹੈ।
ਸਮਝੇ? ਇੱਕ ਸਾਡੇ ਤੇ ਤਰਸ ਕਰਕੇ ਭਗਤੀ ਕੀਤੀ ਨਹੀਂ ਜਾ ਸਕਦੀ, ਮਾਲਕ ਨੂੰ ਨਹੀਂ ਕੀਤਾ ਜਾ ਸਕਦਾ। ਇੱਕ ਧਿਆਨ ਦਾ ਖੇਲ ਸਾਧੂਆਂ ਨੇ ਦੱਸ ਦਿੱਤਾ ਬਈ ਆਹ ਦੇਖੋ ਜੀ, ਅਸੀਂ ਇੰਨਾ ਕੁ ਦੱਸ ਸਕਦੇ ਹਾਂ ਵੀ ਜਿਹੜਾ ਜਨਮ ਮਰਨ ਤੁਹਾਡਾ ਖਤਮ ਹੋ ਜਾਏਗਾ, ਅੰਤੇ ਮਿਲੇ ਗੋਪਾਲ। ਅੰਤੇ ਮਾਲਕ ਨੇ ਕੀ ਕਿਹਾ? ਅੰਤੇ ਮਿਲੇ ਗੋਪਾਲ, ਅਖੀਰ ਚ ਤੁਹਾਨੂੰ ਗੋਪਾਲ ਮਿਲੇਗਾ। ਆਹ ਆਪਸ਼ਨ ਤੁਹਾਨੂੰ ਦੇ ਦਿੰਦੇ ਆ, ਤੇ ਜਿੰਨੀ ਦੇਰ ਤੱਕ ਇੱਥੇ ਰਹੋਗੇ, ਧਿਆਨ ਉਹਦੇ ਵਿੱਚ ਲਾ ਕੇ ਰੱਖੋਗੇ, ਤੇ ਇੱਥੇ ਵਡਿਆਈਆਂ ਮਿਲਣਗੀਆਂ। ਪਰ ਧਿਆਨ ਨਾ ਬਦਲੀ ਕਰ ਲਿਆ ਜੇ ਇੱਥੇ ਕਿਤੇ ਅਵਸਥਾ ਨੂੰ ਦੇਖ ਕੇ ਜਾਂ ਇੱਥੋਂ ਦੀ ਸ਼ੋਹਰਤ ਦੇਖ ਕੇ ਧਿਆਨ ਬਦਲੀ ਕਰ ਲਓ। ਸੋ ਇੱਥੇ ਕੋਈ ਪੂਰਾ ਨਹੀਂ ਹੁੰਦਾ, ਕੋਈ ਵੀ ਨਹੀਂ ਪੂਰਾ ਹੈਗਾ। ਆਪਾਂ ਇਹ ਨਹੀਂ ਕਹਿ ਦਈਏ ਵੀ 5-7 ਸਾਲ ਲਾ ਕੇ ਗੁਰਮੁਖ ਦੀ ਅਵਸਥਾ ਬਹੁਤੇ ਪੂਰਾ ਹੋ ਗਿਆ। ਪੂਰਾ ਤਾਂ ਉਨੀ ਦੇਰ ਤੱਕ ਆ ਜਿੰਨੀ ਦੇਰ ਤੱਕ ਸੱਚ 'ਚ ਧਿਆਨ ਹੈ, ਤੁਸੀਂ ਪੂਰੇ ਹੋ। ਜਿੰਨੀ ਦੇਰ ਤੱਕ ਤੁਹਾਡਾ ਸੱਚ 'ਚ ਧਿਆਨ ਹੈ, ਉਹ ਹਉਮੈ ਖਤਮ ਹੋਵੇਗੀ, ਤੁਸੀਂ ਪੂਰੇ ਹੋ। ਜਿਉਂ ਹੀ ਸੱਚ 'ਚੋਂ ਧਿਆਨ ਖਤਮ ਹੋ ਗਿਆ, ਅਧੂਰੇ। ਸੋ ਇਹ ਖੇਲ ਹੈ ਸਵਾਸਾਂ ਦਾ, ਅਖੀਰੀ ਸਵਾਸ ਤੱਕ ਧਿਆਨ ਨਾ ਬਦਲੀ ਕਰਿਆ ਜੇ, ਧਿਆਨ ਉਹਦੇ ਵਿੱਚ ਹੀ ਰੱਖਣਾ, ਸ਼ਬਦ ਸੱਚ ਗੁਰਮੰਤਰ ਦੇ ਵਿੱਚ, ਸਿਫਤ ਦੇ ਵਿੱਚ, ਉਹਦੇ ਗਿਆਨ ਧਿਆਨ ਵਿੱਚ। ਫਿਰ ਉਹ ਅੰਤੇ ਜਦੋਂ ਪੂਰੇ ਹੋ ਜਾਓਗੇ, ਸਵਾਸ ਛੱਡ ਜਾਓਗੇ, ਤਾਂ ਹੀ ਉਹ ਕਈ ਵਾਰੀ ਕੀ ਹੁੰਦਾ 5-7 ਸਾਲ ਭਗਤੀ ਕਰੀਏ, ਭਗਤੀ ਕਰਨ ਦੇ ਨਾਲ ਜਿਹੜੀ ਇਹ ਖੇਲ ਤਾਂ ਚੱਲਣੀ ਹੈ, ਕਿਉਂਕਿ ਭਗਤੀ ਆਪਾਂ ਉਹਦੀ ਕਰਨੀ ਹੈ ਹੀਰੇ ਰਤਨ ਦੀ, ਤੇ ਉਹ ਆਪ ਦੇ ਵਿੱਚ ਖੁਸ਼ਬੂ ਤਾਂ ਆਣੀ ਹੈ, ਕਿਉਂਕਿ ਉਹਦੇ 'ਚ ਤਾਂ ਗੁਣ ਹੀ ਗੁਣ ਨੇ। ਉਹਨੂੰ ਦੇਖਾਂਗੇ ਜਦੋਂ ਕਿਸੇ ਸੱਚੇ ਦੀ ਸੰਗਤ ਕਰੀਏ ਤੇ ਸੱਚ ਹੀ ਅੰਦਰ ਪ੍ਰਗਟ ਹੋਣਾ, ਝੂਠੇ ਦੀ ਸੰਗਤ ਕਰੀਏ ਝੂਠ ਹੋਣਾ। ਉਹ ਜਦੋਂ ਥੋੜਾ ਜਿਹਾ ਸੱਚ ਪ੍ਰਗਟ ਹੋਇਆ, ਥੋੜੀ ਜਿਹੀ ਵਡਿਆਈ ਮਿਲਣ ਲੱਗੀ, ਤੇ ਡੋਲਣਾ ਨਹੀਂ। ਤੇ ਜੇ ਨਹੀਂ ਵੀ ਵਡਿਆਈ ਮਿਲੀ ਤਾਂ ਵੀ ਨਹੀਂ ਡੋਲਣਾ, ਕਿਉਂਕਿ ਖੇਲ ਹੈ ਧਿਆਨ ਦਾ। ਅਸੀਂ ਆਪ ਦਾ ਜੀਵਨ ਸੁਧਾਰਨਾ ਆ, ਤੇ ਜਿਹੜਾ ਤੁਹਾਡੇ ਤੋਂ ਕੋਈ ਦੂਜਾ ਪੁੱਛਦਾ ਉਹਨੂੰ ਲਾਹਾ ਦੇ ਦਿਓ, ਪਰ ਮੇਨ ਤੁਸੀਂ ਆਪ ਦਾ ਹੀ ਜੀਵਨ ਸੁਧਾਰਨਾ ਆਏ ਹੋ, ਕਿਸੇ ਦੂਜੇ ਦਾ ਨਹੀਂ। ਠੀਕ ਹੈ ਨੀ? ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਆਪ ਦਾ ਕਾਰਜ ਆਪ ਦੇ ਹੱਥੀ ਤੁਸੀਂ ਸਵਾਰਨਾ ਆਏ ਹੋ, ਬਸ। ਜਾ ਕੋ ਆਏ ਸੋਈ ਵੀ ਹਾਜੋ, ਜਿਹੜਾ ਕੰਮ ਕਰਨ ਆਏ ਹੋ ਕਹਿੰਦੇ ਉਹੀ ਯਾਦ ਰੱਖਿਆ ਜੇ, ਕਿਤੇ ਦੂਜੇ ਚੱਕਰਾਂ 'ਚ ਪੈ ਜਾਓ। ਤਾਂ ਕਹਿੰਦੇ ਨੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਆ ਉਹੀ ਗੱਲ ਆ ਗਈ, ਜਿੰਨਾ ਮਰਜ਼ੀ ਤੁਸੀਂ ਮਾਲਕ ਬਾਰੇ ਕਹੀ ਜਾਓ, ਅੰਤ ਨਹੀਂ ਹੈਗਾ। ਜੇ ਅੰਤ ਹੁੰਦਾ ਫਿਰ ਆਪਾਂ ਮੰਨਦੇ ਵੀ ਇੱਕ ਆਪਸ਼ਨ ਹੁੰਦੀ ਕਿ 5 ਸਾਲ ਭਗਤੀ ਕਰ ਲਓ, ਤੁਸੀਂ ਪੂਰੇ ਹੋ, ਫਿਰ ਜੋ ਮਰਜ਼ੀ ਕਰੀ ਜਾਏ ਜੀ। ਆਪਸ਼ਨ ਤਾਂ ਹੈ ਹੀ ਨਹੀਂ। ਮਹਾਰਾਜ ਕਹਿੰਦੇ ਤੂੰ 100 ਸਾਲ ਕੀਤੀ ਹੈ, ਮੇਰੇ ਦਰ ਤੇ ਆ ਕੇ ਬੈਠ ਕੇ ਦੇਖ, 1000-1000 ਸਾਲ ਵਾਲੇ ਭਗਤੀ ਕਰਨ ਵਾਲੇ ਬੈਠੇ ਨੇ। ਤੂੰ 1000 ਸਾਲ ਕੀਤੀ ਹੈ, ਸੱਚ ਦੇ ਵਿੱਚ ਜਾ ਕੇ ਵੇਖ, ਜਿਹੜੇ 5-5000 7-7000 ਸਾਲ ਹੋ ਗਏ, ਜਿਹੜੇ ਲਗਾਤਾਰ ਅਵਤਾਰ ਦੇ ਹੀ ਉਹ ਬਣ ਕੇ ਪੀਰ ਪੈਗੰਬਰ ਬਣੀ ਜਾਂਦੇ ਨੇ। ਜੇ ਤੂੰ 5000 ਸਾਲ ਕੀਤੀ ਹੈ ਤੇ ਬੈਠੋ, ਦੇਖੋ ਸੱਚ ਦੇ ਵਿੱਚ ਧਿਆਨ ਲਾ ਕੇ, ਐਸੀਆਂ ਰੂਹਾਂ ਵੀ ਬੈਠੀਆਂ ਨੇ, ਕਿੰਨੇ ਯੁੱਗ ਹੋ ਗਏ ਕਿ ਜਿਹੜੇ ਸਤਿਗੁਰ ਦੇ ਰੂਪ ਦੇ ਵਿੱਚ ਹੀ ਜਾ ਕੇ ਧਰਤੀਆਂ ਦੇ ਵਿੱਚ ਮਾਲਕ ਦਾ ਪ੍ਰਚਾਰ ਕਰਦੇ ਪਏ ਨੇ। ਵੇਖੋ ਸੱਚ 'ਚ ਧਿਆਨ ਲਾ ਕੇ। ਕਈਆਂ ਨੂੰ ਸ਼ੰਕੇ ਹੁੰਦੇ ਨੇ, ਤੇ ਮੇਰੇ ਕਹੇ ਤੇ ਵਿਸ਼ਵਾਸ ਨਹੀਂ, ਨਾਦ ਦੁਆਰਾ ਸੱਚ ਦੇ ਸਨਮੁਖ ਹੋ ਕੇ ਦੇਖ ਲਓ, ਗੁਰਬਾਣੀ ਖੋਜ ਲਓ ਗਿਆਨ ਦੁਆਰਾ। ਸੋ ਤਾਂ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਹੀਂ ਹੈਗਾ ਉਹਦਾ। ਜਿੰਨਾ ਮਰਜ਼ੀ ਕਹੀ ਜਾਓ, ਬਸ ਇਹ ਤਾਂ ਤੇਰਾ ਹੀ ਮੁਨਾਫਾ ਹੈ, ਕਹੀ ਚੱਲ, ਹੋਰ ਨਿਰਮਲ ਹੁੰਦਾ ਜਾਏਗਾ। ਪਰ ਮਾਲਕ ਤਾਂ ਮਾਲਕ ਹੀ ਰਹੂਗਾ। ਤੂੰ ਮਾਲਕ ਉਦੋਂ ਬਣੂਗਾ ਜਦੋਂ ਮਾਲਕ ਦੇ ਵਿੱਚ ਭੇਦ ਹੋ ਗਿਆ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਅੰਤ ਨਾ ਤਾਂ ਕਰਨੀ ਦਾ ਅੰਤ ਹੈ, ਨਾ ਦੇਣ ਨੂੰ ਅੰਤ ਹੈ, ਉਹ ਤਾਂ ਦਿੱਤੀ ਜਾ ਰਿਹਾ। ਅੰਤ ਨਾ ਵੇਖਣ ਸੁਣਨ ਨਾ ਅੰਤ। ਜਿੰਨਾ ਮਰਜ਼ੀ ਵੇਖੀ ਜਾਓ, ਬੇਅੰਤੀ ਹੁੰਦੇ ਜਾਓਗੇ, ਜਿੰਨਾ ਮਰਜ਼ੀ ਸ਼ਬਦ ਨੂੰ ਸੁਣੀ ਜਾਓ, ਬੇਅੰਤ ਹੁੰਦੇ ਜਾਓਗੇ, ਅੰਤ ਨਹੀਂ ਹੈਗਾ। ਇਹ ਬੇਅੰਤ ਅਵਸਥਾ ਦੀ ਆਪਾਂ ਗੱਲਾਂ ਕਰਦੇ ਹਾਂ, ਤੇ ਬੇਅੰਤ ਦਾ ਮੀਨਸ ਹੁੰਦਾ ਹੈ ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ ਕਰਦੇ ਰਹੋ, ਦਾਸ ਬਣ ਕੇ ਚੱਲਦੇ ਰਹੋ। ਇਹ ਜ਼ਰੂਰ ਧਿਆਨ ਰੱਖਿਓ। ਕੋਈ ਕਹਦੇ ਮੈਂ 16 ਸਾਲ ਦਾ ਬਿਆਸੀ, 20 ਸਾਲ ਦਾ, ਸੱਚ 'ਚ ਧਿਆਨ ਲਾ ਕੇ ਦੇਖੋ, 1000 ਸਾਲ ਦੇ ਬਿਆਸੀ ਬੈਠੇ ਨੇ ਜਿਹੜੇ ਸੱਚ ਵਿੱਚ ਸਮਾਏ ਹੋਏ। ਜਾਂ ਹੋਰ ਕਿਤੇ ਧਿਆਨ ਲਾ ਕੇ ਦੇਖ ਲਿਓ, ਗੁਰਬਾਣੀ 'ਚੋਂ ਵੀ ਦੇਖ ਲਿਓ, ਐਸੇ ਵੀ ਬੈਠੇ ਨੇ ਜਿਹੜੇ ਕਿੰਨੇ 1000 ਸਾਲ ਹੋ ਗਏ ਨੇ, ਸੁਣਨ ਵਿੱਚ ਹੀ ਬੈਠੇ ਨੇ, ਅਜੇ ਉਹਨਾਂ ਨੂੰ ਸ਼ਬਦ ਵੀ ਨਹੀਂ ਸੁਣਿਆ। ਕੋਈ ਐਸੇ ਨੇ ਜਿਹੜੇ ਸੱਚਖੰਡ ਦੇ ਵਿੱਚ ਸਮਾਏ ਬੈਠੇ ਨੇ ਲੱਖਾਂ ਸਾਲਾਂ ਤੋਂ, ਕੋਈ ਐਸੇ ਨੇ ਜਿਹੜੇ ਲੱਖਾਂ ਸਾਲ ਹੋ ਗਏ ਜੇ ਸੁਣਨ ਦੇ ਵਿੱਚ ਹੀ ਬੈਠੇ ਨੇ, ਉਹਨਾਂ ਨੂੰ ਸ਼ਬਦ ਹੀ ਨਹੀਂ ਸੁਣਿਆ। ਫੇਰ ਕੀ ਕਹਿ ਲੋਗੇ ਉੱਥੇ? ਸੋ ਬੜਾ ਇਹ ਖਤਰਨਾਕ ਖੇਲ ਹੈ। ਕਾਲ ਬੜਾ ਫਸਾਉਣ ਦੀ ਕੋਸ਼ਿਸ਼ ਕਰਦਾ, ਚਾਹੇ ਕੋਈ ਗੁਰਮੁਖ ਹੈ ਚਾਹੇ ਮਨਮੁਖ ਹੈ, ਇਹਨੇ ਪਰਚਾ ਪਾਉਣਾ ਹੀ ਪਾਉਣਾ। ਤੁਸੀਂ ਪਰਚੇ 'ਚੋਂ ਨਿਕਲਦੇ ਹੋ ਕਿ ਨਹੀਂ? ਤਾਂ ਕਹਿ ਦਿੱਤਾ ਸਾਨੂੰ, ਸਾਡੇ ਪਰਚੇ ਹੀ ਤੋੜੇ ਹੋਏ ਨੇ। ਅੰਤ ਨਾ ਜਾਪੇ ਕਿਆ ਮਨ ਮੰਤ। ਕਹਿੰਦੇ ਜਦੋਂ ਤੇਰਾ ਅੰਤ ਹੈ ਹੀ ਨਹੀਂ, ਫਿਰ ਕੀ ਮੰਤਰ ਹੈ ਤੇਰਾ? ਇੱਕ ਹੀ ਮੰਤਰ ਹੈ, ਤੇਰੀ ਚਾਕਰੀ ਨਵਾਣਾ। ਅੰਤ ਨਾ ਜਾਪੇ ਕੀਤਾ ਆਕਾਰ, ਬਹੁਤ ਜ਼ਿਆਦਾ ਆਕਾਰ ਕੀਤਾ ਹੋਇਆ, ਬੇਅੰਤ ਆਕਾਰ ਹੈ। ਅੰਤ ਨਾ ਜਾਪੇ ਪਾਰਾਵਾਰ, ਕਿੰਨਾ ਕੁ ਵੱਡਾ ਇਹ ਵੀ ਪਤਾ ਨਹੀਂ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਇਆ ਜਾਏ। ਅੰਤ ਕਾਰਨ ਕਹਿੰਦੇ ਬਹੁਤ ਜ਼ਿਆਦਾ ਹਉਮੈ ਦੇ ਵਿੱਚ ਹੋ ਕੇ ਚਲੇ ਗਏ ਨੇ, ਜਿਹੜੇ ਕਹਿੰਦੇ ਸੀਗੇ ਅਸੀਂ ਅੰਤ ਪਾ ਲਾਂਗੇ, ਕਹਿੰਦੇ ਪਰ ਉਹਦਾ ਅੰਤ ਨਹੀਂ ਪਾਇਆ ਗਿਆ। ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਇਹ ਅੰਤੋਂ ਦਾ ਕੋਈ ਨਹੀਂ ਜਾਣ ਸਕਦਾ। ਜਿੰਨਾ ਕਹੀ ਜਾਓਗੇ ਓਨਾ ਹੀ, ਜਿਵੇਂ
ਜਿੰਨਾ ਖਾਲੀ ਖਲਾ ਦੇ ਵਿੱਚ ਅਵਸਥਾ ਬਣਾਈ ਜਾਓਗੇ ਜਾਂ ਜਿੰਨਾ ਇੱਥੋਂ ਉੱਪਰ ਉੱਡਦੇ ਜਾਓਗੇ ਓਨਾ ਹੀ ਅੱਗੇ ਦੀ ਅੱਗੇ ਇਸ ਤਰੀਕੇ ਦਾ ਹੈ ਉਹ। ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ। ਫਿਰ ਕਹਿੰਦੇ ਇੱਕ ਦੱਸ ਦਿੰਦੇ ਆ ਵੀ ਉਹ ਕਿਵੇਂ ਦਾ। ਅੰਤ ਤਾਂ ਉਹਦਾ ਬੁੱਝਿਆ ਨਹੀਂ ਜਾ ਸਕਦਾ। ਕਹਿੰਦੇ ਉਹ ਵੱਡਾ ਸਾਹਿਬ ਹੈ ਤੇ ਸਭ ਤੋਂ ਉੱਪਰ ਉਹਦਾ ਥਾਂ ਹੈ। ਉੱਚੇ ਉੱਪਰ ਉੱਚਾ ਨਾਮ, ਤੇ ਉਹ ਉੱਚੇ ਤੇ ਉੱਚਾ ਹੀ ਉਹਦਾ ਨਾਮ ਸਮਾ ਰਿਹਾ। ਜਿੱਥੇ ਉਹ ਬੈਠਾ ਹੈ ਉੱਥੇ ਜਾ ਕੇ ਸ਼ਬਦ ਸਮਾਉਂਦਾ ਪਿਆ ਜੇ। ਤੇ ਉਹ ਕਿੱਥੇ ਸਮਾਉਂਦਾ ਪਿਆ ਜੇ? ਸਭ ਤੋਂ ਉੱਪਰਲੀ ਜਗ੍ਹਾ ਤੇ ਸਮਾਉਂਦਾ ਪਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਮਝਾ ਦਿੱਤਾ ਹੈ ਕਿ ਜਿੱਥੇ ਮੈਂ ਬੈਠਾ, ਆਪਾਂ ਨੂੰ ਉੱਥੇ ਦੱਸਿਆ ਨਾ ਕੇਸਗੜ੍ਹ ਸਾਹਿਬ, ਕਹਿੰਦੇ ਕੇਸਾਂ ਦੇ ਥੱਲੇ ਬੈਠਾ ਮੈਂ। ਆਨੰਦਗੜ੍ਹ ਸਾਹਿਬ, ਉੱਥੇ ਆਨੰਦ ਹੀ ਆਨੰਦ ਹੈ। ਆਨੰਦਪੁਰ ਸਾਹਿਬ, ਉੱਥੇ ਆਨੰਦ ਹੀ ਆਨੰਦ ਹੈ। ਸੋ ਆਪਣੇ ਸਰੀਰ ਦੇ ਵਿੱਚ ਜੇ ਕਹਿ ਦਈਏ, ਮਸਤਕ ਤੇ ਤਾਂ ਉਹ ਖੇਲ ਵੇਖਣ ਆਉਂਦਾ ਹੈ। ਜਦੋਂ ਸਵੇਰੇ ਕਰਮ ਕਰਦੇ ਆ ਉਦੋਂ ਮਸਤਕ ਤੇ ਉਹ ਖੇਲ ਵੇਖਣ ਆਉਂਦਾ ਹੈ ਮਾਲਕ। ਪਰ ਜਦੋਂ ਰਾਤ ਨੂੰ ਖੇਲ ਖਤਮ ਹੋ ਜਾਂਦੀ ਹੈ ਤੇ ਸਾਡੇ ਤਾਲੂ ਹੈ ਜਿੱਥੇ, ਇੱਥੇ ਜਾ ਕੇ ਫਿਰ ਉਹ ਉੱਚੇ ਤੋਂ ਉੱਚਾ ਸਥਾਨ ਹੈ। ਉੱਚੇ ਉੱਪਰ ਉੱਚਾ ਥਾਂ, ਮਤਲਬ ਉੱਚਾ ਤਾਂ ਹੋ ਗਿਆ ਮੱਥਾ, ਇਹਦੇ ਤੋਂ ਵੀ ਉੱਚਾ ਥਾਂ ਜਿੱਥੇ ਸਾਡਾ ਤਾਲੂ ਹੈ, ਇੱਥੇ ਜਾ ਕੇ ਉਹ ਜੋਤ ਪੂਰੀ ਉੱਤੇ ਪ੍ਰਕਾਸ਼ ਹੁੰਦਾ ਹੈ। ਇਹ ਤਾਂ ਇੱਕ ਮੈਂ ਗਿਆਨ ਦੁਆਰਾ ਦੱਸਿਆ, ਕਿਸੇ ਨੇ ਕੋਈ ਧਿਆਨ ਜਾਂ ਇਸ ਤਰ੍ਹਾਂ ਨਹੀਂ ਲਾਉਣਾ। ਜਿਵੇਂ ਜਿਵੇਂ ਕਿਰਪਾ ਹੋਊਗੀ ਆਪੇ ਬੰਦੇ ਬੁੱਝ ਲੈਂਦੇ ਆ ਗੁਰਮੁਖ। ਉੱਚੇ ਉੱਪਰ ਉੱਚਾ ਥਾਂ ਦਾ ਕੀ ਮਤਲਬ ਹੈ? ਉੱਚਾ, ਉੱਚੇ ਉੱਪਰ, ਉੱਚੇ ਹੋ ਗਿਆ ਮਤਲਬ ਮਸਤਕ ਉੱਪਰ, ਉੱਚਾ ਥਾਂ ਇਸ ਤੋਂ ਵੀ ਉੱਤੇ ਆ। ਕਹਿੰਦੇ ਮਸਤਕ ਤੇ ਤਾਂ ਉਹ ਦੇਖਣ ਆਉਂਦਾ, ਉੱਚਾ ਥਾਂ। ਫਿਰ ਕਹਿੰਦੇ ਏਵੜ ਉੱਚਾ ਹੋਵੇ ਕੋਈ। ਕਹਿੰਦੇ ਜੇ ਕੋਈ ਇੰਨੀ ਅਵਸਥਾ 'ਚ ਚਲਾ ਜਾਊਗਾ ਤਿਸ ਉੱਚੇ ਕੋ ਜਾਣੇ ਸੋਈ, ਫਿਰ ਪਤਾ ਲੱਗੂਗਾ ਕਿ ਉਹ ਬੇਅੰਤ ਹੈ। ਮਸਤਕ ਤਾਈਂ ਜਾ ਕੇ ਤਾਂ ਮਾਲਕ ਦਾ ਗਿਆਨ ਹੁੰਦਾ। ਮਸਤਕ ਤੇ ਜਾ ਕੇ ਤਾਂ ਸ਼ਬਦ ਪ੍ਰਗਟ ਹੋ ਗਏ, ਮਸਤਕ ਤੇ ਜਾ ਕੇ ਤਾਂ ਜੋਤ ਪ੍ਰਗਟ ਹੋ ਗਈ। ਪਰ ਕਹਿ ਦਿੱਤਾ ਜੇ ਕੋਈ ਮਸਤਕ ਤੋਂ ਲੰਘ ਕੇ ਉੱਪਰ, ਉਹ ਉੱਥੇ ਤੱਕ ਜਾਊਗਾ ਜਿੱਥੇ ਤੂੰ ਬੇਅੰਤ ਕੋ ਬਿਰਲਾ ਜਾਣੇ, ਜਿੱਥੇ ਉਹ ਬੇਅੰਤ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਖਿੜਕੀ ਉੱਪਰ 10ਵਾਂ ਦੁਆਰ ਕਹਿ ਕਬੀਰ ਤਾਂ ਅੰਤ ਨਾ ਪਾ। ਉਹ ਜਿਹੜਾ ਉਸ ਅਵਸਥਾ 'ਚ ਜਾਊਗਾ ਉਹਨੂੰ ਫਿਰ ਭੇਤ ਆਵੇਗਾ ਵੀ ਵਾਕਿਆ ਹੀ ਇਹਦਾ ਕੋਈ ਅੰਤ ਨਹੀਂ ਹੈਗਾ। ਉੱਚੇ ਉੱਪਰ ਉੱਚਾ ਥਾਂ, ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ। ਕਹਿੰਦੇ ਆਹ ਹੈਗਾ ਉਹਦਾ ਆਪਸ਼ਨ, ਅਸੀਂ ਦੱਸ ਦਿੰਦੇ ਹਾਂ। ਜੇਵੜ ਆਪ ਜਾਣੇ ਆਪ ਮਸਤਕ ਤੱਕ ਜਾ ਕੇ, ਮਸਤਕ ਤੱਕ ਤਾਂ ਸਾਧੂ ਜਨ ਲੈ ਜਾਂਦੇ ਨੇ ਨਾ, ਮਸਤਕ ਤੇ ਦਿਖਾਤਾ, ਬਾਹਰ ਦਿਖਾਤਾ, ਕਿਰਪਾ ਹੋ ਗਈ। ਪਰ ਮਸਤਕ ਤੇ ਸੇਵਾ ਕਰਨੀ ਪੈਂਦੀ ਹੈ। ਮਸਤਕ ਤੱਕ ਪਹੁੰਚ ਕੇ ਸ਼ਬਦ ਸੁਣਦੇ ਨੇ, ਰਸ ਆਉਂਦਾ ਹੈ। ਉੱਥੇ ਸੇਵਾ ਕਰ ਕਰਕੇ ਜਿਵੇਂ ਜਿਵੇਂ ਮਨ ਨਿਰਮਲ ਹੁੰਦਾ ਹੈ, ਫਿਰ ਮਸਤਕ ਤੋਂ ਉੱਪਰ ਉੱਚੇ ਤੋਂ ਉੱਚਾ ਉਹ ਆਪ ਲੈ ਕੇ ਜਾਂਦਾ ਹੈ। ਉੱਥੇ ਕੋਈ ਦੂਜਾ ਨਹੀਂ ਲਿਜਾ ਸਕਦਾ। ਮਸਤਕ ਤੋਂ ਉੱਪਰਲੀ ਅਵਸਥਾ 'ਚ ਫਿਰ ਉਹ ਆਪ ਚੱਕਦਾ ਹੈ ਮਾਲਕ। ਤਾਂ ਆਪਾਂ ਕਹਿੰਦੇ ਆ ਤੁਸੀਂ ਸਿਰਫ ਆਪਦੇ ਕੰਨਾਂ ਤੱਕ ਰਹਿਣਾ ਜਾਂ ਨਿਜਪਦ ਤੱਕ ਰਹਿਣਾ, ਦਰ ਤੱਕ ਰਹਿਣਾ। ਇਸ ਤੋਂ ਉੱਤੇ ਆਪ ਮਾਲਕ ਚੱਕੇਗਾ। ਤੁਸੀਂ ਇੱਥੇ ਸ਼ਬਦ ਤੇ ਆਸਣ ਲਾ ਕੇ ਬੈਠਣਾ। ਇਹ ਤਾਂ ਸਾਧੂਆਂ ਨੇ ਜੁਗਤੀ ਦੱਸਤੀ। ਫਿਰ ਉੱਚੇ ਉੱਪਰ ਉੱਚਾ ਥਾਂ ਫਿਰ ਕਿਰਪਾ ਕਰਦਾ, ਉੱਪਰ ਚੱਕ ਕੇ ਲੈ ਜਾਂਦਾ ਪ੍ਰਕਾਸ਼ ਦੇ ਵਿੱਚ। ਮਸਤਕ ਤੇ ਪ੍ਰਕਾਸ਼ ਉਹਦੀ ਮਣੀ ਦਾ, ਉੱਪਰ ਬੇਅੰਤ ਪ੍ਰਕਾਸ਼। ਜੇ ਵਡ ਆਪ ਜਾਣੇ ਆਪ। ਹੁਣ ਉਹ ਕਿੱਡਾ ਕਹਿ, ਕਹਿੰਦੇ ਉਹ ਆਪ ਹੀ ਜਾਣਦਾ। ਨਾਨਕ ਨਦਰੀ ਕਰਮੀ ਦਾ, ਤੇ ਇਹਦਾ ਬਸ ਨਦਰ ਕਰ ਦੇਵੇ, ਕਰਮ ਦੇ ਦੇਵੇ ਸਾਨੂੰ, ਉਹ ਉੱਥੋਂ ਤੱਕ ਲੈ ਜਾਵੇ। ਫਿਰ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਜਿੰਨੇ ਮਰਜ਼ੀ ਕਰਮ ਅਸੀਂ ਕਰ ਲਈਏ, ਤੁਸੀਂ ਲੇਖੇ ਤੋਂ ਬਾਹਰ ਨਹੀਂ ਹੋ ਸਕਦੇ। ਜੇ ਆਪਾਂ ਕਹੀਏ ਨਾ ਅੱਛੇ ਕਰਮ ਕਰ ਕਰਕੇ ਅਸੀਂ ਮਾਲਕ ਤੋਂ ਨਿਕਲ ਜਾਾਂਗੇ, ਕਹਿੰਦੇ ਨਹੀਂ, ਇਹ ਲੇਖਾ ਨਹੀਂ ਬਣਦਾ ਇਹਦੇ ਨਾਲ। ਦਰਗਾਹ 'ਚ ਪ੍ਰਵਾਨਗੀ ਨਹੀਂ ਹੈਗੀ ਕਰਮਾਂ ਦੇ ਨਾਲ। ਜਿੰਨੇ ਮਰਜ਼ੀ ਸੋਹਣੇ ਕਰਮ ਕਰ ਲਓ, ਇੱਕ ਜੀਵ 100 ਸਾਲ ਭਲਾਈ ਕਰੀ ਜਾਵੇ, ਨਾਮ ਨਾ ਜਪੇ, ਕੋਈ ਪ੍ਰਵਾਨਗੀ ਨਹੀਂ। ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਈ। ਦੱਸਤਾ ਨਾ ਇਹਨਾਂ ਨੇ, ਕਹਿੰਦੇ ਇੱਕ ਯੁਗ ਨਹੀਂ 40 ਯੁਗ ਚੰਗੇ ਕਰਮ ਕਰਦਾ ਰਹੇ, ਤੇਰੇ ਨਾਮ ਹੁੰਦਾ ਰਵੇ, ਪਰ ਨਹੀਂ, ਬਹੁਤਾ ਕਰਮ ਲਿਖਿਆ ਨਾ ਜਾਏ। ਕਹਿੰਦੇ ਇਹ ਲੇਖੇ ਦੇ ਵਿੱਚ ਤੋਂ ਬਾਹਰ ਕੱਢ ਦਿੰਦਾ। ਵੱਡਾ ਦਾ ਤਾਂ ਤਿਲ ਨਾ ਤਮਾਏ, ਕਿਉਂਕਿ ਉਹਨੂੰ ਤਾਂ ਇੱਕ ਤਿਲ ਦੇ ਬਰਾਬਰ ਨਹੀਂ ਇਹ ਕਰਮ। ਮੈਂ ਪਹਿਲਾਂ ਦੱਸਿਆ ਨਾ, ਆਪਾਂ ਪਹਿਲੋਂ ਸ਼ੁਰੂਆਤ ਹੀ ਉੱਥੋਂ ਕੀਤੀ ਹੈ, ਤੀਰਥ ਤਪਦਾ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਾਣ। ਇਹ ਤਾਂ ਤਿਲ ਦੇ ਬਰਾਬਰ ਨੇ। ਨਾਮ ਹੈ ਉਹਦੀ ਅਵਸਥਾ। ਕੇਤੇ ਮੰਗੈ ਜੋਧ ਪਾਰ। ਪਤਾ ਨਹੀਂ, ਕਹਿੰਦੇ ਜੇ ਕਰਮਾਂ ਦੇ ਵਿੱਚ ਹੀ ਆ ਜਾਓ ਨਾ, ਵੀ ਕਰਮ ਕਰਕੇ ਖਰੇ ਮਿਲ ਜਾਣਾ, ਖਰੇ ਕਿੰਨੇ ਕੁ ਯੋਧੇ ਨੇ ਉਹਦੇ ਤੋਂ ਮੰਗੀ ਜਾ ਰਹੇ ਨੇ। ਕੇਤਿਆ ਗਣਤ ਨਹੀਂ ਵਿਚਾਰ, ਕਿੰਨੇ ਨੇ ਜਿਹੜੇ ਉਹਦੇ ਤੋਂ ਮੰਗ ਕੇ ਉਹਦੀ ਸਿਫਤੀ ਕਰੀ ਜਾ ਰਹੇ ਨੇ, ਪਰ ਗਿਣਤੀ ਨਹੀਂ ਹੈਗੀ। ਪਤਾ ਨਹੀਂ ਕਿੰਨਿਆਂ ਕੁ ਨੂੰ ਦਿੱਤੀ ਜਾ ਰਿਹਾ। ਕਰਮ ਕਰਕੇ ਤੁਸੀਂ ਕੀ ਕਰੋਗੇ? ਕਰਮ ਤਾਂ ਉਹ ਤੁਹਾਨੂੰ ਦੇ ਰਿਹਾ, ਤੇ ਤੁਸੀਂ ਕਰਮ ਕਰਕੇ ਕਹਿੰਦੇ ਹੋ ਵੀ ਅਸੀਂ ਉਹਨੂੰ ਪਾ ਲਾਂਗੇ। ਉਹਨੇ ਤੁਹਾਨੂੰ ਕਰਮ ਦਿੱਤਾ ਹੈ, ਤੁਸੀਂ ਕਰਮ ਦੁਆਰਾ ਉਹਨੂੰ ਕੀ ਖੁਸ਼ ਕਰੋਗੇ? ਕਰਮ ਤਾਂ ਤੁਹਾਨੂੰ ਦਿੱਤਾ ਹੀ ਉਹਨੇ ਹੈ। ਤੁਸੀਂ ਨਾਮ ਦੁਆਰਾ ਉਹਨੂੰ ਖੁਸ਼ ਕਰ ਸਕਦੇ ਹੋ, ਕਰਮ ਤਾਂ ਦਿੱਤਾ ਹੀ ਮਾਲਕ ਨੇ। ਕੇਤੇ ਖੱਪ ਟੁੱਟਿਆ ਬੇਕਾਰ, ਕਿੰਨੇ ਨੇ ਜਿਹੜੇ ਖੱਪ ਕੇ ਵਿਚਾਰਾਂ ਦੇ ਵਿੱਚ ਹੀ ਬੇਕਾਰ ਹੋ ਕੇ ਖਤਮ ਹੋਏ ਪਏ ਨੇ ਜੂਨਾਂ 'ਚ।
ਕਿਤੇ ਲੈ ਲੈ ਮੁੱਕਰ ਪਾਏ। ਕਿੰਨੀ ਤਾਦਾਦ ਦੇ ਵਿੱਚ ਜਿਹੜੀ ਸਵਾਸ ਲੈ ਕੇ ਦਸਾਂ ਦੁਆਰਾਂ ਦੀਆਂ ਫੈਸਿਲਿਟੀਆਂ ਲੈ ਕੇ ਮੁੱਕਰੀ ਜਾਂਦੇ ਨੇ ਮਾਲਕ ਤੋਂ। ਕਿਤੇ ਮੂਰਖਾਈ ਖਾਏ, ਮੂਰਖ ਬਣ ਕੇ ਖਾਧੀ ਜਾਂਦੇ ਨੇ ਮਾਲਕ ਦਾ। ਸਵਾਸਾਂ ਦਾ ਧਨ, ਤਨ ਦਾ ਧਨ, ਮਨ ਦਾ ਧਨ। ਕਿਤੇ ਦੁੱਖ ਭੂਖ ਸਦ ਮਾਰ, ਕਿੰਨੇ ਦੁੱਖ ਵਿੱਚ ਨੇ, ਭੁੱਖਾਂ 'ਚ ਨੇ, ਮਾਰ ਨੇ, ਹਾਏ ਹਾਏ ਕਰ ਰਹੇ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਵਧਾਣੀਆਂ ਤਿਉਂ ਮੱਥੇ ਧਰਮ ਰਾਏ। ਇਹ ਵੀ ਦਾਤ ਤੇਰੀ ਦਤਾਰ, ਕਹਿੰਦਾ ਸਾਰੀਆਂ ਹੀ ਦਾਤਾਂ ਤੇਰੀਆਂ ਨੇ। ਪਰ ਇਹ ਕਹਿ ਦਿੱਤਾ ਹੈ ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਜੇ ਚਾਹੁੰਦਾ ਮੇਰੀ ਖਲਾਸੀ ਹੋ ਜਾਵੇ ਇਹ ਸਾਰੀਆਂ ਅਵਸਥਾ ਤੋਂ, ਮੈਂ ਅੰਤ ਤੋਂ, ਇਹ ਕੇਤੀਆਂ ਅਵਸਥਾ ਤੋਂ ਬਾਹਰ ਨਿਕਲ ਜਾਂ, ਤੇ ਫਿਰ ਭਾਣੇ ਦੇ ਵਿੱਚ ਆਉਣਾ ਪਏਗਾ। ਭਾਣੇ ਦੇ ਵਿੱਚ ਆ ਕੇ ਹੀ ਬੰਦ ਦੀ ਖਲਾਸੀ ਹੋਣੀ ਹੈ। ਬੰਦ ਕਹਿ ਦਿੱਤਾ ਮਨ ਨੂੰ। ਹੋਰ ਆਖ ਨਾ ਸਕਿਆ ਕੋਈ, ਹੋਰ ਕੋਈ ਆਪਸ਼ਨ ਨਹੀਂ ਹੈਗੀ ਨਾਮ ਦੇ ਭਾਣੇ ਤੋਂ ਬਿਨਾ ਵੀ ਤੂੰ ਨਿਕਲ ਜਾਵੇਂ। ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜੇਤੀਆਂ ਮੁਖਾਏ। ਤੇ ਜੇ ਕਹਿੰਦਾ ਜੇ ਕੋਈ ਨਾਮ ਤੋਂ ਇਲਾਵਾ ਪ੍ਰਚਾਰ ਕਰਦਾ ਹੈ, ਬਈ ਨਾਮ ਤੋਂ ਇਲਾਵਾ ਵੀ ਮੈਂ ਤੁਹਾਨੂੰ ਸੱਚ ਦੇ ਵਿੱਚ ਲੈ ਜਾਵਾਂਗਾ, ਵੀ ਮੈਂ ਮੇਰੀ ਅਵਸਥਾ ਦੇ ਵਿੱਚੋਂ ਤੁਹਾਨੂੰ ਸੱਚ 'ਚ ਲੈ ਜਾਵਾਂਗਾ, ਜਾਂ ਮੈਂ ਤੁਹਾਡੀ ਬੇਨਤੀ ਕਰ ਦਿਆਂਗਾ, ਤੇ ਕਹਿੰਦੇ ਉਹ ਜਾਣੇ ਜੇਤੀਆਂ ਮੂੰਹ ਖਾਏ। ਉਹਨੂੰ ਪਤਾ ਨਹੀਂ ਕਿੰਨੇ ਕੁ ਪਤਾਲ ਥੱਲੇ ਜੂਨਾਂ ਦੇ ਵਿੱਚ ਸੱਟੇਗਾ। ਵੀ ਜਿਹੜਾ ਮਾਲਕ ਦਾ ਸ਼ਰੀਰ ਇੱਕ ਮੈਂ ਤੁਹਾਨੂੰ ਦੱਸ ਦਿਆਂ, ਦੋ ਚੀਜ਼ਾਂ ਖੁਦਾ ਨੂੰ ਨਹੀਂ ਪਿਆਰੀਆਂ ਹੁੰਦੀਆਂ, ਇਹ ਨੋਟ ਕਰਿਆ ਜੇ। ਦੋ ਚੀਜ਼ਾਂ ਅਕਾਲ ਪੁਰਖ ਨੂੰ ਬਿਲਕੁਲ ਨਹੀਂ ਪਿਆਰੀਆਂ ਹੁੰਦੀਆਂ। ਇੱਕ ਚੀਜ਼ ਹੈ ਅੱਤ। ਜਦੋਂ ਕੋਈ ਬਹੁਤ ਜ਼ਿਆਦਾ ਅੱਤ ਕਰ ਦਿੰਦਾ ਨਾ ਕਿਸੇ ਵੀ ਆਪਸ਼ਨ ਤੇ, ਚਾਹੇ ਦੁਨੀਆ ਵਿੱਚ ਕਰ ਦੇਵੇ ਚਾਹੇ ਧਰਮ ਦੇ ਮਾਮਲੇ 'ਚ ਕਰ ਦੇਵੇ, ਅੱਤ ਕਰਾ ਦਿੰਦਾ ਨਾ ਜਦੋਂ, ਵੀ ਬਹੁਤ ਜ਼ਿਆਦਾ ਉਛਾਲੀਆਂ ਮਾਰਾ ਫਿਰਦਾ ਵੀ ਬਾ ਮੇਰੇ ਵਰਗਾ ਬੰਦਾ ਹੀ ਨਹੀਂ, ਫੁਕਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਬਹੁਤ ਜ਼ਿਆਦਾ ਆਪਦੀ ਪਬਲਿਸਿਟੀ ਕਰ ਦਿੰਦਾ ਹੈ। ਅੱਤ ਕਹਾਵਤ ਵੀ ਹੈ, ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ। ਅੱਤ ਨਹੀਂ ਉਹਨੂੰ ਪ੍ਰਵਾਨ, ਸਹਿਜ ਵਾਲੇ ਪ੍ਰਵਾਨ ਨੇ। ਜਿਹੜੀ ਉਹ ਅੱਤ ਚੱਕਦੇ ਨੇ ਨਾ 2-4 ਦਿਨ ਦੀ ਹੁੰਦੀ ਆ। ਫਿਰ ਉਹ ਇੱਕ ਤਾਂ ਉਹਨੂੰ ਰਗੜਾ ਬਹੁਤ ਲਾਉਂਦਾ, ਤੇ ਦੂਜਾ ਸ਼ਰੀਕ, ਜਿਹੜਾ ਮਾਲਕ ਦੇ ਬਰਾਬਰ ਸ਼ਰੀਕ ਬਣ ਕੇ ਬਹਿ ਜਾਵੇ, ਖੁਦ ਦਾਤਾਂ ਵੰਡਣ ਲੱਗ ਜਾਵੇ, ਇੱਕ ਇਹਨੂੰ ਇਹ ਨਹੀਂ ਪਸੰਦ। ਨਾ ਤਾਂ ਕਦੇ ਅੱਤ ਕਰਿਆ ਜੇ, ਅੱਤ ਚੱਕ ਲੈਂਦੇ ਨੇ ਕਈ ਕਿਸੇ ਵੀ ਕਰਮ ਦੇ ਵਿੱਚ ਜਾਂ ਧਰਮ ਦੇ ਵਿੱਚ, ਜਾਂ ਕਈ ਥੋੜਾ ਜਿਹਾ ਆਪ ਦਾ ਹਉਮੈ ਕਰਨ ਵਾਸਤੇ, ਤੇ ਨਾ ਕਦੇ ਮਾਲਕ ਦੇ ਸ਼ਰੀਕ ਬਣ ਕੇ ਬੈਠਿਆ ਜੇ। ਉਹਨੂੰ ਸ਼ਰੀਕ, ਉਹਨੂੰ ਦਾਤਾ ਨਹੀਂ ਪਸੰਦ ਹੈਗਾ ਕੋਈ ਦਤਾਰ ਬਣ ਜਾਏ ਉਹਦੇ ਬਰਾਬਰ। ਪਹਿਲਾਂ ਤਾਂ ਬਣ ਨਹੀਂ ਸਕਦੇ, ਫਿਰ ਬਣ ਨਹੀਂ ਸਕਦੇ, ਬਣਨਾ ਕਿਉਂ? ਇਸ ਕਰਕੇ ਉਹਨੂੰ ਹੁਕਮ ਨਹੀਂ, ਉਹਨੂੰ ਬੇਨਤੀ ਪ੍ਰਵਾਨ ਆ। ਮਾਲਕ ਦੇ ਅੱਗੇ ਹੁਕਮ ਨਹੀਂ ਚੱਲਦਾ ਹੁੰਦਾ, ਉਹਨੂੰ ਬੇਨਤੀ ਕਰਿਆ ਕਰੋ। ਕੋਈ ਵੀ ਕੰਮ ਹੋਵੇ ਨਾ, ਅੱਤ ਨਹੀਂ ਕਰਨੀ, ਉਹਦਾ ਸ਼ਰੀਕ ਨਹੀਂ ਬਣਨਾ, ਆਪ ਨਹੀਂ ਸਰਾਫ ਵਰ ਦੇਣੇ, ਬੇਨਤੀ ਕਰ ਲਿਆ ਕਰੋ ਮਾਲਕ ਨੂੰ। ਆਹ ਗੱਲ ਸੀ ਜੀ। ਜਿਵੇਂ ਇੱਕ ਬੱਚਾ ਬਾਪ ਨੂੰ ਕਰਦਾ, ਫਿਰ ਵੇਖਿਆ ਜੇ, ਫਿਰ ਨਜ਼ਾਰੇ ਦੇ ਦੇਗਾ, ਫਿਰ ਉਹ ਤੁਹਾਡੀ ਅੱਤ ਆਪ ਕਰਾਵੇਗਾ, ਫਿਰ ਉਹ ਤੁਹਾਨੂੰ ਆਪ ਪੁਜਾਵੇਗਾ। ਜੇ ਤੁਸੀਂ ਪੁੱਜਣ ਲੱਗ ਗਏ ਫਿਰ ਚੱਕ ਦੇਗਾ ਫੱਟੇ। ਇਹ ਦੋ ਚੀਜ਼ਾਂ ਨੋਟ ਰੱਖਿਆ ਜੇ, ਉਹਨੂੰ ਨਹੀਂ ਪਸੰਦ। ਜਿਹੜਾ ਇਹ ਬੰਦੇ ਕਰਦੇ ਆ, ਘੁਮਣ ਕਰਦੇ ਆ ਮਨਮੁਖ, ਉਹਨਾਂ ਦੀ ਖੈਰ ਨਹੀਂ। ਕਹਿੰਦੇ ਨੇ ਜੇ ਕੋ ਖਾਏ ਆਖਣ ਪਾਏ, ਜੇ ਕੋਈ ਦਾਤਾਂ ਦੇਣ ਵਾਲਾ ਬਣ ਜਾਂਦਾ ਹੈ, ਉਹ ਜਾਣੇ ਜੇਤੀਆਂ ਮੂੰਹ ਖਾਏ। ਫਿਰ ਜਾਂ ਤਾਂ ਉਹਨੂੰ ਪਤਾ ਹੁੰਦਾ, ਤੇ ਜਾਂ ਰੱਬ ਨੂੰ ਵੀ ਕਿੰਨੀਆਂ ਉਹਦੇ ਮੂੰਹ ਤੇ ਪੈਣੀਆਂ ਨੇ। ਆਪੇ ਜਾਣੇ ਆਪੇ ਦੇ ਆਖਿਆ ਸੇ ਵੀ ਕਈ ਕੇ। ਹਰ ਇੱਕ ਚੀਜ਼ ਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਦਾ ਫੈਸਲਾ, ਕਿਸੇ ਦੇ ਵੀ ਧਿਆਨ ਦਾ ਫੈਸਲਾ ਉਹਨੇ ਆਪ ਕਰਨਾ ਹੈ। ਆਪੇ ਜਾਣੇ ਆਪੇ ਦੇ, ਹਰ ਇੱਕ ਦੇ ਦਿਲ ਦੀ ਉਹ ਆਪ ਜਾਣਦਾ ਹੈ। ਬਾਹਰੋਂ ਆਪਾਂ ਕੁਛ ਮਰਜ਼ੀ ਕਹਿ ਲਈ, ਅੰਦਰੋਂ ਨਹੀਂ ਛਪਾ ਸਕਦੇ। ਆਖਿਆ ਸੇ ਵੀ ਕਈ ਕੇ, ਹੋਰ ਬਤੇਰੇ ਫਿਰਦੇ ਆ ਵੀ ਇਸ ਤਰ੍ਹਾਂ ਹੋ ਜਾਊਗਾ, ਇਸ ਤਰ੍ਹਾਂ ਹੋ ਜਾਊਗਾ, ਪਰ ਜੋ ਹੋਣਾ ਉਹ ਮਾਲਕ ਨੂੰ ਪਤਾ ਹੈ, ਉਹਨੇ ਆਪ ਦੇਣਾ ਹੈ। ਜਿੰਨੇ ਤੁਸੀਂ ਸਵਾਸ ਜੋੜੇ ਨੇ, ਸਵਾਸਾਂ ਦੇ ਬੰਦੇ ਨਾਮ ਦੇ ਦੂਗਾ, ਤੇ ਜੇ ਤੁਸੀਂ ਪਾਪ ਜੋੜੇ ਨੇ, ਪਾਪਾਂ ਦੇ ਵੰਡੇ ਸਜਾ ਦੇ ਦੇਗਾ। ਆਖਿਆ ਸੇ ਵੀ ਕਈ ਕੇ, ਕਹਿੰਦੇ ਜੋ ਮਰਜ਼ੀ ਕੋਈ ਆਖੀ ਜਾਵੇ, ਪਰ ਦੇਣਾ ਮਾਲਕ ਨੇ ਆ। ਆਪੇ ਜਾਣੇ ਆਪੇ ਦੇ। ਪਰ ਕਹਿੰਦੇ ਉਹ ਸਭ ਤੋਂ ਵੱਡਾ ਧਨਵੰਤ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ ਕਹਿੰਦੇ ਜਿਹਨੂੰ ਸਿਫਤ ਸਲਾਹ ਨਹੀਂ ਬਖਸ਼ ਦਿੱਤੀ, ਆਪਦੇ ਗੁਣ ਕਰਨੇ ਬਖਸ਼ ਦਿੱਤੇ, ਵੀ ਆ ਮੇਰੇ ਗੁਣ ਕਰੋ ਬਾਈ, ਸਿਫਤ ਸਲਾਹ ਵੀ ਤਾਂ ਆਪ ਹੀ ਬਖਸ਼ਦਾ ਨਾ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਪਾਤਸ਼ਾਹ ਕੌਣ ਹੁੰਦਾ ਹੈ? ਇਹ ਕਾਲ ਪਾਤਸ਼ਾਹੀ ਦਿੱਤੀ ਹੈ ਨਾ ਇਹਨੂੰ। ਖੰਡ ਪਤਾਲ ਦੀਪ ਸਭ ਲੋਹਾ ਸਭ ਕਾਲੇਵਾ ਸਭ। ਕਾਲ ਰਾਜਾ ਹੈ ਨਾ, ਪਾਤਸ਼ਾਹ। ਇਹ ਤ੍ਰੈਗੁਣ ਦਾ, ਮਾਇਆ ਦਾ ਰਾਜਾ ਹੈ ਕਾਲ। ਫਿਰ ਕਹਿੰਦੇ ਇਹ ਪਾਤਸ਼ਾਹੀ ਦਾ ਪਾਤਸ਼ਾਹ, ਕਾਲ ਦੇ ਉੱਤੇ ਪਾਤਸ਼ਾਹ ਬਣਾ ਦਿਆਂਗਾ ਉਹਨੂੰ ਮੈਂ। ਜਿੰਨੇ ਸਿਫਤ ਸਲਾਹ ਕੀਤੀ, ਕਾਲ ਉਹਦੇ ਚਰਨਾਂ ਚ ਆਊਗਾ, ਚਾਹੇ ਜਿੰਨੀ ਮਰਜ਼ੀ ਕਾਲ ਕੋਲ ਪਾਵਰ। ਸਤਿਗੁਰ ਨੂੰ ਪਿਆਰ ਕਰਨ ਲੱਗ ਜਾਂਦੇ ਨੇ। ਜਿਹੜਾ ਸਤਿਗੁਰ ਦਾਤਾ ਸਭਨਾ ਜੀਆਂ ਕਾ, ਉਹ ਸਤਿਗੁਰ ਉਹਨੂੰ ਕਹਿੰਦਾ ਵੀ ਤੂੰ ਦੱਸ ਮੈਨੂੰ ਕੀ। ਰਾਤ ਭਾਈ ਸਾਹਿਬ ਨੇ ਵੀ ਇੱਕ ਦੱਸੀ ਸੀ ਨਾ, ਬਾਪੂ ਜੀ ਹੁਣਾਂ ਨੇ ਸਮਝਾਈ ਸੀ ਗੱਲ ਇਹ, ਵੀ ਜਦੋਂ ਭਗਤ ਦਾ ਪਿਆਰ ਉਹਨੂੰ ਖਿੱਚ ਪਾ ਦੇਵੇ, ਤੇ ਭਗਤ ਦੇ ਪਿੱਛੇ ਉਹ ਆਪਦਾ ਵਿਧਾਨ ਬਦਲ ਦਿੰਦਾ।
ਹੁਣ ਜੰਮਣ ਮਰਨਾ ਵਿਧਾਨ ਹੈ, ਜਿਹੜਾ ਜੰਮਿਆ ਉਹਨੇ ਮਰਨਾ ਹੀ ਹੈ। ਪਰ ਨਾਮਦੇਵ ਦਾ ਪਿਆਰ ਇੰਨਾ ਸੀ ਵੀ ਦੇਖੋ, ਮਰੀ ਸੀ ਗਾਂ ਜਿਹੜੀ ਮਰ ਗਈ, ਮਰਿਆ ਕੋ ਪੁੱਠਾ ਨਹੀਂ ਆਇਆ, ਪਰ ਨਾਮਦੇਵ ਦੇ ਪਿਆਰ ਦੇ ਵਿੱਚ ਉਹਨੇ ਮਰੀ ਗਾਂ ਜਿੰਦਾ ਕਰਤੀ ਸੀ। ਵਿਧਾਨ ਬਦਲਤਾ ਸੀ ਆਪਦਾ, ਮਰੇ ਨੂੰ ਜਿੰਦਾ ਕਰਤਾ ਸੀ। ਅੱਜ ਤੱਕ ਕੋਈ ਮਰ ਕੇ ਜਿੰਦਾ ਨਹੀਂ ਹੋਇਆ ਸਰੀਰਕ ਤੌਰ ਤੇ, ਪਰ ਨਾਮਦੇਵ ਪਿੱਛੇ ਕਰਤਾ ਸੀ ਮਾਲਕ ਨੇ ਗਾਂ ਨੂੰ ਜਿੰਦਾ। ਉਹ ਭਗਤਾਂ ਦਾ ਤਾਂ ਪਿਆਰਾ ਹੈ, ਉਹ ਭਗਤੋਂ ਦੇ ਪਿਆਰੇ, ਉਹ ਭਗਤਾਂ ਦਾ ਪਿਆਰਾ। ਉਹ ਪਾਤਸ਼ਾਹ ਹੋ ਗਏ ਨਾ, ਸਿਰਫ ਸਿਫਤ ਸਲਾਹ ਨਾ ਕਰਨ ਤੇ। ਮਾਲਕ ਨੇ ਆਖਿਆ ਤੂੰ ਮੇਰੀ ਕਰਨੀ ਹੀ ਸਿਫਤ ਏ, ਤੂੰ ਆਪਾ ਨਹੀਂ ਜਨਾਉਣਾ, ਤੈਨੂੰ ਪਾਤਸ਼ਾਹੀ ਮੈਂ ਦਿਆਂਗਾ। ਜੇ ਨਾ ਵੀ ਦੇਵੇ ਤਾਂ ਫਿਰ ਕੀ ਹੈ, ਕਿਉਂਕਿ ਅੰਤ ਹੀ ਨਹੀਂ ਹੈਗਾ। ਜਿਹੜੀ ਚੀਜ਼ ਦਾ ਅੰਤ ਹੋਵੇ, ਜਿਹੜੀ ਚੀਜ਼ ਦਾ ਇੱਕ ਥੰਮਾ ਹੋਵੇ, ਉਹ ਤਾਂ ਆਪਾਂ ਚਲੋ ਲੈ ਲਈ ਵੀ ਹਾਂ ਜੀ ਇੱਥੋਂ ਤੱਕ ਇਹ ਚੀਜ਼ ਸੀ, ਮੈਨੂੰ ਪਤਾ ਹੈ ਜੀ। ਜਿਹੜੀ ਚੀਜ਼ ਦਾ ਅੰਤ ਹੀ ਨਾ ਹੋਵੇ, ਵਿਸਮਾਦ ਹੈ ਉਹ। ਕੋਈ 1000 ਸਾਲ ਦਾ ਤਪਸਵੀ ਹੈ ਤੇ ਉਹਦੇ ਤੇ 5000 ਸਾਲ ਦਾ ਬੈਠਾ, ਕੋਈ 5000 ਸਾਲ ਦਾ, ਉਹਦੇ ਤੇ 10000 ਸਾਲ ਦਾ ਬੈਠਾ, ਕੋਈ 10000 ਸਾਲ ਦਾ, 50000 ਸਾਲ ਦਾ ਤਪਸਵੀ ਬੈਠਾ। ਇਹ ਗੱਲਾਂ ਕਹਿਣ ਨੂੰ ਇੱਥੇ ਕਿੱਥੇ ਬੈਠੇ, ਸੂਖਮ ਦੇ ਵਿੱਚ ਬੈਠੇ। ਕੋਈ ਲੱਖ ਸਾਲ ਦਾ ਤਪਸਵੀ ਹੈ ਤੇ 5 ਲੱਖ ਸਾਲ ਦੇ ਤਪਸਵੀ ਵੀ ਬੈਠੇ ਨੇ। ਇੱਥੇ ਇੱਕ ਯੁੱਗ ਨਹੀਂ ਹੋਇਆ, ਪਤਾ ਨਹੀਂ ਕਿੰਨੇ ਯੁੱਗ ਹੋ ਕੇ ਇੱਥੇ ਨਿਬੜਦੇ ਰਹੇ ਨੇ। 4 ਯੁੱਗ ਤਾਂ ਇੱਕ ਸਮਝਾਉਣ ਦੇ ਲਈ ਹੈ, ਪਤਾ ਨਹੀਂ ਕਿੰਨੇ ਕੁ 4 ਯੁੱਗਾਂ ਦੀ ਚੌਂਕੜੀ ਇੱਥੇ ਹੋ ਗਈ ਹੈ। ਸੋ ਕਰੋ ਫਿਰ ਥੋੜਾ ਜਿਹਾ ਅਭਿਆਸ, ਕਿਰਪਾ ਕਰਨ ਮਾਲਕ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਤੁਸੀਂ ਇਹ ਚੀਜ਼ ਜ਼ਰੂਰ ਮਨ ਦੇ ਵਿੱਚ ਵਸਾਉਣੀ ਹੈ, ਕਿਉਂਕਿ ਇਸ ਚੀਜ਼ ਤੇ ਕਈ ਵਾਰੀ ਧੋਖਾ ਹੋ ਜਾਂਦਾ ਹੈ। ਇਹ ਮਾਰਗ, ਇਹ ਭਗਤੀ ਦਾ ਰਸਤਾ ਨਵਾਂ ਚੱਲਿਆ, ਬਹੁਤਿਆਂ ਨੂੰ ਪਤਾ ਨਹੀਂ। ਅਨਹਦ ਨਾਮ ਨੂੰ ਸੁਣਨਾ ਇਹੀ ਇੱਕ ਅੰਤ ਨਹੀਂ ਹੈਗਾ। ਇਹਨੂੰ ਸੁਣੀ ਜਾਣਾ, ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ, ਜਿੰਨਾ ਮਰਜ਼ੀ ਸੁਣੀ ਜਾਓ। ਇਹ ਅਵਸਥਾ ਹੀ ਹੈ, ਇੱਕ ਟੁਰੀ ਜਾਂਦੀ ਹੈ। ਔਰ ਜੋਤ ਨੂੰ ਦੇਖਣਾ ਕੋਈ ਵੱਡੀ ਗੱਲ ਨਹੀਂ, ਪਰ ਉਹਨੂੰ ਦੇਖਦੇ ਰਹਿਣਾ ਇਹ ਵੱਡੀ ਗੱਲ ਹੈ। ਜੋਤ ਵੀ ਪ੍ਰਗਟ ਹੋ ਜਾਂਦੀ ਸਾਧੂਆਂ ਦੀ ਸ਼ਰਨ 'ਚ ਜਾ ਕੇ, ਨਾਮ ਵੀ ਪ੍ਰਗਟ ਹੋ ਜਾਂਦਾ ਸੰਗਤ ਵਿੱਚ ਜਾ ਕੇ, ਪਰ ਉਹਨੂੰ ਸੁਣਦੇ ਰਹਿਣਾ ਹੈ, ਦੇਖਦੇ ਰਹਿਣਾ ਹੈ,
ਤੇ ਉਨੀ ਦੇਰ ਤੱਕ ਸੁਣੀ ਦੇਖੀ ਤੇ ਬੋਲੀ ਜਾਣਾ ਜਿੰਨ ਤੱਕ ਹਉਮੈ ਨਹੀਂ ਖਤਮ ਹੁੰਦੀ। ਮਸਲਾ ਹੈ ਹਉਮੈ ਦਾ, ਇਹ ਤੁਸੀਂ ਮਨ 'ਚ ਵਸਾਉਣੀ ਹੈ, ਤਾਂ ਫਿਰ ਤੁਸੀਂ ਕਿਸੇ ਤੋਂ ਪ੍ਰਭਾਵਿਤ ਨਹੀਂ ਹੋਵੋਗੇ। ਜੇ ਕੋਈ 10-12 ਸਾਲ ਬਾਅਦ 15-20 ਸਾਲ ਦਾ ਕੋਈ ਅਭਿਆਸੀ ਟੁੱਟਦਾ ਤੇ ਤੁਸੀਂ, ਤੁਹਾਡੇ ਮਨ 'ਚ ਸ਼ੰਕਾ ਨਹੀਂ ਹੋਊਗਾ। ਤੁਹਾਨੂੰ ਇਹ ਚੀਜ਼ ਤੁਸੀਂ ਮਨ 'ਚ ਵਸਾਉਣੀ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਵੇਖਣ ਤੇ ਸੁਣਨ ਦਾ ਕੋਈ ਅੰਤ ਨਹੀਂ ਹੈਗਾ, ਵੇਖ ਵੇਖ ਕੇ ਵੀ ਕਈ ਡੋਲ ਜਾਂਦੇ ਨੇ। ਮਸਲਾ ਹਉਮੈ ਦਾ, ਇਹ ਮਨ 'ਚ ਵਸਾਉਣੀ ਹੈ ਤੁਸੀਂ ਚੀਜ਼, ਤੇ ਫਿਰ ਤੁਹਾਡੇ ਮਨ ਦੇ ਵਿੱਚ ਹਰ ਟਾਈਮ ਭੈ ਬਣਿਆ ਰਹੇਗਾ। ਜਿਹੜੀ ਆ ਗੁਰਮੁਖ ਨੇ ਪੁੱਛਿਆ ਨਾ, ਮਾਲਕ ਦਾ ਭਉ ਕੀ ਹੁੰਦਾ ਹੈ? ਭੈ ਬਣਿਆ ਰਹੇਗਾ ਕਿ ਮੇਰਾ ਧਿਆਨ ਨਾ ਸੱਚ ਦੇ ਵਿੱਚੋਂ ਵਿਸਰ ਜਾਵੇ, ਹਉਮੈ ਫਿਰ ਨਾ ਮੇਰੇ ਅੰਦਰ ਆ ਜਾਵੇ। ਤੇ ਇਹੀ ਹੈ ਭਗਤੀ, ਹੀ ਡਰਦੀ ਹੈ। ਜਿਹੜਾ ਡਰ ਡਰ ਕੇ ਕਰਦਾ ਰਹੇਗਾ ਉਹ ਹਰ ਟਾਈਮ ਸੇਵਾ ਕਰਦਾ ਰਹੇਗਾ। ਜਿਹੜਾ ਨੀਡਰ ਹੋ ਗਿਆ, ਨੀਡਰ ਤਾਂ ਦੁਨੀਆ ਤੋਂ ਹੋਣਾ, ਮਾਲਕ ਤੋਂ ਨੀਡਰ ਨਹੀਂ ਹੋਣਾ। ਕਿਤੇ ਮਾਲਕ ਤੋਂ ਹੀ ਨਾ ਡਰੋ, ਉਹ ਭਗਤੀ ਨਹੀਂ ਕਰ ਸਕਦਾ ਜਿਹੜਾ ਡਰ ਤੋਂ ਬਾਹਰ ਹੋ ਗਿਆ। ਜਿਹੜਾ ਡਰਦਾ ਰਹੇਗਾ ਵੀ ਯਾਰ ਹਉਮੈ ਨਾ ਆ ਜਾਵੇ, ਕੋਈ ਕਿਣਕਾ ਪੈ ਤਾਂ ਨਹੀਂ ਗਿਆ, ਕੋਈ ਮੈਂ ਕਿਸੇ ਦੁਬਦਾ ਤਾਂ ਨਹੀਂ ਕਰ ਬੈਠਾ, ਹਿਸਾਬ ਰੱਖਣਾ, ਮੈਂ ਨਿੰਦਿਆ ਤਾਂ ਨਹੀਂ ਕਰਤੀ ਕਿਸੇ ਦੀ, ਜੇ ਕਿਤੇ ਬੈਠ ਗਿਆ ਤੇ ਕਿਤੇ ਮੈਲ ਲੱਗ ਵੀ ਗਈ ਹੈ ਲਾ ਦਿਆਂ ਮੈਂ, ਕਿਤੇ ਕੋਈ ਨਾਲ ਨਾ ਕਿਣਕਾ ਚਲਾ ਜਾਵੇ। ਤੇ ਗੱਲ ਹੈ ਵੀ ਅੰਤ ਤਾਂ ਹੈ ਹੀ ਨਹੀਂ ਨਾ ਇਹ ਚੀਜ਼। ਦੈਟਸ ਨੋਟ ਇਹ ਕਿ ਇਹ ਨਾ ਸਮਝ ਲਿਓ ਬਸ ਦੇਖ ਲਿਆ ਸੁਣ ਲਿਆ ਜੀ, ਬਸ ਸਾਡੇ ਸ਼ਬਦ ਚੱਲਦੇ ਨੇ ਵੇਖ ਬਸ ਜੀ ਕੰਮ ਠੀਕ ਹੈ। ਦੁਬਦਾ ਦੀ ਟਾਰਗੇਟ ਹੈ ਹਉਮੈ ਦਾ, ਮਤਲਬ ਟਾਰਗੇਟ ਮੇਨ ਹੈ ਧਿਆਨ ਨਾ ਪਲਟ ਜਾਵੇ। ਐਸੀ ਕੋਈ ਵੀ ਗੱਲ ਨਹੀਂ ਕਰਨੀ ਜਿਹਦੇ ਨਾਲੋਂ ਤੁਹਾਡੀ ਬਣੀ ਬਣਾਈ ਅਵਸਥਾ ਦੇ ਵਿੱਚੋਂ ਧਿਆਨ ਪਲਟ ਜਾਵੇ, ਇਹ ਨਹੀਂ ਕਰਨਾ। ਜਿਹੜੇ ਇਹ ਅਖੀਰ ਸਮੇਂ ਤੱਕ ਸੰਭਾਲਣਗੇ ਉਹ ਨਿਕਲਣਗੇ ਪਾਰ। ਜਿਨ੍ਹਾਂ ਦੀ ਅਵਸਥਾ ਬਣੀ ਹੋਈ ਹੈ ਪਰ ਮਨ ਦੇ ਵਿੱਚ ਤਾਂ ਹਉਮੈ, ਦੁਬਦਾ, ਨਿੰਦਿਆ, ਕ੍ਰੋਧ, ਧੜਾ, ਉਹ ਨਹੀਂ ਨਿਕਲਦੇ। ਉਹ ਫਿਰ ਜਿਵੇਂ ਦੇਖਦੇ ਤਾਂ ਰਹਿ ਸੱਚ ਨੂੰ ਪਰ ਦੁਬਦਾ ਨਹੀਂ ਛੱਡੀ, ਉਹ ਫਿਰ ਉਹਨਾਂ ਨੂੰ ਚਕੋਰ ਬਣਾ ਦਿੰਦਾ। ਲਾ ਵੀ ਵੇਖੀ ਜਾ ਚੰਦਰਮਾਨ, ਸੁਣਦਾ ਤਾਂ ਰਿਹਾ, ਕਿਰਪਾ ਤਾਂ ਕਰ ਦਿੱਤੀ ਪਰ ਮਨ 'ਚ ਵਸਾਇਆ ਨਹੀਂ। ਹਿਰਨ ਬਣਾ ਦਿੰਦਾ ਉਹਨੂੰ, ਕਹਿੰਦਾ ਲੈ ਵੀ ਹਿਰਨ ਨੂੰ ਨਾਦ ਸੁਣਾ ਕੇ ਸ਼ਿਕਾਰੀ ਫੜਦਾ ਨਾ, ਨਾਦ ਵਰਗੀ ਆਵਾਜ਼ ਕੱਢਦਾ, ਉਹਨੂੰ ਨਾਦ ਦੀ ਆਵਾਜ਼ ਪਿਆਰੀ ਲੱਗਦੀ। ਚਕੋਰ ਨੂੰ ਚੰਦਰਮਾ ਪਿਆਰਾ ਲੱਗਦਾ। ਫੜਨ ਦੀ ਤਾਂ ਕੋਸ਼ਿਸ਼ ਕਰਦਾ ਰਿਹਾ ਮਾਲਕ ਨੂੰ, ਪਰ ਫੜਿਆ ਨਹੀਂ ਗਿਆ। ਕਹਿੰਦਾ ਜੀ ਇਹਨੂੰ ਪਤੰਗਾ ਬਣਾ ਦਿਓ। ਹਾਂਜੀ, ਪਤੰਗਾ ਜਿਹੜਾ ਉਹ ਅੱਗ ਪਾਸੇ ਜਾਂਦਾ, ਅੱਗ ਉਹਨੂੰ ਸਾੜ ਦਿੰਦੀ। ਵਡਿਆਈ ਲੈਂਦਾ ਨਾ ਪਤੰਗਾ, ਵੀ ਪਤਾ ਨਹੀਂ ਕਿੱਡੀ ਕੁ ਸੋਹਣੀ ਹੈ, ਪਰ ਇਹ ਨਹੀਂ ਪਤਾ ਵੀ ਇਹ ਤਾਂ ਅੱਗ ਹੈ। ਉਹ ਫਿਰ ਸੜੀ ਜਾਂਦਾ ਵੜ ਵੜ ਕੇ ਅੱਗ। ਇਸ ਤਰ੍ਹਾਂ ਗਰਭ ਜੋਨ ਦੇ ਵਿੱਚ ਚਲੇ ਜਾਓਗੇ ਕਿਤੇ, ਜੇ ਹਉਮੈ ਦੁਬਦਾ ਨੂੰ ਨਾ ਛੱਡਿਆ। ਇਹ ਇੱਕ ਸੇਵਾ ਹੈ, ਔਰ ਗੁਰੂ ਨਾਨਕ ਦੇ ਘਰ ਨੇ ਇੱਕ ਨਵੀਨ ਭਗਤੀ ਦਾ ਦੱਸਿਆ ਵੀ ਇਸ ਤਰੀਕੇ ਭਗਤੀ ਕਰੋ। ਭਗਤੀ ਕਰਦੇ ਰਹਿਣਾ ਅਖੀਰ ਸਮੇਂ ਤੱਕ। ਤਾਂ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਇੰਨਾ ਨਾਮ ਨੂੰ ਸੁਣ ਸੁਣ ਕੇ ਤੇ ਜੋਤ ਦੇ ਵਿੱਚ ਧਿਆਨ ਲਾ ਕੇ ਜੋਤ ਨੂੰ ਮਿਲਾਈ ਰੱਖਣਾ ਹੁੰਦਾ ਹੈ। ਮਨ ਦੀ ਜੋਤ ਹੈ ਤੇ ਸਾਹਮਣੇ ਸੱਚ ਦੀ ਜੋਤ ਹੈ। ਸੱਚ ਨੂੰ ਦੇਖ ਦੇਖ ਕੇ ਮਨ ਦੀ ਜੋਤ ਨੂੰ ਸੱਚ ਦੀ ਜੋਤ ਵਿੱਚ ਮਿਲਾਈ ਰੱਖਣਾ ਹੁੰਦਾ ਹੈ। ਫਿਰ ਇਹ ਨਹੀਂ ਹੁੰਦਾ ਕਿ ਇੱਕ ਐਸੀ ਵੀ ਮਨ ਡੋਲਦਾ ਹੀ ਰਹੂਗਾ। ਇੱਕ ਐਸੀ ਅਵਸਥਾ ਵੀ ਆਉਂਦੀ ਹੈ ਮਨ ਡੋਲਣ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ, ਡੋਲਦਾ ਨਹੀਂ। ਇੱਕ ਐਸੀ ਅਵਸਥਾ ਜ਼ਰੂਰ ਆਉਂਦੀ ਹੈ, ਉੱਥੇ ਜਾ ਕੇ ਫਿਰ ਤੁਸੀਂ ਥੋੜਾ ਜਿਹਾ ਲੂਜ਼ ਹੋ ਸਕਦੇ ਹੋ। ਇੱਕ ਐਸੀ ਅਵਸਥਾ ਆਉਂਦੀ ਹੈ ਮਨ ਡੋਲਣ ਦੀ ਬਿਰਤੀ ਤੋਂ ਬਾਹਰ ਹੋ ਜਾਂਦਾ, ਡੋਲਦਾ ਨਹੀਂ। ਪਰ ਜਿੰਨੀ ਦੇਰ ਤੱਕ ਡੋਲਦਾ ਹੈ ਤਾਂ ਸਖਤ ਅਲਰਟ ਰਿਹਾ ਕਰੋ ਵੀ ਸੁਣ ਸੁਣ ਕੇ ਨਾਮ ਨੂੰ ਇੰਨਾ ਮਨ 'ਚ ਵਸਾ ਲਓ, ਇੰਨਾ ਸ਼ਬਦ ਦਾ ਰਸ ਲੈ ਲਓ, ਇੰਨਾ ਜੋਤ ਦੇ ਵਿੱਚ ਜੋਤ ਮਿਲਾਈ ਰੱਖੋ, ਜੋਤ ਦੇ ਵਿੱਚ ਧਿਆਨ ਲਾਈ ਰੱਖੋ। ਫਿਰ ਜਦੋਂ ਡੋਲਣ ਦੀ ਬਿਰਤੀ 'ਚੋਂ ਇੱਕ ਅਵਸਥਾ ਆਊਗੀ ਉਹ ਫਿਰ ਬਾਹਰ ਹੋ ਜਾਏਗਾ, ਫਿਰ ਚਲੋ ਸੌਖਾ ਹੋ ਜਾਂਦਾ। ਪਰ ਧਿਆਨ ਤਾਂ ਫਿਰ ਵੀ ਰੱਖਣਾ ਪੈਂਦਾ। ਫਿਰ ਪਰ ਜਦੋਂ ਧਿਆਨ ਇੰਨਾ ਬਣਾ ਲਓ ਕਿ ਧਿਆਨ ਲਾਉਣ ਦੀ ਲੋੜ ਨਾ ਪਵੇ, ਧਿਆਨ ਲੱਗਾ ਰਵੇ, ਸੱਚ ਨੂੰ ਵੇਖਣ ਦੀ ਲੋੜ ਨਾ ਪਵੇ, ਧਿਆਨ ਬਸ ਲੱਗਾ ਹੀ ਰਵੇ ਉਹਦੇ ਵਿੱਚ। ਕਿਹਨੂੰ ਵੇਖੀਏ, ਲੱਗਾ ਤਾਂ ਹੋਇਆ ਵਿੱਚ ਧਿਆਨ। ਵੇਖਣਾ ਤਾਂ ਉਹਨੂੰ ਹੁੰਦਾ ਹੈ ਉਹ ਕਹਿੰਦੇ ਉਹਨੂੰ ਵੇਖੋ, ਤੇ ਜੇ ਵੇਖਦੇ ਹੀ ਪਏ ਆ ਕਿਹਨੂੰ ਵੇਖੀਏ। ਹਾਂਜੀ, ਜਿਹੜਾ ਇੱਕ ਤਾਂ ਵੇਖੀ ਜਾਂਦਾ ਉਹਦਾ ਤਾਂ ਧਿਆਨ ਹੀ ਵਿੱਚ ਹੈ। ਵੇਖਣਾ ਤਾਂ ਉਹਨੂੰ ਹੁੰਦਾ ਹੈ, ਜੇ ਕਿਸੇ ਦੂਸਰੇ ਪਾਸੇ ਦੇਖਦੇ ਆ ਤਾਂ ਹੀ ਉਹਨੂੰ ਵੇਖਾਂਗੇ ਨਾ, ਵੇਖੀ ਉਹਨੂੰ ਜਾਂਦੇ। ਸੁਣੋ, ਕਿਸੇ ਦੂਜੇ ਦੀ ਤਾਂ ਸੁਣਦੇ ਹੀ ਨਹੀਂ ਪਏ, ਤਾਂ ਉਹਨੂੰ ਹੀ ਸੁਣੀ ਜਾਂਦੇ ਆ। ਸੋ ਇਸ ਤਰੀਕੇ ਫਿਰ ਵੀ ਅੰਤ ਨਹੀਂ ਹੈਗਾ। ਇੱਥੇ ਇਹ ਨਹੀਂ ਹੈਗਾ ਕਿ ਸਾਲ 2 ਸਾਲ ਸੁਣ ਕੇ ਠੀਕ ਹੈ ਨਿਕਲ ਜਾਓ, ਨਹੀਂ, ਅਖੀਰੀ ਸਵਾਸ ਤੱਕ। ਸੋ ਅਲਰਟ ਰਹਿਣਾ, ਮਾਲਕ ਦੇ ਭਉ ਦੇ ਵਿੱਚ ਰਹਿਣਾ ਤੇ ਮਾਲਕ ਦੇ ਪਿਆਰ ਦੇ ਵਿੱਚ ਰਹਿਣਾ। ਅਵਸਥਾ ਇਹੀ ਹੈ, ਕਮਾਈ ਜਾਓ। ਪਰ ਜੇ ਨਾਲ ਨਾਲ ਦੁਬਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਨਾਲ ਨਾਲ ਤਾਂ ਮਾਲਕ ਨੂੰ ਸਲਾਮ ਕਰ ਰਿਹਾ, ਸੇਵਾ ਕਰ ਰਿਹਾ,
ਪਿੱਛੋਂ ਜਵਾਬ ਵੀ, ਚੁਗਲੀ ਵੀ ਕਰ ਰਿਹਾ, ਨਿੰਦਿਆ ਵੀ ਕਰ ਰਿਹਾ, ਉਹਦੇ ਸਰਗੁਣ ਰੂਪ ਨੂੰ ਨਿੰਦ ਰਿਹਾ, ਵਡਿਆਈ ਲੈ, ਕਹਿੰਦੇ ਮੁੰਡੋ ਕੁੱਥਾ ਜਾਏ, ਉਹਦੀਆਂ ਜੜ੍ਹਾਂ ਪੱਟ ਦੂੰਗਾ ਕਹਿੰਦਾ ਮੈਂ। ਸ਼ਰਮ ਤਾਂ ਉਹਨੂੰ ਸੱਚਖੰਡ ਚ ਕੀ ਦੇਣੀ, ਨਾਲ ਤਾਂ ਦੁਬਦਾ ਕਰ ਰਿਹਾ ਤੂੰ, ਮੇਰੀ ਪਿਆਰ ਕਰ ਰਿਹਾ ਤੂੰ, ਕਹਿੰਦੇ ਮੁੰਡੋ ਕੁੱਥਾ ਜਾਏ, ਪੱਟ ਦੂੰ ਉਹਦੀਆਂ ਮੈਂ ਜੜ੍ਹਾਂ। ਤਾਂ ਕਹਿੰਦੇ ਨੇ ਅਮੁੱਲ ਗੁਣ ਅਮੁੱਲ ਵਪਾਰ। ਇਹ ਕਹਿੰਦੇ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਇਹ ਗੁਣ ਜਿਹੜੇ ਨੇ ਬਹੁਤ ਅਮੁੱਲ ਹੁੰਦੇ ਨੇ, ਤੇ ਅਮੁੱਲ ਹੀ ਇਹਦਾ ਵਪਾਰ ਹੁੰਦਾ। ਜਿਵੇਂ ਅੱਜ ਬਾਹਰ ਹੀਰੇ ਦਾ, ਸੋਨੇ ਦਾ ਰੇਟ ਬਹੁਤ ਜ਼ਿਆਦਾ ਹੈ ਨਾ, ਅਮੁੱਲ ਨੇ ਉਹ, ਤੇ ਅਮੁੱਲ ਹੀ ਉਹਨਾਂ ਦਾ ਵਪਾਰ ਹੈ। ਇਹ ਤਾਂ ਹੈ ਨਹੀਂ ਵੀ ਹੁਣ ਜਾਣਾ ਖਾਣਾ, ਜਿਵੇਂ ਕਰਿਆਨੇ ਦੀਆਂ ਦੁਕਾਨਾਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ, ਐ ਹੁਣ ਦੇਖਿਆ ਵੀ ਸੁਨਾਰਾਂ ਦੀਆਂ ਦੁਕਾਨਾਂ ਸ਼ਹਿਰ ਦੇ ਵਿੱਚ 10, 15, 20 ਮੇਨ ਹੋਣਗੀਆਂ। ਅਮੁੱਲ ਗੁਣ, ਇਸੇ ਤਰੀਕੇ ਸੱਚ ਦੇ ਗੁਣ ਜਿਹੜੇ ਨੇ ਅਮੁੱਲ ਵਪਾਰ ਨੇ। ਹਰ ਇੱਕ ਥੋੜੀ ਨਾ ਕੋਈ ਵਪਾਰ ਕਰ ਸਕਦਾ ਹੈ। ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਹੀ ਇਹਦਾ ਵਪਾਰ ਹੈ, ਅਮੁੱਲ ਹੀ ਇਹ ਗੁਣ ਨੇ। ਅਮੁੱਲ ਮਤਲਬ ਪੈਸੇ ਤੋਂ ਬਾਹਰ ਦੇ, ਪਿਆਰ ਦੇ ਗੁਣ ਨੇ, ਪਿਆਰ ਦਾ ਵਪਾਰ ਹੈ, ਅਮੁੱਲ ਹੀ ਇਹਦੇ ਵਪਾਰੀ ਨੇ। ਉਹ ਗੁਰਮੁਖ ਵੀ ਅਮੁੱਲ ਨੇ, ਵਿਰਲੇ ਵਿਰਲੇ। ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਕਹਿੰਦੇ ਇਹ ਪੈਸੇ ਧੇਲੇ ਤੋਂ, ਇਹ ਸਾਰੇ ਤਨ ਮਨ ਧਨ ਤੋਂ ਵੀ ਉੱਪਰ ਉੱਠ ਕੇ ਜਿਹੜਾ ਆਊਗਾ ਤੇ ਉਹੀ ਲੈ ਜਾਊਗਾ। ਅਮੁੱਲ ਭਾਏ ਅਮੁੱਲਾ ਸਮਾਏ, ਕਿਉਂਕਿ ਇਹਨੂੰ ਕੌਣ ਲਊਗਾ, ਜਿਹੜਾ ਭਾਏ ਦੇ ਵਿੱਚ, ਪਿਆਰ ਦੇ ਵਿੱਚ ਆ ਕੇ ਇਹਦਾ ਵਪਾਰ ਕਰੇਗਾ, ਉਹ ਸਮਾਏਗਾ। ਅਮੁੱਲ ਧਰਮ ਅਮੁੱਲ ਦੀਵਾਨ, ਕਹਿੰਦੇ ਧਰਮ ਕੋਈ ਬੰਦੇ ਦੀ ਉਪਜ ਨਹੀਂ ਹੁੰਦਾ। ਅੱਜ ਕਿੰਨੇ ਧਰਮ ਬਣੇ ਹੋਏ ਨੇ, 4 ਤਾਂ ਚਲੋ ਮੇਨ ਹੀ ਨੇ, ਹਿੰਦੂ ਮੁਸਲਿਮ ਸਿੱਖ ਈਸਾਈ, ਔਰ ਬਾਕੀ ਬਹੁਤ ਸੰਸਥਾਵਾਂ ਦੇ ਵੀ ਧਰਮ ਬਣ ਗਏ ਨੇ। ਇਹ ਧਿਆਨ ਵਾਲੇ ਨੇ ਜੀ, ਇਹ ਨਿਰਮਲੇ ਨੇ ਜੀ, ਇਹ ਉਹ ਨੇ ਜੀ। ਤੇ ਕਹਿੰਦੇ ਅਮੁੱਲ ਧਰਮ, ਧਰਮ ਕਦੇ ਵੀ ਬੰਦੇ ਦੀ ਉਪਜ ਨਹੀਂ ਹੁੰਦਾ, ਧਰਮ ਖੁਦ ਅਕਾਲ ਪੁਰਖ ਹੈ। ਅਮੁੱਲ ਦੀਵਾਨ, ਹੁਣ ਇੱਥੇ ਕਿੰਨੇ ਤਖਤ ਬਣੇ ਹੋਏ ਨੇ, ਕਿੰਨਿਆਂ ਨੇ ਧਰਤੀ ਦੇ ਵਿੱਚ ਬਣਾਏ ਹੋਏ ਨੇ ਵੀ ਇੱਥੇ ਪਵਿੱਤਰ ਹੈ ਜੀ, ਕਿੰਨਿਆਂ ਨੇ ਉੱਤੇ ਬਣਾਏ ਹੋਏ ਨੇ ਵੀ ਉੱਥੇ ਚੱਲੋ, ਆਪਾਂ ਤੀਰਥ ਕਹਿੰਦੇ ਆ ਨਾ, ਉੱਥੇ ਜਾਇਆ ਬਈ ਉਹ ਤੇਰੇ ਪਾਪ ਪੂਰੇ ਹੋ ਜਾਣਗੇ। ਕਹਿੰਦੇ ਉਹ ਦੀਵਾਨ ਇਸ ਤਰੀਕੇ ਦਾ ਨਹੀਂ, ਉਹ ਅਮੁੱਲ ਦੀਵਾਨ ਹੈ। ਉਹ ਧਰਮ ਇਸ ਤਰੀਕੇ ਦਾ ਨਹੀਂ ਵੀ ਜਿਹੜਾ ਕਿਹੜਾ ਉਹਨੂੰ ਅਪਣਾ ਲਏਗਾ, ਨਹੀਂ ਨਹੀਂ, ਉਹ ਤਾਂ ਮਰ ਜੀਵੜਿਆਂ ਦਾ ਧਰਮ ਹੈ। ਪਹਿਲਾਂ ਮੁਕਤੀ, ਫਿਰ ਤਨ ਮਨ ਧਨ ਅਰਪਣਾ ਪੈਂਦਾ, ਫਿਰ ਉਹ ਧਰਮ ਦੇ ਵਿੱਚ ਸਿੱਖਿਆ ਮਿਲਦੀ। ਉਹ ਧਰਮ ਕਿਹੜਾ ਹੈ, ਆ ਸੱਚ, ਆ ਨਿਰੰਕਾਰ, ਫੁਰਨੇ ਤੋਂ ਰਹਿਤ ਦਾ ਧਰਮ ਹੈ। ਉਹ ਉੱਥੇ ਕੋਈ ਰਹਿਤ ਨਹੀਂ, ਉੱਥੇ ਮਾਲਕ ਦੀ ਰਹਿਤ ਹੈ, ਸੱਚ ਨੂੰ ਦੇਖਣਾ। ਅਮੁੱਲ ਦੀਵਾਨ, ਉਸ ਦੀਵਾਨ ਤੇ ਉਹ ਸਾਰਿਆਂ ਦਾ ਇੱਕੋ ਹੀ ਦੀਵਾਨ ਹੈ ਆਪਣਾ ਦਾ, ਜਿਹਦੇ ਵਿੱਚੋਂ ਆਪਾਂ ਪ੍ਰਗਟ ਹੋਏ ਆ। ਪਰ ਇੱਥੇ ਦੀਵਾਨ ਅਲੱਗ-ਅਲੱਗ ਬਣ ਗਏ ਨੇ, ਕੋਈ ਹਿੰਦੂਆਂ ਦਾ, ਕੋਈ ਮੁਸਲਿਆਂ ਦਾ, ਕੋਈ ਸਿੱਖਾਂ ਦਾ, ਕੋਈ ਸਾਈਆਂ ਦਾ, ਕੋਈ ਜੈਨੀਆਂ ਦਾ, ਕੋਈ ਕ੍ਰਿਸ਼ਚਨਾਂ ਦਾ, ਕੋਈ ਫਿਰ ਸਿੱਖਾਂ ਦੇ ਵਿੱਚ ਵੀ ਕਈ ਬਾਬੇ ਨੇ, ਅਲੱਗ-ਅਲੱਗ ਧਰਮ ਦੀਵਾਨ ਨੇ। ਪਰ ਕਹਿੰਦੇ ਉਸ ਦੀਵਾਨ ਤੱਕ ਪਹੁੰਚੇ ਹੀ ਨਹੀਂ। ਅਮੁੱਲ ਤੁੱਲ ਅਮੁੱਲ ਪ੍ਰਵਾਨ, ਜੋ ਉਸ ਅਮੁੱਲ ਦੇ ਨਾਲ, ਖਜ਼ਾਨੇ ਨਾਲ ਜੁੜ ਗਿਆ, ਉਹ ਤੁੱਲਦਾ ਨਹੀਂ, ਫਿਰ ਉਹੀ ਪ੍ਰਵਾਨ ਹੈ ਜਿਹੜਾ ਤੁੱਲੇ ਨਾ। ਕਿਵੇਂ ਨਹੀਂ ਤੁੱਲਦੇ, ਹੁਣ 5ਵੇਂ ਪਾਤਸ਼ਾਹ ਨੂੰ ਤੋਲਿਆ ਸੀ ਨਾ ਉਹਨਾਂ ਨੇ ਵੀ ਤੂੰ ਆ ਜਾ ਅਪਣਾ ਲੈ ਸਾਡਾ ਧਰਮ, ਤੁੱਲਿਆ ਸੀ। ਫਿਰ ਉਹ ਸਿੱਖ ਕਿੰਨੇ, ਉਹ ਤੁੱਲੇ ਨਹੀਂ। 4 ਸਾਹਿਬਜ਼ਾਦਿਆਂ ਨੂੰ ਤੋਲਦੇ ਸੀ, ਉਹ ਤੁੱਲਦੇ ਨਹੀਂ, ਉਹੀ ਪ੍ਰਵਾਨ ਨੇ। ਤੇ ਜਿਹੜਾ ਪੈਸੇ ਪਿੱਛੇ ਤੁੱਲ ਜਾਵੇ, ਮਾਇਆ ਪਿੱਛੇ ਤੁੱਲ ਜਾਵੇ, ਸ਼ੌਹਰਤ ਪਿੱਛੇ ਤੁੱਲ ਜਾਵੇ, ਕਰਨੀ ਭਗਤੀ ਹੈ ਤੇ ਉਧਰੋਂ ਆਪਾ ਵੀ ਰੱਖਣਾ। ਹੁਣ ਸਾਧੂਆਂ ਨੇ ਕਹਿਤਾ ਭਾਈ 6 ਮਹੀਨੇ ਮੇਰੀ ਸੇਵਾ ਕਰ, ਨਾ ਜੀ ਘਰ ਨਹੀਂ ਸਰਦਾ, ਤੂੰ ਤਾਂ ਤੁੱਲਿਆ ਹੋਇਆ ਫਿਰ, ਠੀਕ ਹੈ ਨਾ ਜੀ। ਸਾਧੂਆਂ ਨੇ ਕਹਿ ਦਿੱਤਾ 4 ਦਿਨ ਇੱਥੇ ਰਹਿ ਕੇ ਭਾਈ ਸਿਮਰਨ ਕਰੋ, ਓਹੋ ਮੈਂ ਘਰ ਨਹੀਂ ਦੱਸ ਕੇ ਆਇਆ ਜੀ, ਮਤਲਬ ਮਾਇਆ 'ਚ ਤੁੱਲਿਆ ਹੋਇਆ ਨਾ। ਅਮੁੱਲ ਤੁੱਲ, ਜਿਹੜੇ ਤੁੱਲਦੇ ਨਹੀਂ, ਜਦੋਂ ਸਾਧੂ ਦਾ ਬਚਨ ਸਿੱਧਾ ਸੀਨੇ ਦੇ ਵਿੱਚ ਗੋਲੀ ਤਰ੍ਹਾਂ, ਅਮੁੱਲ ਉਹ ਪ੍ਰਵਾਨ ਆ। ਉਹਨੇ ਤਨ ਮਨ ਧਨ ਅਰਪਿਆ ਹੋਇਆ, ਸਾਧੂ ਨੂੰ ਗੁਰੂ ਮੰਨ ਲਿਆ। ਤੇ ਜਿਹੜੇ ਉਧਰ ਬਾਪੂ ਜੀ ਦੀ ਵੀ ਪਾਈ ਸੀ, ਆਰਜੀ ਗੁਰੂ ਮੰਨਣ ਵਾਲੇ ਬਹੁਤ ਨੇ, ਵੀ ਇੱਕ ਵਾਰੀ ਚੱਲ ਆਰਜੀ ਤਰੀਕੇ ਦਾ ਕਹਿੰਦੇ ਨੇ ਵੀ ਵਿਖਾ ਸੁਣਾ, ਉਹ ਆਰਜੀ ਬੜੇ ਨੇ, ਉਹਨਾਂ ਦੀ ਤਾਦਾਦ। ਉਹ ਵੇਖ ਸੁਣ ਕੇ ਫਿਰ ਉਹ ਮਲਾਈ ਜੀ ਲੈ ਕੇ ਫਿਰ ਕਹਿੰਦੇ ਅੱਗੇ ਨਹੀਂ, ਇੱਥੇ ਹੈ ਨਹੀਂ ਗੱਲਬਾਤ। ਜਦੋਂ ਉਹਨਾਂ ਨੇ ਕਹੀ ਵੀ ਵਿਖਾਤਾ ਸੁਣਾਤਾ, ਹੁਣ ਕਰੋ ਆਪਾਂ ਸਮਰਪਣ, ਆਪਾਂ ਸਮਰਪਣ ਨਹੀਂ ਹੁੰਦਾ। ਸੋ ਆਰਜੀ ਆ, ਉਹ ਆਰਜੀ ਨੇ ਤੇ ਵੇਖਿਆ ਸੁਣਿਆ ਫਿਰ ਕੀ ਹੋਵੇਗਾ, ਦੁਬਦਾ ਤਾਂ ਛੱਡੀ ਨਹੀਂ, ਸਗੋਂ ਪੈ ਗਈ। ਫਿਰ ਜੇ ਅੱਗੇ ਤੋਂ ਕੋਈ ਕਹੂਗਾ ਨਾ ਵੇਖੋ ਮਾਲਕ ਨੂੰ ਸੁਣੋ, ਉਹ ਕਹਿੰਦੇ ਇਹ ਤਾਂ ਅਸੀਂ ਵੇਖਿਆ ਸਾਲ ਪਹਿਲਾਂ, ਕੋਈ ਨਵੀਂ ਚੀਜ਼ ਦੱਸ, ਉਹ ਤਾਂ ਨਿਕਲ ਨਹੀਂ ਸਕਦਾ, ਉਹ ਤਾਂ ਸਗੋਂ ਫਸ ਗਿਆ। ਹੁਣ ਜੇ ਤੁਸੀਂ ਦੇਖ ਕੇ ਸੁਣ ਕੇ ਜਿਹੜੀ ਅਵਸਥਾ ਆਪਾਂ ਕਹਿੰਦੇ ਆ, ਫਿਰ ਤੁਸੀਂ ਕਹੋਗੇ ਘਰ ਜਾ ਕੇ ਸਲਾਹ ਕਰਕੇ ਦੱਸਾਂ, ਮੈਂ ਕਰਨੀ ਨਹੀਂ। ਅਵਸਥਾ ਇਹ ਪਰਮ ਹੈ। ਕਲਯੁਗ ਦੇ ਵਿੱਚ ਇਸ ਤੋਂ ਉੱਪਰ ਦੀ ਭਗਤੀ ਹੈ ਹੀ ਨਹੀਂ ਕੋਈ। ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਵੀ ਜੋਤ ਨੂੰ ਦੇਖਣਾ, ਸ਼ਬਦ ਨੂੰ ਸੁਣਨਾ ਪਰਮ ਅਵਸਥਾ ਹੈ। ਫਿਰ ਸਾਲ ਬਾਅਦ ਤੁਹਾਨੂੰ ਘੋਰ ਮਿਲਿਆ ਵੀ ਆ ਜਾ, ਮੈਂ ਤੈਨੂੰ, ਉਹਨੇ ਆਖਿਆ ਉਹ ਇਹ ਤਾਂ ਸਾਲ ਪਹਿਲਾਂ ਮੈਂ ਕਰ ਲਿਆ ਸੀ, ਹੋਰ ਦੱਸ ਕੋਈ ਨਵੀਂ ਚੀਜ਼। ਉਹ ਤਾਂ ਸਗੋਂ ਗਿਆ ਡੰਗਾਈ ਦੇ ਵਿੱਚ, ਉਹ ਨਹੀਂ ਨਿਕਲਦਾ। ਸੋ
ਕਾਲ ਬਹੁਤ ਵੱਡੀ ਚੀਜ਼ ਹੈ। ਉਹ ਕਹਿੰਦਾ ਆਪਾਂ ਨੂੰ ਲੋੜ ਹੀ ਨਾ ਪਵੇ, ਇਹਨੂੰ ਖੜੇ ਖੜਾਇਆ ਵਾ, ਜੇ ਇਹਦੇ ਚ ਹਉਮੈ ਹੀ ਇੰਨੀ ਪਾ ਦਿਓ ਵੀ ਆਪਾਂ ਨੂੰ ਫੁਰਨਾ ਦੇਣ ਦੀ ਲੋੜ ਹੀ ਨਾ ਪਵੇ, ਆਪੇ ਹੀ ਲਈ ਜਾਵੇ। ਤਾਂ ਕਹਿੰਦੇ ਨੇ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨੇ। ਬਖਸ਼ੀਸ਼ਾਂ ਅਮੁੱਲ ਨੇ, ਆ ਜਿਹੜੀਆਂ ਤੁਸੀਂ ਲੈਂਦੇ ਹੋ ਨਾ ਰੋਜ਼ ਗੁਰਬਾਣੀ ਗੁਰੂ ਦੀਆਂ ਸਾਧਾਂ ਦੀਆਂ, ਅਮੁੱਲ ਬਖਸ਼ੀਸ਼ਾਂ ਨੇ, ਪੈਸੇ ਨਾਲ ਨਹੀਂ ਮਿਲਦੀਆਂ। ਅਮੁੱਲ ਨਿਸ਼ਾਨ, ਕਿਉਂਕਿ ਇਹ ਬਖਸ਼ਾਂ ਐਸੀਆਂ ਨੇ, ਤੁਸੀਂ ਇਹ ਜਿੰਨਾ ਇੱਥੇ ਪਿਆਰ ਕਰ ਰਹੇ ਹੋ, ਸਿਮਰਨ ਕਰ ਰਹੇ ਹੋ, ਨਿਸ਼ਾਨ ਤੁਸੀਂ ਨਾਮ ਵੱਲ ਜਾ ਰਹੇ ਹੋ, ਇਹ ਤੁਹਾਡੇ ਗੁਣ ਜੁੜਦੇ ਪਏ ਨੇ। ਇੱਕ ਨਾਮ ਦੀ ਸੰਗਤ ਹੀ ਐਸੀ ਹੈ ਜਿੰਦੇ ਵਿੱਚ ਸਿੱਧਾ ਖਜ਼ਾਨਾ ਨਾਮ ਦੇ ਲਈ ਜੁੜਦਾ ਹੈ, ਅਕਾਲ ਪੁਰਖ ਲਈ ਜੁੜਦਾ ਹੈ। ਆ ਜਿਹੜੀ ਆਪਾਂ ਕਰਦੇ ਨਾ ਸਾਰੇ ਗੁਰਮੁਖ ਰਲ ਮਿਲ ਕੇ, ਹੋਰ ਵੀ ਕਈ ਥਾਵਾਂ ਤੇ ਕਰਦੇ ਪਏ ਆਪਣੇ ਪ੍ਰਭ ਮਿਲਨੇ ਕੇ ਤੋਂ ਸਾਰਾ ਖੇਲ ਚੱਲਦਾ ਗੁਰਬਾਣੀ ਦਾ। ਇਹ ਸੰਗਤ ਇੱਕ ਐਸੀ ਹੈ, ਇਹਦਾ ਡਾਇਰੈਕਟ ਕ੍ਰੈਡਿਟ ਤੁਹਾਡਾ ਉਸ ਜੋਤ ਲਈ, ਨਾਮ ਰਸ ਲਈ ਜੁੜਦਾ ਪਿਆ। ਦੂਜੀਆਂ ਸੰਗਤਾਂ ਦਾ ਕੋਈ ਸਤੋਗੁਣ ਤੇ ਜੁੜੀ ਜਾਂਦਾ, ਕੋਈ ਰਜੋਗੁਣ ਤੇ ਜੁੜੀ ਜਾਂਦਾ, ਇਹ ਡਾਇਰੈਕਟ ਲਾਹਾ ਹੈ ਅਕਾਲ ਪੁਰਖ ਤੱਕ। ਇਹ ਅਮੁੱਲ ਬਖਸ਼ੀਸ਼ ਹੈ, ਅਮੁੱਲ ਨਿਸ਼ਾਨ ਹੈ। ਉਹ ਮੁੱਲ ਨਾਮ ਤੱਕ ਪਹੁੰਚਣ ਲਈ ਆ ਸੰਗਤ ਜ਼ਰੂਰੀ ਹੈ ਜਿਹੜੀ ਤੁਸੀਂ ਕਰਦੇ ਪਏ ਜੇ, ਤੇ ਵਿਰਲਿਆਂ ਨੂੰ ਮਿਲਦੀ ਪਈ ਆ ਇਹ ਸੰਗਤ ਦੇ ਵਿੱਚ। ਇਹ ਸੰਗਤ ਇੱਕ ਚੀਜ਼ ਹੀ ਦੇਖੋ ਐਸੀ ਹੈ, ਇਹਦੇ ਵਿੱਚ ਬੈਠਣ ਤੇ ਸੁਣਨ ਦੇ ਨਾਲ ਹੀ ਬਹੁਤ ਲਾਇਆ ਮਿਲ ਜਾਂਦਾ। ਸਿਰਫ ਬੈਠਣ ਤੇ ਸੁਣਨ ਦੇ ਨਾਲ ਹੀ। ਪਤਾ ਨਹੀਂ ਤੁਹਾਨੂੰ ਪਹਿਲੀ ਸਟੇਜ ਤੇ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ 1 ਘੰਟੇ ਦੀ ਸੰਗਤ ਹੁੰਦੀ ਹੈ ਨਾ ਆਪਣੀ। ਇਸੇ ਤਰੀਕੇ ਆਪਣੇ ਸਾਧੂ ਉੱਥੇ ਕਰਦੇ ਆ 1.25 ਘੰਟੇ 1.5 ਘੰਟੇ ਉੱਥੇ ਭਾਈ ਸਾਹਿਬ ਨਹੀਂ ਕਰਦੇ। ਪਤਾ ਨਹੀਂ ਇਹਦੇ ਵਿੱਚ ਕਿੰਨੇ ਕੁ ਪਾਪ ਤੁਹਾਡੇ ਕੱਟੇ ਜਾਂਦੇ ਆ। ਸਾਡੇ ਬੇਅੰਤ ਪਾਪ ਹੁੰਦੇ ਆ, ਪਤਾ ਨਹੀਂ ਕਿੰਨੇ ਕੁ ਪਾਪ ਕੱਟੇ ਜਾਂਦੇ ਆ। ਤਾਂ ਹੀ ਤਾਂ ਉੱਠਦੇ ਜਾਂਦੇ ਹੋ ਤੇ ਕਹਿੰਦੇ ਆਪਾਂ ਹੌਲਾ ਹੀ ਹੋ ਗਿਆ ਸਰੀਰ, ਸ਼ਬਦ ਬਹੁਤ ਉੱਚੀ ਹੋ ਗਿਆ, ਰਾਸੀ ਚੱਲ ਪਿਆ। ਇਹ ਕਿਉਂ ਹੌਲਾ ਹੋ ਗਿਆ? ਪਾਪ ਕੱਟੇ ਗਏ ਤੁਹਾਡੇ। ਕਿੰਨੇ ਕੁ ਕੱਟੇ ਗਏ? ਉਵੇਂ ਨਹੀਂ ਸੀ ਕੱਟੇ ਜਾਣੇ। 1 ਘੰਟੇ ਦੇ ਵਿੱਚ ਕਿੰਨੀਆਂ ਸੁਰਤੀਆਂ ਨੇ ਇਕੱਠੇ ਹੋ ਕੇ ਕਿੰਨੇ ਕੱਟ ਲਏ। ਅਮੁੱਲ ਕਰਮ ਅਮੁੱਲ ਫੁਰਮਾਨ। ਫਿਰ ਜਿਹੜੇ ਇੱਕ ਤਾਂ ਦੁਨਿਆਵੀ ਕਰਮ ਹੁੰਦੇ ਨੇ ਤੇ ਦੁਨਿਆਵੀ ਫੁਰਮਾਨ ਕਰਦੇ ਨੇ। ਜਿਵੇਂ ਹੁਣ ਅੰਦਰੋਂ 5 ਕਹਿੰਦੇ ਨੇ ਨਾ, ਦੁਕਾਨ ਖੋਲਾ ਬਈ, ਖੇਤੀ ਕਰ ਲਾ ਬਈ, ਇਹ ਫੁਰਮਾਨ ਕਰਦੇ ਨੇ ਤੇ ਉਹ ਕਰਮ ਤੁਸੀਂ ਕਰਦੇ ਹੋ। ਇਹ ਕਰਮ ਜਿਹੜਾ ਨਾ ਫੁਰਮਾਨ, ਇਹ ਵੀ ਉਸੇ ਤਰੀਕੇ ਹੋਏਗਾ ਪਰ ਸਤਿਗੁਰ ਕਰੇਗਾ ਫਿਰ ਅੰਦਰੋਂ। ਇਹ ਕਰਮ ਅਲੱਗ ਹੈ। ਜਿਵੇਂ ਇੱਥੇ ਤਾਂ ਤੁਸੀਂ ਦੁਕਾਨ ਖੋਲ ਲਈ, ਕਰਮ ਕਰ ਲਿਆ, ਜੋਬ ਤੇ ਜਾਣਾ, ਫਲਾਣੀ ਜੋਬ 8 ਘੰਟੇ ਦੀ ਹੈ, 10 ਘੰਟੇ ਹੈ, ਉੱਥੋਂ ਆ ਗੱਡੀ ਚੱਕਣੀ ਹੈ, ਇਹ ਤਾਂ ਅੰਦਰੋਂ ਇਹ 5 ਫੁਰਮਾਨ ਕਰਦੇ ਨੇ। ਫਿਰ ਉਹ ਸਤਿਗੁਰ ਫੁਰਮਾਨ ਕਰਦਾ ਹੈ ਤੇ ਉਹ ਅਮੁੱਲ ਕਰਮ ਬਣਦੇ ਨੇ। ਉਹ ਫਿਰ ਵਾਹ ਗੁਰੂ ਆ ਸੱਚ ਦੀ ਬੰਦਗੀ ਸਿਫਤ, ਇਹ ਫਿਰ ਕਰਮ ਅਲੱਗ ਨੇ। ਉਹ 3 ਗੁਣ ਕਰਮ ਨੇ, ਇਹ ਚੌਥੇ ਪਦ ਦੇ ਕਰਮ ਨੇ। ਇਹ ਸਤਿਗੁਰ ਫੁਰਮਾਨ ਜਿਨ੍ਹਾਂ ਨੂੰ ਵਿਰਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੂੰ ਕਰਦਾ ਅੰਦਰੋਂ। ਕਰੋ ਬਈ ਸਿਮਰਨ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ। ਅੰਦਰ ਬੈਠਾ ਆਂਦਾ ਲਾਓ ਵੀ ਸੱਚ ਧਿਆਨ। ਅੱਛਾ, ਫਿਰ ਤੈਨੂੰ ਪਤਾ ਹੈ ਜਦੋਂ ਉਹਦੇ ਪਿਆਰੇ ਬਣ ਜਾਈਏ ਫਿਰ ਅੰਦਰ ਬੈਠਾ ਦੱਸਦਾ ਹੈ, ਤੈਨੂੰ ਪਤਾ ਹੈ ਬਈ ਇੱਥੇ ਧਿਆਨ ਲਾਇਆ ਆ ਹੋ ਜਾਂਦਾ। ਠੀਕ ਹੈ ਨਾ? ਆਪ ਦੇ ਉੱਤੇ ਲੈ ਕੇ ਨਹੀਂ, ਫਿਰ ਵੀ ਦੱਸਦਾ। ਜਿਵੇਂ ਕਿ ਫਿਲਮ ਦੇ ਵਿੱਚ ਨਾ ਇੱਕ ਸੀਨ ਸੀਗਾ, ਮਾਲਕ ਦੇ ਦੱਸਣ ਦਾ ਤਰੀਕਾ ਹੋਵੇਗਾ, ਜਦੋਂ ਦੱਸੇਗਾ ਨਾ 2-4 ਮਿੰਟ ਤਾਂ ਐ ਲੱਗਦਾ ਵੀ ਹਾਂ ਮੈਂ ਹੀ ਖੋਜ ਕੀਤੀ ਹੈ, ਪਰ ਬਾਅਦ ਦੇ ਵਿੱਚ ਫੁਰਨਾ ਇਹ ਵੀ ਯਾਦ ਦੇਵੇਗਾ ਵੀ ਖੋਜ ਮੈਂ ਕਿੱਥੋਂ ਕਰ ਲਈ, ਮੈਂ ਤਾਂ ਚੁੱਪ ਬੈਠਾ ਸੀ, ਦੱਸਿਆ ਕਿੰਨੇ? ਖੋਜ ਤਾਂ ਮਾਲਕ ਦੀ ਏ। ਹਮੇਸ਼ਾ ਮਾਲਕ ਹੀ ਦੱਸਦਾ ਹੁੰਦਾ। ਜਿਵੇਂ ਇੱਕ ਫਿਲਮ ਸੀਗੀ, ਮੈਂ ਦੁਨਿਆਵੀ ਦੱਸਦਾ ਕਿਵੇਂ ਦੱਸਦਾ। ਉਹ ਇੱਕ ਚੋਰ ਉਹਦਾ ਸਾਥੀ ਹੁੰਦਾ ਤੇ ਉਹ ਜੇਲ੍ਹ ਦੇ ਵਿੱਚ ਹੋ ਜਾਂਦਾ ਤੇ ਉਹ ਬਾਹਰ ਹੁੰਦਾ। ਉਹ ਕਹਿੰਦਾ ਮੇਰੇ ਸਾਥੀ ਨੂੰ ਮੈਂ ਛਡਾ ਕੇ ਕਿਵੇਂ ਲਿਆਵਾਂ। ਠੀਕ ਹੈ, ਤੇ ਉਹ ਅੰਦਰ ਜਾਂਦਾ ਤੇ ਜਾ ਕੇ ਤੇ ਇੰਸਪੈਕਟਰ ਨੂੰ ਪਿੱਛੋਂ ਦੀ ਜੱਫੀ ਪਾ ਲੈਂਦਾ। ਉਹ ਕਹਿੰਦਾ ਜੱਫੀ ਕਿਉਂ ਡਾਲੀ, ਜੱਫੀ ਕਿਉਂ ਡਾਲੀ? ਕਹਿੰਦਾ ਇਹ ਇੰਨਾ ਖੂੰਖਾਰ ਅਪਰਾਧੀ ਹੈ, ਜੇ ਤੈਨੂੰ ਮਾਰ ਦੇ ਤਾਂ ਫੇਰ ਕਹਿੰਦਾ ਤਾਂ ਮੈਂ ਤੈਨੂੰ ਫੜੀ ਖੜਾ, ਕਹਿੰਦਾ ਬਚਾਈ ਖੜਾ। ਤੇ ਫਿਰ ਉਹ ਜਿਹੜਾ ਉਹਦੇ ਹੱਥ ਦੇ ਵਿੱਚੋਂ ਨਿਕਲ ਜਾਂਦਾ। ਕਹਿੰਦਾ ਇੰਸਪੈਕਟਰ ਸਾਹਿਬ ਚੁੱਪ, ਤੁਹਾਡੀ ਜੇਬ ਦੇ ਵਿੱਚ ਪਿਸਤੌਲ ਹੈ, ਕੱਢ ਵੀ ਸਕਦਾ ਹੈ। ਉਹ ਨਾਲ ਉਹਨੂੰ ਉਧਰੋਂ ਡਰਾਈ ਜਾਂਦਾ, ਉਹਨੂੰ ਆਪਸ਼ਨ ਦਿੱਤੀਆਂ। ਉਹ ਅਪਰਾਧੀ ਜਿਹੜਾ ਪਿਸਤੌਲ ਕੱਢ ਲੈਂਦਾ। ਕਹਿੰਦਾ ਇੰਸਪੈਕਟਰ ਸਾਹਿਬ ਹਿੱਲਿਓ ਨਾ, ਇਹ ਪਿਸਤੌਲ ਜਿਹੜਾ ਚਲਾ ਕੇ ਬਾਹਰ ਨੂੰ ਭੱਜ ਵੀ ਸਕਦਾ। ਉਧਰੋਂ ਤਾਂ ਇੰਸਪੈਕਟਰ ਨੂੰ ਜਾਣ ਕੇ ਡਰਾਵਾ ਕਰਦਾ ਬਚਾਉਣ ਦਾ, ਪਰ ਇਨਡਾਇਰੈਕਟਲੀ ਉਹਨੂੰ ਇੰਡੀਕੇਸ਼ਨਸ ਦਿੱਤੀ ਜਾਂਦਾ ਵੀ ਮੈਂ ਇਹਨੂੰ ਫੜਿਆ ਹੋਇਆ, ਹੁਣ ਇਹਦੀ ਜੇਬ ਚੋਂ ਪਿਸਤੌਲ ਵੀ ਕੱਢ ਲੈ, ਹੁਣ ਤੂੰ ਭੱਜ ਕੇ ਨਿਕਲ ਜਾ। ਫਿਰ ਉਹ ਬਾਹਰ ਜਾਂਦਾ। ਬਾਹਰ ਜਾ ਕੇ ਕਹਿੰਦਾ ਇੰਸਪੈਕਟਰ ਸਾਹਿਬ ਤੁਹਾਡੀ ਜਿਪਸੀ ਦੀ ਚਾਬੀ ਵਿੱਚ ਹੈ, ਕਿਤੇ ਭੱਜ ਨਾ ਜਾਵੇ। ਇੰਸਪੈਕਟਰ ਉਹ ਕਹਿੰਦਾ ਅੱਛਾ। ਉਹ ਜਿਪਸੀ 'ਚ ਬੈਠ ਜਾਂਦਾ। ਕਹਿੰਦਾ ਇੰਸਪੈਕਟਰ ਸਾਹਿਬ ਇਹ ਕਿਤੇ ਮੈਨੂੰ ਹੀ ਨਾ ਨਾਲ ਲੈ ਜਾਵੇ ਤੁਹਾਡੇ ਤੋਂ, ਕਹਿੰਦਾ ਛਡਾ ਕੇ, ਕਹਿੰਦਾ ਵੀ ਉਵੇਂ ਤਾਂ ਮੈਂ ਫੜਿਆ ਜਾਊਂਗਾ। ਉਹ ਕਹਿੰਦਾ ਹਾਂ ਇਸਕੋ ਵੀ ਮੇਰੇ ਸਾਥ ਵਿੱਚ। ਇਸ ਤਰ੍ਹਾਂ ਕਰਕੇ ਉਹ ਛਡਾ ਜਾਂਦਾ। ਮਾਲਕ ਵੀ ਐਵੇਂ ਕਰਦਾ। ਉਹ ਕੀ ਕਰਦਾ, ਅੰਦਰ ਬੈਠਾ ਆਂਦਾ ਤੈਨੂੰ ਪਤਾ ਹੈ ਵੀ ਇਹ ਇਧਰੋਂ ਸੱਚ ਦੇ ਵਿੱਚ ਧਿਆਨ ਲਾ ਕੇ ਇੱਥੋਂ ਅੰਮ੍ਰਿਤ ਰਸ ਆ ਜਾਂਦਾ। ਉਹ ਕਈ ਵਾਰ ਤਾਂ ਜੀ ਹਾਂ ਮੈਂ ਖੋਜ ਕਰ ਲਈ ਬਈ, ਸ਼ਬਦ ਦੇ ਵਿੱਚ ਧਿਆਨ ਲਾ ਕੇ ਰਸ ਆਉਂਦਾ। ਫਿਰ ਮਨ ਦੇ ਵਿੱਚ ਇਹ ਵੀ ਆਉਂਦਾ ਪੁਰਨਾ ਵੀ ਇਹ ਰਸ ਤਾਂ ਉਹਨੇ ਆਪ ਹੀ ਅੰਦਰੋਂ ਦੱਸਿਆ। ਬੜਾ ਵੱਡਾ ਉਹ ਠੱਗ ਏ, ਉਹਦੇ 'ਚ ਇੰਨੀ ਕੁ ਹਉਮੈ ਉਹਦੀ ਹੈ ਹੀ ਨਹੀਂ ਮਾਲਕ ਦੀ ਵੀ ਜੇ ਉਹ ਕੋਈ ਨਾਮ ਦਾ ਖਜ਼ਾਨਾ ਵੀ ਦਿੰਦਾ ਹੈ
ਤੇ ਉਹ ਆਪ ਦੇ ਉੱਤੇ ਲੈ ਕੇ ਨਹੀਂ, ਉਹ ਕਹਿੰਦਾ ਨਹੀਂ ਇਹ ਤੂੰ ਹੀ ਲਿਆ ਹੈ, ਕਰਦਾ ਉਹ ਆਪ ਹੀ ਹੈ, ਪਰ ਫਿਰ ਵੀ ਵਡਿਆਈ ਤੁਹਾਨੂੰ ਹੀ ਦੇਣੀ ਹੈ ਉਹਨੇ, ਵੀ ਤੂੰ ਕੀਤਾ ਹੈ, ਤਾਂ ਮੈਂ ਥੋੜਾ ਨਾ ਕੀਤਾ। ਤੇ ਉਹ ਕਹਿੰਦੇ ਨੇ ਭਗਤ ਉਦੋਂ ਵੱਡੀ ਸਹਿਜ ਵੀ ਸਾਨੂੰ ਮੂਰਖਾਂ ਨੂੰ ਕੀ ਪਤਾ ਅਸੀਂ ਕਿਵੇਂ ਕੀਤਾ ਤੂੰ ਆ। ਫਿਰ ਗਲ ਵਕੜੀ ਚ ਲੈ ਲੈਂਦਾ ਵੀ ਸ਼ਾਬਾਸ਼ ਇਸ ਚੀਜ਼ ਨੂੰ ਸਮਝ ਗਿਆ ਤੂੰ, ਉਹਨੂੰ ਫਿਰ ਆਪ ਦੇ ਗਲ ਚ ਲਾ ਲੈਂਦਾ। ਦਿੰਦਾ ਉਹੀ ਹੈ, ਗਿਆਨ ਉਹੀ ਦਿੰਦਾ ਹੈ, ਆਪ ਬੋਲਣ ਵਾਲਾ ਉਹੀ ਆ, ਇਹ ਗਿਆਨ ਦੇਣ ਸਿਫਤ ਕਰਨ, ਪਰ ਉਹ ਆਪ ਦੇ ਉੱਤੇ ਨਹੀਂ ਲੈਂਦਾ। ਠੀਕ ਹੈ ਨਾ, ਜਿਵੇਂ ਇੱਥੇ ਮੌਤ ਹੋ ਜਾਵੇ ਕੋਈ, ਤੇ ਕੋਈ ਕਹਿੰਦਾ ਵੀ ਸਵਾਸ ਰੁਕੇ ਨੇ, ਗੁਰਦੇ ਫੇਲ ਹੋ ਗਏ, ਕੋਈ ਕਹਿੰਦਾ ਇਹਦੀਆਂ ਅੰਤੜੀਆਂ ਫੇਲ ਹੋ ਗਈਆਂ, ਆਪ ਤੇ ਨਹੀਂ ਲੈਂਦਾ ਉਹ ਵੀ ਮੈਂ ਲੈ ਕੇ ਗਿਆ, ਕਦੇ ਵੀ ਨਹੀਂ ਉਹ ਲੈਂਦਾ ਆਪ ਤੇ, ਕਿਉਂਕਿ ਉਹਦੇ ਵਿੱਚ ਹਉਮੈ ਹੈ ਹੀ ਨਹੀਂ, ਉਹ ਤਾਂ ਇੱਕ ਮਿੱਠ ਬੋਲੜਾ, ਉਹ ਕਹਿੰਦਾ ਤੁਸੀਂ ਹੀ ਹੋ ਸਾਰਾ ਕੁਝ। ਪਰ ਜਦੋਂ ਭਗਤ ਕਹਿੰਦੇ ਨਹੀਂ ਤੁਸੀਂ, ਅਸੀਂ ਨਹੀਂ, ਤੁਸੀਂ ਹੋ ਸਾਰਾ ਕੁਝ, ਜਦੋਂ ਉਲਟ ਜਾਂਦੇ ਨੇ ਭਗਤ, ਫਿਰ ਉਹ ਭਗਤਾਂ ਦੇ ਵੱਸ ਹੋ ਜਾਂਦਾ ਹੈ ਬਈ ਇਹ ਨਾ ਅਸਲ ਖੇਲ ਸਮਝ ਲਈ। ਤਾਂ ਕਹਿੰਦੇ ਨੇ ਅਮੁੱਲ ਕਰਮ ਮੁੱਲ ਫੁਰਮਾਨ, ਇਹ ਫਿਰ ਕਰਮ ਅਮੁੱਲ ਉਹਨਾਂ ਨੂੰ ਦਿੰਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਉਹ ਅਕਾਲ ਪੁਰਖ ਨੂੰ ਤੁਸੀਂ ਕਿਵੇਂ ਕਹਿ ਲਓਗੇ, ਆਖ ਆਖ ਲਿਵ ਲਾਈ ਰੱਖੋ, ਲਗਾਤਾਰ ਕੋਈ ਸੈਂਕੜੇ ਸਾਲ ਵੀ ਉਹਦੇ ਨਾਦ ਵਿੱਚ ਧਿਆਨ ਲਾਈ ਰੱਖੇ, ਸ਼ਬਦ ਵਿੱਚ ਵੀ ਧਿਆਨ ਲਾਈ ਰੱਖੇ, ਤਾਂ ਵੀ ਮਾਲਕ ਦੀ ਅਵਸਥਾ ਤੱਕ ਉਹ ਨਹੀਂ ਪਹੁੰਚ ਸਕਦਾ, ਕਿਉਂਕਿ ਨਾਦ ਵੀ ਅਕਾਲ ਪੁਰਖ ਦੇ ਵਿੱਚ ਸਮਾ ਜਾਂਦਾ ਜਾ ਕੇ। ਨਾਦ ਕੀ ਹੈ, ਚਲੋ ਠੀਕ ਹੈ ਨਾਦ ਪ੍ਰਗਟ ਹੋ ਗਿਆ, ਪਰ ਨਾਦ ਵੀ ਸੱਚ ਦੇ ਵਿੱਚ ਸਮਾ ਰਿਹਾ। ਉਹ ਆਪਾਂ ਕੱਲ ਨੂੰ ਜਿਹੜਾ ਸੋਦਰ ਕਰਾਂਗੇ ਨਾ, ਸੋਦਰ ਤੋਂ ਇਹ ਖੇਲ ਚੱਲਣਾ। ਕਹਿੰਦਾ ਉਹ ਨਾਦ ਵੀ ਤੇਰੇ ਵਿੱਚ ਸਮਾਈ ਜਾਂਦੇ ਨੇ, ਉਹ ਅੰਮ੍ਰਿਤ ਰਸ ਦੀ ਗੱਲ ਕਰਦਾ, ਉਹ ਵੀ ਤੇਰੇ ਵਿੱਚ ਸਮਾ ਗਿਆ, ਤੂੰ ਹੈ ਕੀ, ਕਹਿੰਦੇ ਇੱਥੋਂ ਤੱਕ ਪਹੁੰਚ ਗਏ ਸੀ। ਬਸ ਕਹਿੰਦੇ ਅਸਚਰਜ ਵਿਸਮਾਦ ਇੰਨਾ ਕਹਿ ਸਕਦੇ ਹਾਂ ਅਸੀਂ, ਬੁੱਝਿਆ ਨਹੀਂ ਜਾ ਸਕਦਾ। ਅਭੁੱਲ ਉਹ ਫਿਰ ਜਾਪ ਸਾਹਿਬ ਦੀ ਬਾਣੀ ਵਿੱਚ ਕਹਿ ਦਿੱਤਾ, ਅਕੰਜ ਅਪੰਜ ਅਲੇ ਹੈ ਜਜੇ ਹੈ ਅਬੇ ਹੈ ਅਬੂਤ ਹੈ ਜੂਤ ਹੈ ਅਸੀਂ ਅਮੀਕ ਹੈ ਨਰਸੀਕ ਹੈ ਨਿਜਾਨ ਹੈ ਅਜਾਨ ਹੈ ਅਜਾਨ, ਉਹ ਪਰ ਸਾਰਾ ਕਹਿੰਦੇ ਇਹੀ ਹੈ, ਹੋਰ ਕੁਛ ਨਹੀਂ। ਬਸ ਸਾਨੂੰ ਮਤਲਬ ਉਹਨਾਂ ਦਾ ਮਕਸਦ ਜਾਪ ਸਾਹਿਬ ਪਿੱਛੇ ਵੀ ਮੈਨੂੰ ਨਹੀਂ ਪਤਾ ਉਹ ਕੀ ਹੈ, ਬਸ ਮੈਂ ਜਿੰਨੀ ਕਹਿ ਦਿਆਂ ਉਹੀ ਹੈ। ਉਹ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰੇਕ ਹੈ, ਅਬਾਨ ਹੈ, ਅਥਾਹ ਹੈ, ਅਗਾਹ ਹੈ, ਅਨੰਤ ਹੈ, ਬੇਅੰਤ ਹੈ, ਪਤਾ ਨਹੀਂ ਕਹਿੰਦੇ ਕਰੁਣਾ ਲਹਿਰ ਘਾਲਿਆ ਹੈ, ਖਲਖੱਡਨ ਹੈ, ਮੈਂ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਪਤਾ ਨਹੀਂ ਕੀ ਹੈ, ਕਹਿੰਦੇ ਸਾਰਾ ਕੁਛ ਹੀ ਹੋਊਗਾ ਬਸ। ਸੋ ਤਾਂ ਕਹਿੰਦੇ ਨੇ ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹਿਆ ਕਰੇ ਵਿਖਿਆਨ। ਵੇਦ ਪਾਠ ਪੁਰਾਣ ਵੀ ਉਹਨੂੰ ਕਹੀ ਜਾ ਰਹੇ ਨੇ, ਵਿਖਿਆਨ ਵਾਲੇ ਵਿਖਿਆਨ ਹੁੰਦੇ, ਹੁਣ ਆਪਾਂ ਵਿਖਿਆਨ ਕਰੀ ਜਾ ਰਹੇ ਹਾਂ ਹੁੰਦਾ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਕਿੰਨੇ ਬਰਮੇ ਕਿੰਨੇ ਸ਼ਿਵ ਜੀ, ਕਿੰਨੇ ਗੋਪੀ ਤੇ ਗੋਬਿੰਦ, ਗੋਪੀਆਂ ਕ੍ਰਿਸ਼ਨ ਹੋ ਕੇ ਉਹਦੇ ਵਿੱਚ ਸਮਾ ਗਏ ਨੇ। ਆਖੇ ਈਸ਼ਰ ਆਖੇ ਸਿੱਧ, ਕਿੰਨੇ ਸਿੱਧ ਕਿੰਨੇ ਬੁੱਧ ਹੋ ਕੇ ਸਮਾ ਗਏ ਨੇ। ਆਖੇ ਕੀਤੇ ਕੀਤੇ ਬੁੱਧ, ਪਤਾ ਨਹੀਂ ਕਹਿੰਦੇ ਇੱਕ ਬੁੱਧ ਨੂੰ ਤੁਸੀਂ ਪੂਜੀ ਜਾ ਰਹੇ ਹੋ, ਪਤਾ ਨਹੀਂ ਕਿੰਨੇ ਕੁ ਬੁੱਧ ਮੈਂ ਕਰ ਦਿੱਤੇ ਨੇ। ਇੱਥੇ ਤਾਂ ਕਹਿੰਦੇ ਨਾ ਇੱਕ ਬੁੱਧ ਨੇ ਸੱਚ ਨੂੰ ਪਾਇਆ, ਆਖੇ ਕੀਤੇ ਕੀਤੇ ਬੁੱਧ, ਪਤਾ ਨਹੀਂ ਕਿੰਨੇ ਕੁ ਬੁੱਧ ਕਹਿੰਦੇ ਇਹੋ ਜਿਹੇ ਸੱਚ 'ਚ ਸਮਾ ਗਏ ਨੇ, ਤੁਸੀਂ ਇੱਕ ਬੁੱਧ ਨੂੰ ਨਹੀਂ ਛੱਡਦੇ ਪਏ। ਅੱਛਾ ਆਖਿਆ ਦਾਨਵ ਆਖਿਆ ਦੇਵ, ਕਹਿੰਦੇ ਇੱਕ ਦੇਵਤਾ ਕਹਿੰਦੇ ਪਤਾ ਨਹੀਂ ਕਿੰਨੇ ਕੁ ਦਾਨਵ ਤੇ ਦੇਵ ਹੋਏ ਨੇ। ਦਾਨਵ ਕਹਿੰਦੇ ਵੀ ਉਹਨਾਂ ਨੇ ਜਿਹੜੇ ਸੀ ਦੇਵਤਿਆਂ ਦੇ ਦੂਜੇ ਹੁੰਦੇ ਨੇ ਨਾ, ਦੈਂਤਾਂ ਨੇ ਵੀ ਇਹਨੂੰ ਪੂਜਿਆ ਨਾ ਮਾਲਕ ਨੂੰ, ਪਰ ਉਹਨਾਂ ਨੇ ਮਾਲਕ ਤੋਂ ਤ੍ਰੈਗੁਣ ਲਿਆ ਸੀਗਾ ਦੈਂਤਾਂ ਨੇ। ਠੀਕ ਹੈ ਨਾ ਜੀ, ਉਹ ਰਕਤ ਜਿਹੜਾ ਜਦੋਂ ਕਾਲੀ ਨੇ ਤਾਂ ਸਿੱਧਾ ਆ ਕੇ ਹਨਨ ਕੀਤਾ, ਪਰ ਦੈਂਤਾਂ ਨੇ ਵੀ ਮਾਲਕ ਨੂੰ ਪੂਜਿਆ ਸੀ। ਉਹ ਮਾਲਕ ਤਾਂ ਜਿਹੜਾ ਜੋ ਮੰਗੇ ਉਹਨੂੰ ਦੇ ਦਿੰਦਾ। ਉਹ ਜਿੱਥੇ ਜਿੱਥੇ ਇੱਕ ਇੱਕ ਖੂਨ ਡੁੱਲਦਾ ਸੀਗਾ ਤੇ ਉਹ ਇੱਕ ਤੋਂ ਅਨੇਕ ਪ੍ਰਗਟ ਹੁੰਦੇ ਸੀ। ਫਿਰ ਉਹ ਕਾਲੀ ਨੇ ਆ ਕੇ ਕਿਵੇਂ ਯੁੱਧ ਲੜਿਆ। ਫਿਰ ਕਹਿੰਦੇ ਦੈਂਤਾਂ ਨੇ ਵੀ ਉਹਨੂੰ ਗਾਇਆ, ਆਖਿਆ ਦਾਨਵ ਆਖਿਆ ਦੇਵ, ਆਖਿਆ ਸੁਰ ਨਰ ਮੁਨ ਜਾਨ ਸੇਵ, ਪਤਾ ਨਹੀਂ ਕਿੰਨੇ ਕੁ ਜਿਹੜੇ ਸਭ ਉਹਦੀ ਸੇਵਾ ਕਰ ਰਹੇ ਆ। ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕੇ ਉੱਠ ਜਾਏ, ਕਹਿੰਦੇ ਕਿੰਨੇ ਇੱਥੇ ਆਖ ਆਖ ਕੇ ਇਸੇ ਵਿੱਚ ਸਮਾਈ ਜਾਂਦੇ ਨੇ, ਕਿੰਨੇ ਕਹਿ ਕੇ ਇਸ ਧਰਤੀ ਤੋਂ ਇਸ ਖੇਲ ਦੇ ਵਿੱਚ ਉੱਠ ਕੇ ਜਾਈ ਜਾਂਦੇ ਨੇ। ਇੱਥੇ ਕਿਤੇ ਹੋਰ ਕਰੇ, ਕਹਿੰਦੇ ਜਿੰਨੀ ਇਹ ਧਰਤੀ ਜਿੰਨੀ ਇਹ ਸਾਜਣਾ ਹੈ ਨਾ, ਜਿੰਨਾ ਬ੍ਰਹਿਮੰਡ ਹੈ, ਕਹਿੰਦਾ ਇੰਨੇ ਦੁਬਾਰਾ ਜੇ ਹੋਰ ਵੀ ਕਰ ਦੇਵੇ ਤਾਂ ਆਖ ਨਾ ਸਕੇ ਕਿ ਕਹਿੰਦੇ ਉਹਦੀ ਸਿਫਤ ਨਹੀਂ ਕੋਈ ਕਰ ਸਕਦਾ। ਵੇਖੋ ਬੇਅੰਤ ਕਹਿੰਦੇ ਪਏ ਨੇ, ਫਿਰ ਕਿਵੇਂ ਕਿਸੇ ਬਾਬੇ ਪਿੱਛੇ ਆਪਾਂ ਲੱਗ ਜਾਾਂਗੇ ਜਦੋਂ ਉਹਦਾ ਅੰਤ ਹੀ ਹੈ ਨਹੀਂਗਾ। ਤੁਸੀਂ ਆਪ ਦੇ ਬਾਬੇ ਆਪ ਹੋ, ਬਸ ਇੱਕ ਵਿਧੀ ਸਿੱਖ ਲਓ, ਫਿਰ ਉਹ ਤਾਂ ਬੇਅੰਤ ਹੈ, ਬੇਅੰਤ ਦੀ ਸਿਫਤ ਕਰੀ ਜਾਓ, ਰੰਗੀ ਜਾਓ ਉਹਦੇ ਰੰਗ ਦੇ ਵਿੱਚ, ਵਿਧੀਆਂ ਪੁੱਛੀ ਜਾਓ ਸਾਧੂਆਂ ਸੰਤਾਂ ਨੂੰ ਮਿਲ ਕੇ, ਆਪ ਦੇ ਪਿੱਛੇ ਲੱਗੋ। ਆਪ ਦਾ ਪਿੱਛਾ ਕੀ ਹੈ? ਵਾਹ ਗੁਰੂ, ਆਪ ਦੀ ਆਵਾਜ਼ ਦੇ ਪਿੱਛੇ ਲੱਗੋ, ਆਪ ਦੀ ਆਵਾਜ਼ ਨੂੰ ਆਪ ਸੁਣੋ, ਆਪ ਦੇ ਸ਼ਬਦ ਨੂੰ ਆਪ ਸੁਣੋ, ਆਪ ਦੇ ਸੱਚ ਨੂੰ ਆਪ ਦੇਖੋ, ਕਿਉਂ ਕਿਸੇ ਪਿੱਛੇ ਲੱਗਦੇ ਹੋ? ਤਾਂ ਕਹਿੰਦੇ ਨੇ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕਿ ਜੇ ਵਿੜ ਭਾਵੇਂ ਤੇਵੜ ਹੋਏ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰ ਗਵਾਰ। ਜੇ ਕੋਈ ਮਾਲਕ ਦੇ ਬੋਲ ਤੋਂ ਇਲਾਵਾ ਤੁਹਾਨੂੰ ਤ੍ਰੈਗੁਣ ਦਾ ਬੋਲ ਸਿਖਾਉਂਦਾ ਹੈ, ਉਹ ਆਪ ਵੀ ਗਵਾਰ ਹੈ, ਤੁਹਾਨੂੰ ਵੀ ਗਵਾਰ ਕਰਾ ਦੂਗਾ, ਤੇ ਸੱਚ ਦੇ ਵਿੱਚ ਪ੍ਰਵਾਨਗੀ ਤੁਹਾਡੀ ਨਹੀਂ। ਸੋ ਬੋਲ ਨਹੀਂ ਵਿਗਾੜਨਾ। ਬੋਲ ਕਿਹੜਾ? ਇੱਕ ਗੁਰਮੰਤਰ ਤੋਂ ਇਲਾਵਾ
ਹੋਰ ਦੂਜਾ ਬੋਲ ਨਹੀਂ ਮਨ 'ਚ ਪਰਪੱਕ ਕਰਨਾ, ਉਤਰੈ ਗੁਣ ਨਹੀਂ ਪਰਪੱਕ ਕਰਨਾ। ਸੋ ਅੱਜ 6 ਪੌੜੀਆਂ ਹੋਈਆਂ ਨੇ, 26 ਪੌੜੀਆਂ। ਕੱਲ ਤੋਂ 100 ਦਰ ਤੋਂ ਆਪਾਂ ਸ਼ੁਰੂ ਕਰਾਂਗੇ। 100 ਦਰ ਕੇ ਤੇਰਾ ਕਿਹਾ ਸੋ ਕਰ ਕਿਹਾ, ਉਦੋਂ ਆਪਾਂ ਕਰਾਂਗੇ। ਔਰ ਫਿਰ ਮੰਗਲ ਤੇ ਬੁੱਧਵਾਰ ਨੂੰ, ਬੁੱਧਵਾਰ ਸ਼ਾਇਦ ਲਾ ਲਈਏ ਕਲਾਸ, ਨਹੀਂ ਤਾਂ ਮੰਗਲ ਤੇ ਬੁੱਧਵਾਰ ਨਹੀਂ ਲੱਗਣੀ ਕਲਾਸ, ਕੱਲ ਲੱਗੂਗੀ। ਫਿਰ ਵੀਰ ਸ਼ੁੱਕਰ ਆਪਾਂ ਲਾ ਲਾਂਗੇ, ਕਿਉਂਕਿ ਮੰਗਲ ਬੁੱਧਵਾਰ ਥੋੜਾ ਜਿਹਾ ਕੰਮ ਹੈ ਘਰ ਦਾ, ਥੋੜਾ ਜਿਹਾ ਬਾਹਰ ਜਾਣਾ ਕਿਤੇ, ਉਹ ਇੱਕ ਫੰਕਸ਼ਨ ਵੀ ਹੈ। ਔਰ ਇਹ ਵਾਲੀ ਆਪਾਂ ਕੱਲ ਆ ਕੇ 100 ਦਰ ਤੋਂ ਜਿੰਨੀਆਂ ਅੱਗੇ ਪੌੜੀਆਂ ਹੋਈਆਂ ਤੇ ਵੀਰ ਤੇ ਸ਼ੁੱਕਰ ਦੇ ਵੀ ਸਮਾਪਤੀ ਹੋ ਜਾਏਗੀ। ਫਿਰ ਅੱਗੇ ਗੁਰਮੁਖ ਕਈ ਕਹਿੰਦੇ ਪਏ ਨੇ ਵੀ, ਇੱਕ ਗੁਰਮੁਖ ਦਾ ਆਇਆ ਸੀਗਾ ਫਰੀਦ ਜੀ ਦੇ ਸ਼ਲੋਕ ਕਰੋ, ਹਾਂਜੀ, ਇੱਕ ਆਇਆ ਸੀ ਕਬੀਰ ਜੀ ਦੇ ਕਰੋ, ਇੱਕ ਕਹਿੰਦੇ 9ਵੇਂ ਮਹੱਲੇ ਦੇ ਕਰੋ, ਇੱਕ ਕਹਿੰਦੇ ਆਸਾ ਦੀ ਵਾਰ ਕਰੋ, ਕੋਈ ਕਹਿੰਦਾ ਵੀ ਉਹ ਪੰਜੇ ਬਾਣੀਆਂ ਕਰੋ। ਫਿਰ ਇਹ ਮਤਾ ਕਰ ਲਓ ਵੀ ਅੱਗੇ ਕਿਵੇਂ ਕਰਨਾ ਹੈ। ਔਰ ਇਹ ਹੈ ਕਿ 4 ਦਿਨਾਂ ਦੇ ਵਿੱਚ ਇੱਕ ਦਿਨ ਮੈਂ ਆਪਦੇ ਮੁਤਾਬਕ ਜਿਹੜਾ ਆ ਉਹ ਜਿਹੜੀ ਜੋ ਕਮਾਈ ਦੇ ਪ੍ਰੈਕਟੀਕਲ ਦੇ ਮੁਤਾਬਕ ਕਰੂੰਗਾ। ਐਵੇਂ ਜਿਹੜੀ ਤੁਸੀਂ ਬਾਣੀ ਦੇ ਵੀ ਕਹਿੰਦੇ ਨਾ, ਫਿਰ ਉਹ ਬਾਣੀ ਤੇ ਹੀ ਕੰਸਨਟ੍ਰੇਸ਼ਨ ਰਹਿੰਦਾ ਹੈ, ਜੋ ਖੁਦ ਦਾ ਪ੍ਰੈਕਟੀਕਲ ਹੈ ਉਹ ਇਹਦੇ ਵਿੱਚ ਨਹੀਂ ਆਉਂਦਾ ਫਿਰ। ਸੋ 3 ਦਿਨ ਹੀ ਮੈਂ ਕਰੂੰਗਾ, ਤੁਸੀਂ ਮਤਾ ਕਰ ਦੇਵੇ ਸੰਗਤ ਵੀ ਕਿਹੜਾ ਕਰਨਾ ਹੈ। 3 ਦਿਨ ਉਹਦੀ ਕਥਾ, 1 ਦਿਨ ਪ੍ਰੈਕਟੀਕਲ ਦੀ ਕਥਾ, 4 ਦਿਨਾਂ ਦੇ ਵਿੱਚ। ਫਿਰ ਉਹ ਜਿਹੜੀ ਕਹੋਗੇ ਉਹ ਕਰ ਲਾਂਗੇ, ਪਰ 1 ਦਿਨ ਪਹਿਲੇ ਦਿਨ ਪ੍ਰੈਕਟੀਕਲ ਦੀ, 3 ਦਿਨ ਜਿਹੜੀ ਬਾਣੀ ਕਹੋਗੇ ਉਹਦੀ। ਸੋ ਇਹ ਹੈ ਜੀ ਖੇਲ। ਹਾਂਜੀ ਠੀਕ ਹੈ ਜੀ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।